ਸਤਿ ਸ਼੍ਰੀ ਅਕਾਲ ਜੀ। ਹਮਦਰ ਟੀਵੀ ਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ ਅੱਜ ਦੇ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ ਵਿੱਚ। ਮੈਂ ਹਾਂ ਤਰਨਜੀਤ ਕੌਰ ਘੁੰਮਣ। ਬੁੱਧਵਾਰ ਦਾ ਦਿਨ ਹੈ ਤੇ ਟੋਰਾਂਟੋ ਸਮੇਂ ਦੇ ਮੁਤਾਬਿਕ 3 ਵੱਜ ਚੁੱਕੇ ਨੇ। ਸੋ 3 ਤੋਂ ਲੈ ਕੇ 4 ਵਜੇ ਤੱਕ ਹਾਜ਼ਰ ਹੁੰਦੇ ਹਾਂ ਹਮੇਸ਼ਾ ਇਹ ਪ੍ਰੋਗਰਾਮ ਲੈ ਕੇ, ਜਿਹਦੇ ਵਿੱਚ ਅਸੀਂ ਤੁਹਾਨੂੰ ਇਮੀਗ੍ਰੇਸ਼ਨ ਸੰਬੰਧੀ ਵੱਖ-ਵੱਖ ਜੋ ਅਪਡੇਸ਼ਨ ਆਈ ਹੈ ਉਹਦੇ ਤੋਂ ਰੂਬਰੂ ਕਰਵਾਉਂਦੇ ਹਾਂ। ਸੋ ਕੁਝ ਪਾਇਲਟ ਪ੍ਰੋਜੈਕਟਸ ਜਿਹੜੇ ਕੈਨੇਡਾ ਵਿੱਚ ਨਵੇਂ ਲਾਂਚ ਹੋਏ ਨੇ ਉਹਨਾਂ ਦੇ ਬਾਰੇ ਵਿੱਚ ਤੁਹਾਨੂੰ ਜਾਣਕਾਰੀ ਦੇਵਾਂਗੇ। ਬਹੁਤ ਸਾਰੇ ਦਰਸ਼ਕ ਸਾਨੂੰ ਪੁੱਛ ਰਹੇ ਸਨ ਕਿ ਆਇਲਸ ਦੇ ਐਗਜ਼ਾਮਸ ਕਦੋਂ ਤੱਕ ਓਪਨ ਹੋਣ ਦੀ ਸੰਭਾਵਨਾ ਹੈਗੀ ਹੈ, ਕਦੋਂ ਤੋਂ ਡੇਟਸ ਬੁੱਕ ਕਰਵਾ ਸਕਦੇ ਨੇ। ਇਹਦੇ ਬਾਰੇ ਵਿੱਚ ਜਾਣਕਾਰੀ ਦੇਵਾਂਗੇ। ਨਾਲ ਹੀ ਨਾਲ ਦੱਸਾਂਗੇ ਕਿ ਯੂਨੀਵਰਸਿਟੀਜ਼ ਜਿਹੜੀਆਂ ਨੇ ਉਹ ਕੁਝ ਸਮੇਂ ਲਈ ਕਲੋਜ਼ ਨੇ, ਇਸ ਐਟਲੀਸਟ ਸਾਲ ਤੱਕ ਕਲੋਜ਼ ਰਹਿਣਗੀਆਂ। ਤੇ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹਨਾਂ ਦੇ ਮਨਾਂ ਵਿੱਚ, ਉਹਨਾਂ ਦੇ ਜ਼ਹਿਨ ਦੇ ਵਿੱਚ ਕਾਫੀ ਜ਼ਿਆਦਾ ਜਿਹੜੇ ਸਵਾਲ ਇਸ ਵਕਤ ਉੱਠ ਰਹੇ ਨੇ। ਸੋ ਅੱਜ ਦੇ ਲਾਈਵ ਪ੍ਰੋਗਰਾਮ ਵਿੱਚ ਤੁਸੀਂ ਕਾਲ ਕਰਕੇ ਸਾਡੇ ਨਾਲ ਆਪਣੇ ਜਿਹੜੇ ਸਵਾਲ ਨੇ ਉਹ ਸਾਂਝੇ ਕਰ ਸਕਦੇ ਹੋ। ਕੋਸ਼ਿਸ਼ ਕਰਾਂਗੇ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ। ਸਾਡੇ ਨਾਲ ਜੁੜ ਚੁੱਕੇ ਨੇ ਜੀ ICC ਇਮੀਗ੍ਰੇਸ਼ਨ ਤੋਂ ਮਨੂ ਦੱਤਾ ਜੀ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ। ਤਰਨ ਥੈਂਕ ਯੂ ਵੈਰੀ ਮਚ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਪ੍ਰੋਗਰਾਮ ਸੁਣਨ ਵਾਲੇ ਦੇਖਣ ਵਾਲੇ ਸਾਰੇ ਹੀ ਭੈਣਾਂ ਭਰਾਵਾਂ ਨੂੰ ICC ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ, MD ਤੇ RD ਵੱਲੋਂ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ। ਸਰ ਇਮੀਗ੍ਰੇਸ਼ਨ ਦੀ ਗੱਲਬਾਤ ਕਰੀਏ ਤਾਂ ਹਰ ਰੋਜ਼ ਜਿਹੜੇ ਆ ਨਵੇਂ ਚੇਂਜਸ ਦੇਖਣ ਨੂੰ ਮਿਲਦੀਆਂ ਨੇ। US ਦੇ ਵਿੱਚ ਤਾਂ ਚੇਂਜਸ ਕਾਫੀ ਹੋਈਆਂ ਸੀ। ਸੋ ਸਭ ਦੀਆਂ ਨਜ਼ਰਾਂ ਇਸ ਵਕਤ ਕੈਨੇਡਾ 'ਤੇ ਟਿਕੀਆਂ ਹੋਈਆਂ ਸੀ ਕਿ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਕੀ ਹੁਣ ਇਸ ਵੇਲੇ ਉਤਰਾਅ ਚੜਾਅ ਦੇਖਣ ਨੂੰ ਮਿਲਣਗੇ। ਹੁਣ ਅਸੀਂ ਦੱਸੀਏ ਆਪਣੇ ਦਰਸ਼ਕਾਂ ਨੂੰ ਤਾਂ ਇਸ ਵਕਤ ਕਿਵੇਂ ਇਮੀਗ੍ਰੇਸ਼ਨ ਸਿਸਟਮ ਕੰਮ ਕਰ ਰਿਹਾ, ਕੀ ਆਪਣੀ ਰਫ਼ਤਾਰ ਦੇ ਅਕੋਰਡਿੰਗ ਕੰਮ ਕਰ ਰਿਹਾ, ਜਾਂ ਹੁਣ ਜਿਹੜੀਆਂ ਫਾਈਲਸ ਨੇ ਉਹਨਾਂ ਦੀ ਕਾਫੀ ਜ਼ਿਆਦਾ ਪੈਂਡਿੰਗ ਹੋ ਰਹੀਆਂ ਨੇ। ਤਰਨ ਇਮੀਗ੍ਰੇਸ਼ਨ ਐਸ ਸੱਚ ਉਸੇ ਤਰ੍ਹਾਂ ਕੰਮ ਕਰ ਰਿਹਾ। ਕੈਨੇਡਾ ਦੀ ਜਿਹੜੀ ਮੈਕਸਿਮਮ ਜਿਹੜੀ ਆ ਅਸੀਂ ਇਮੀਗ੍ਰੇਸ਼ਨ ਦੇ ਉੱਤੇ ਰਿਲਾਈ ਕਰਦੇ ਹਾਂ, ਇਕਨੋਮਿਕ ਇਮੀਗ੍ਰੈਂਟਸ ਦੇ ਉੱਤੇ ਰਿਲਾਈ ਕਰਦੇ ਹਾਂ। ਐਂਡ ਇਕਨੋਮਿਕ ਇਮੀਗ੍ਰੈਂਟਸ ਦੀਆਂ ਐਪਲੀਕੇਸ਼ਨਸ ਉਸੇ ਤਰ੍ਹਾਂ ਪ੍ਰੋਸੈਸ ਹੋ ਰਹੀਆਂ। ਅਸੀਂ ਸਪਾਊਜ਼ਲ ਐਪਲੀਕੇਸ਼ਨ ਦੀ ਗੱਲ ਕਰੀਏ, ਉਹ ਵੀ ਉਸੇ ਤਰ੍ਹਾਂ ਪ੍ਰੋਸੈਸ ਹੋ ਰਹੀਆਂ। ਅਸੀਂ LMIS ਦੀ ਗੱਲ ਕਰੀਏ, ਸਰਵਿਸ ਕੈਨੇਡਾ ਉਹਨਾਂ ਐਪਲੀਕੇਸ਼ਨਸ ਦੀ ਵੀ ਉਸੇ ਤਰ੍ਹਾਂ ਕੰਮ ਕਰ ਰਹੀ ਹੈ। ਇਟ ਇਜ਼ ਓਨਲੀ ਦ ਟੈਂਪਰੇਰੀ ਐਪਲੀਕੇਸ਼ਨਸ ਹੋ ਗਈਆਂ। ਜਿਨ੍ਹਾਂ ਨੇ ਵਿਜ਼ਿਟ ਵੀਜ਼ਾ ਇੰਡੀਆ ਤੋਂ ਆਉਣਾ ਹੈ, ਪਾਕਿਸਤਾਨ ਤੋਂ ਆਉਣਾ, ਕਿਸੇ ਹੋਰ ਮੁਲਕ ਤੋਂ ਆਉਣਾ, ਉਹਨਾਂ ਦੇ ਵਿਜ਼ਿਟ ਵੀਜ਼ਾ ਐਪਲੀਕੇਸ਼ਨਸ ਜਾਂ ਉਹਨਾਂ ਦੇ ਸੁਪਰ ਵੀਜ਼ਾ ਐਪਲੀਕੇਸ਼ਨਸ across the world they are on hold at this moment। ਉਹੀ ਐਪਲੀਕੇਸ਼ਨ ਐਕਸੈਪਟ ਨਹੀਂ ਹੋ ਰਹੀਆਂ। other than that every application is getting processed। ਹਾਂ, ਟਾਈਮ ਡਿਲੇ ਜ਼ਰੂਰ ਜੋ ਹੈਗਾ, ਉਹਦੇ ਵਿੱਚ ਟਾਈਮ ਜ਼ਰੂਰ ਲੱਗ ਰਿਹਾ ਹੈਗਾ ਆਫਿਸਰਸ ਨੂੰ, ਬਿਕੋਜ਼ ਉਹ ਸਾਰੇ ਹੋਮ ਤੋਂ ਕੰਮ ਕਰ ਰਹੇ ਨੇ। ਸੋ ਵਰਕਿੰਗ ਫਰੋਮ ਹੋਮ ਮੇਕਸ ਅ ਲੋਟ ਆਫ ਡਿਫਰੈਂਸ। ਬਿਲਕੁਲ ਸਰ, ਤੇ ਗੱਲਬਾਤ ਕਰੀਏ ਕਿਉਂਕਿ ਹਮੇਸ਼ਾ ਮੈਂ ਪੁੱਛਦੀ ਹੁੰਦੀ ਹਾਂ ਡਰਾ ਦੇ ਬਾਰੇ ਵਿੱਚ। ਇਸ ਵਾਰੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਜਿਹੜੇ ਡਰਾ ਨੇ ਲਗਾਤਾਰ ਪੁਆਇੰਟਸ ਘਟਦੇ ਨਜ਼ਰ ਆ ਰਹੇ ਨੇ। ਇਸ ਵਾਰ ਜਿਹੜਾ ਡਰਾ ਦੇਖਣ ਨੂੰ ਮਿਲਿਆ, ਜਿਹੜਾ ਡਰਾ ਨਿਕਲਿਆ, ਉਹਦੇ ਵਿੱਚ ਕੀ ਪੁਆਇੰਟਸ ਕੁਝ ਵਧੇ ਨੇ ਜਾਂ ਅੱਗੇ ਨਾਲੋਂ ਘਟੇ ਨਜ਼ਰ ਆਏ ਨੇ? ਤਰਨ ਜੀ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। 470 ਤੋਂ ਲੈ ਕੇ 447 ਪੁਆਇੰਟਸ ਤੇ ਆ ਗਿਆ ਹੈਗਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਦਾ ਡਰਾ। ਸੋ ਜਿੰਨੇ ਵੀ ਇੰਟਰਨੈਸ਼ਨਲ ਸਟੂਡੈਂਟਸ ਕੈਨੇਡਾ ਦੇ ਵਿੱਚ ਮੌਜੂਦ ਸੀਗੇ, ਜਿਨ੍ਹਾਂ ਨੂੰ ਨਜ਼ਰ ਆ ਰਿਹਾ ਸੀਗਾ ਕਿ 447 ਦੇ ਅਸੀਂ ਕਿੱਥੇ ਪਿਕ ਹੋਵਾਂਗੇ, ਜਾਂ ਜਿਹੜੇ ਫੋਰਨ ਵਰਕਰਸ ਇਸ ਟਾਈਮ ਤੇ ਜਾਂ ਇੰਟਰਾ ਕੰਪਨੀ ਟ੍ਰਾਂਸਫਰੀਜ਼ ਇਸ ਟਾਈਮ ਕੈਨੇਡਾ ਦੇ ਵਿੱਚ ਕੰਮ ਕਰ ਰਹੇ ਸੀਗੇ ਨੇ, ਫੋਰਚੂਨੇਟਲੀ ਉਹ ਐਪਲੀਕੇਸ਼ਨ ਸਾਰੀਆਂ ਪ੍ਰੋਸੈਸ ਹੋ ਰਹੀਆਂ ਹੈਗੀਆਂ। ਸੋ 447 ਦੇ ਪੁਆਇੰਟਸ ਦੇ ਉੱਤੇ ਲਾਸਟ ਕੱਟ ਆਫ ਗਿਆ ਹੈਗਾ। ਇੱਕੋ ਚੀਜ਼ ਕਹਿਣਾ ਚਾਹਾਂਗਾ ਕਿ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਦਿਸ ਇਜ਼ ਅ ਗੋਲਡਨ ਟਾਈਮ, ਗੋਲਡਨ ਬੂਨ। ਟੇਕ ਐਡਵਾਂਟੇਜ ਆਫ ਥੀਸ ਪ੍ਰੋਗਰਾਮ ਜਿਹੜਾ ਇਸ ਟਾਈਮ ਤੁਹਾਡੇ ਵਾਸਤੇ ਐਗਜ਼ਿਸਟ ਕਰ ਰਹੇ ਨੇ, ਪ੍ਰੋਵਾਈਡਡ ਤੁਹਾਡੀਆਂ ਡਿਗਰੀ ਅਸੈਸ ਹੋਈਆਂ ਜੇ ਬੈਕ ਹੋਮ ਤੋਂ ਬੈਚਲਰਸ ਜਾਂ ਮਾਸਟਰਸ ਹੈਗੀ ਹੈ, ਜਾਂ ਫਿਰ ਤੁਹਾਡੇ ਕੋਲ ਆਈਲੈਟਸ ਕੀਤਾ ਹੋਇਆ। ਥੀਸ ਵੁੱਡ ਬੀ ਦਾ 2 ਬੇਸਿਕ ਰਿਕੁਆਇਰਮੈਂਟ ਜਿਹੜੀਆਂ ਤੁਹਾਨੂੰ ਚਾਹੀਦੀਆਂ ਹੈਗੀਆਂ ਪ੍ਰੋਫਾਈਲ ਕ੍ਰੀਏਟ ਕਰਨ ਵਾਸਤੇ। ਜੀ ਸਰ, ਇੱਕ ਚੀਜ਼ ਐਡ ਕਰਨਾ ਚਾਹਾਂਗਾ ਤਰਨ, ਕਿ ਜਦੋਂ ਵੀ ਜਿਨ੍ਹਾਂ ਦੇ ਕੋਲ ਬੈਕ ਹੋਮ ਦਾ ਐਕਸਪੀਰੀਅੰਸ ਹੈਗਾ ਜਾਂ ਇੱਥੇ ਐਕਸਪੀਰੀਅੰਸ ਲਿੱਤਾ, ਪ੍ਰੋਫਾਈਲ ਕ੍ਰੀਏਸ਼ਨ ਇਜ਼ ਰਿਲੇਟਿਵਲੀ ਈਜ਼ੀਅਰ। ਬਟ ਮੇਨ ਵਰਕ ਸਟਾਰਟਸ ਜਦੋਂ ਫਾਈਲ ਕ੍ਰੀਏਟ ਹੋ ਗਈ, ਤੁਹਾਡਾ ਇਨਵੀਟੇਸ਼ਨ ਟੂ ਅਪਲਾਈ ਆ ਗਿਆ, ਉਸ ਤੋਂ ਬਾਅਦ ਤੁਹਾਡੀਆਂ ਜੌਬ ਲੈਟਰਸ ਕਿਸ ਤਰ੍ਹਾਂ ਦੀਆਂ, ਤੁਹਾਡੀ ਜੌਬ ਡਿਊਟੀਆਂ ਕਿਸ ਤਰ੍ਹਾਂ ਦੀ ਜਾਣੀ ਚਾਹੀਦੀਆਂ। ਜੇ ਤੁਸੀਂ ਸਿਰਫ ਕੱਟ ਕਾਪੀ ਕਰਕੇ ਵੈਬਸਾਈਟ ਤੋਂ ਪੁੱਟ ਅਪ ਕਰਤੀਆਂ, ਤੇ ਆਫਿਸਰ ਤੁਹਾਡੀ ਫਾਈਲ ਰਿਫਿਊਜ਼ ਕਰਨ ਦੇ ਵੀ ਰੱਖਦਾ ਹੈਗਾ ਦਮ, ਬਿਕੋਜ਼ ਸਾਰੀਆਂ ਡਿਊਟੀਜ਼ ਐਜ਼ ਪਰ ਔਰ ਟਿਪੀਕਲੀ ਜਿਹੜੀਆਂ ਆਊਟਲਾਈਨਡ ਹੋ ਗਈਆਂ HRSDC ਵੈਬਸਾਈਟ ਤੇ, ਉਹ ਕੋਈ ਵੀ EMPLOYEE ਉਸ ਤਰ੍ਹਾਂ ਦੀ ਡਿਊਟੀਜ਼ ਨਹੀਂ ਕਰਦਾ। ਸੋ ਤੁਹਾਡੀਆਂ ਡਿਊਟੀਜ਼ ਰੀਅਲਿਸਟਿਕ ਹੋਣੀਆਂ ਚਾਹੀਦੀਆਂ। that is when we say ਕਿ you should have a consultant, a professional doing your applications। back home ਦਾ ਐਕਸਪੀਰੀਅੰਸ ਹੈਗਾ, ਤੁਸੀਂ ਸ਼ੋ ਕੀਤਾ ਸੀਗਾ, ਨਹੀਂ ਕੀਤਾ ਸੀਗਾ, ਸੈਲਰੀਜ਼ ਤੁਹਾਨੂੰ ਕੈਸ਼ ਦੇ ਵਿੱਚ ਮਿਲੀ ਹੋਈ ਹੈ। ਸੋ work with your consultant, with your lawyer, and he can typically suggest you and guide you ਕਿ ਇਹ ਐਪਲੀਕੇਸ਼ਨ ਕਿਸ ਤਰ੍ਹਾਂ ਪੁੱਟ ਅਪ ਹੋਣੀ ਚਾਹੀਦੀ ਹੈ। ਸੋ ਪ੍ਰੋਫੈਸ਼ਨਲ ਐਡਵਾਈਸ, ਪ੍ਰੋਫੈਸ਼ਨਲ ਸਰਵਿਸਿਜ਼ ਵਾਸਤੇ ਤੁਹਾਡੇ ਪੈਸੇ ਤਾਂ ਜ਼ਰੂਰ ਲੱਗਣਗੇ ਜਦੋਂ ਤੁਸੀਂ ਪ੍ਰੋਫੈਸ਼ਨਲ ਦੇ ਕੋਲ ਜਾਓਗੇ, ਬਟ he will take care of lot of things, he or she would take care of lot of things for you। ਸੋ ਪ੍ਰੋਫੈਸ਼ਨਲ ਐਡਵਾਈਸ, ਪ੍ਰੋਫੈਸ਼ਨਲ ਸਰਵਿਸਿਜ਼ ਵਾਸਤੇ, ਇਮੀਗ੍ਰੇਸ਼ਨ ਵਾਸਤੇ ਅਸੀਂ ਹਮੇਸ਼ਾ ਰਿਕਮੈਂਡ ਕਰਦੇ ਹਾਂ ਕਿ ਤੁਸੀਂ ICCA ਮੈਂਬਰ ਨੂੰ, ICCRC ਮੈਂਬਰ ਨੂੰ ਕੰਟੈਕਟ ਕਰੋ ਐਂਡ ਗੈਟ ਪ੍ਰੋਫੈਸ਼ਨਲ ਐਡਵਾਈਸ। ਬਿਲਕੁਲ ਜੀ ਸਰ, ਅਸੀਂ ਤਾਂ ਹੀ ਤੁਹਾਨੂੰ ਸਟੂਡੀਓ ਵਿੱਚ ਇਨਵਾਈਟ ਕਰਦੇ ਹਾਂ ਕਿਉਂਕਿ ਸਾਨੂੰ ਪਤਾ ਹੈ ਕਿ ਜਿਹੜੇ ਸਾਡੇ ਦਰਸ਼ਕ ਨੇ ਵੱਡੀ ਗਿਣਤੀ ਵਿੱਚ ਉਹ ਜਾਣਨਾ ਚਾਹੁੰਦੇ ਨੇ ਜੋ ਨਵੀਆਂ ਚੇਂਜਿਸ ਹੁੰਦੀਆਂ ਨੇ, ਨਵੀਆਂ ਅਪਡੇਸ਼ਨਸ ਆਉਂਦੀਆਂ ਨੇ। ਸੋ ਸਾਡੀ ਵੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਆਪਣੀ ਫੀਲਡ ਦੇ ਤਜਰਬੇਕਾਰ ਮਾਹਿਰ
ਮਾਹਿਰਾਂ ਨੂੰ ਅਸੀਂ ਇਸ ਸਟੂਡੀਓ ਵਿੱਚ ਇਨਵਾਈਟ ਕਰੀਏ ਤੇ ਉਹਨਾਂ ਦੀ ਜਾਣਕਾਰੀ ਜੋ ਹੈਗੀ ਉਹ ਦਰਸ਼ਕਾਂ ਤੱਕ ਸਾਂਝੀ ਕਰੀਏ। ਸਰ, ਸਟੂਡੈਂਟਸ ਦੀ ਗੱਲ ਕਰ ਰਹੇ ਹਾਂ ਤਾਂ ਮੈਂ ਇੱਕ ਜਿਹੜਾ ਨਵਾਂ ਪਾਇਲਟ ਪ੍ਰੋਜੈਕਟ ਆ ਉਹਦੇ ਬਾਰੇ ਫਿਰ ਗੱਲ ਕਰਾਂਗੇ। ਹੁਣ ਜਦ ਸਟੂਡੈਂਟਸ ਦਾ ਆਪਾਂ ਟੌਪਿਕ ਛੇੜ ਹੀ ਲਿਆ, ਸੁਣਨ ਵਿੱਚ ਆਇਆ ਕਿ ਜੀ ਜਿਹੜੀਆਂ ਯੂਨੀਵਰਸਿਟੀਜ਼ ਨੇ ਉਹ ਇਸ ਸਾਲ ਤੱਕ ਬੰਦ ਰਹਿਣਗੀਆਂ। ਸੋ ਇਸ ਵਾਰੀ ਜਿਹੜੇ ਸਟੂਡੈਂਟਸ, ਪਹਿਲਾਂ ਤਾਂ ਉਹਨਾਂ ਦੀ ਗੱਲ ਕਰਾਂਗੇ ਜਿਹੜੇ ਇੱਥੇ ਪਹੁੰਚੇ ਹੋਏ ਨੇ, ਕਿ ਉਹਨਾਂ ਨੂੰ ਹੁਣ ਪੂਰਾ ਟਾਈਮ ਆਨਲਾਈਨ ਸਟੱਡੀ ਹੀ ਜਿਹੜੀ ਆ ਉਹ ਕਰਨੀ ਪਏਗੀ, ਤੇ ਜੇ ਕਰਨੀ ਪਏਗੀ ਕਿ ਆਉਣ ਵਾਲੇ ਟਾਈਮ 'ਚ ਇਮੀਗ੍ਰੇਸ਼ਨ ਪ੍ਰੋਸੈਸ ਦੇ ਵਿੱਚ ਉਹਨਾਂ ਦੇ ਉੱਤੇ ਕੋਈ ਇਸ ਦਾ ਇਫੈਕਟ ਦੇਖਣ ਨੂੰ ਮਿਲੇਗਾ? Taran ji, September May session is almost online now. ਹੂੰ May session ਤਾਂ ਕਾਲਜ ਸਾਨੂੰ ਖੁੱਲਦੇ, ਯੂਨੀਵਰਸਿਟੀਜ਼ ਖੁੱਲਦੀਆਂ ਨਜ਼ਰ ਨਹੀਂ ਆ ਰਹੀਆਂ, ਹੂੰ ਐਂਡ ਐਕਸਪੈਕਟਡ ਹੈਗਾ ਕਿ ਸੈਪਟੈਂਬਰ ਤੱਕ ਲਾਕਡਾਊਨ ਇਸੇ ਤਰ੍ਹਾਂ ਕੰਟੀਨਿਊ ਕਰੇਗਾ। ਸੋ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਨੇ ਜਿਹੜੀਆਂ ਚੇਂਜਸ ਲੈ ਕੇ ਆਏ ਨੇ, ਉਹ ਲੈ ਕੇ ਆਏ ਨੇ ਕਿ ਦਸੰਬਰ 31 ਦਸੰਬਰ 2020 ਤੱਕ ਹੂੰ ਜਿਹੜੇ ਵੀ ਸਟੂਡੈਂਟਸ ਆਨਲਾਈਨ ਕੋਰਸਿਸ ਕਰਨਗੇ, ਵੈਸੇ ਆਨਲਾਈਨ ਕੋਰਸਿਸ ਦੇ ਕਰਨ ਤੋਂ ਬਾਅਦ ਤੁਹਾਨੂੰ ਕਦੀ ਵੀ ਵਰਕ ਪਰਮਿਟ ਨਹੀਂ ਮਿਲਦਾ ਸੀਗਾ, ਓਪਨ ਵਰਕ ਪਰਮਿਟ, ਬਟ ਦਿਸ ਇਜ਼ ਦਾ ਫਰਸਟ time in history of Canada, history of citizenship and immigration Canada, ਕਿ ਇਹ ਅਲਾਉ ਕਰ ਦਿੱਤਾ ਗਿਆ because looking into the current circumstances, ਜਿਹੜੇ ਵੀ ਬੱਚੇ ਇੱਕ ਸਮੈਸਟਰ, 2 ਸਮੈਸਟਰ ਜਾਂ ਤੀਜਾ ਸਮੈਸਟਰ ਵੀ ਆਨਲਾਈਨ ਜਾਏਗਾ, ਉਹ ਉਸੇ ਤਰ੍ਹਾਂ ਐਲੀਜੀਬਲ ਹੋਣਗੇ ਪੋਸਟ ਗ੍ਰੈਡ ਵਰਕ ਪਰਮਿਟ ਨੂੰ, ਉਹਨੂੰ ਕੋਈ ਵੀ ਇੰਪੈਕਟ ਨਹੀਂ ਰਹੇਗਾ ਉਹਨਾਂ ਦੇ ਪੋਸਟ ਗ੍ਰੈਡ ਵਰਕ ਪਰਮਿਟ, which is a very very welcome step। and ਹੁਣ ਬੱਚੇ ਆਰਾਮ ਦੇ ਨਾਲ ਆਪਣੀ ਪੜ੍ਹਾਈ ਦੇ ਉੱਤੇ ਕਨਸੈਂਟਰੇਟ ਕਰ ਸਕਣਗੇ ਬਿਕੋਜ਼ ਉਹਨਾਂ ਨੂੰ ਪਤਾ ਹੈ ਕਿ ਸਾਡੀ ਪੀਆਰ ਵਾਸਤੇ ਕੋਈ ਸਾਨੂੰ ਇਸ਼ੂਜ਼ ਨਹੀਂ ਆਣ ਜੀ। ਤੇ ਸਰ, ਸਟੂਡੈਂਟਸ ਦੀ ਗੱਲ ਕਰੀਏ ਤਾਂ ਇਸ ਵਕਤ ਜਿਵੇਂ ਤੁਸੀਂ ਦੱਸਿਆ ਕਿ 2020 ਦਸੰਬਰ ਤੱਕ ਤਾਂ ਆਨਲਾਈਨ ਸਟੱਡੀ ਹੋਏਗੀ। ਇਸ ਤੋਂ ਬਾਅਦ ਜਿਹੜੇ ਹੁਣ ਇਸ ਟਾਈਮ ਜਿਹੜੇ ਬਾਹਰ ਸਟੂਡੈਂਟਸ ਹੈਗੇ ਆ, ਆਊਟ ਆਫ ਕੈਨੇਡਾ ਇੰਟਰਨੈਸ਼ਨਲ ਸਟੂਡੈਂਟਸ ਦੀ ਗੱਲ ਕਰੀਏ, ਜਿਹੜੇ ਇੱਥੇ ਆਉਣ ਨੂੰ ਫਿਰ ਰਹੇ ਸੀ, ਜਿਨ੍ਹਾਂ ਦਾ ਹੁਣ ਬੈਚ ਸਟਾਰਟ ਹੋਣਾ ਸੀ, ਸੋ ਜੇ ਉਹ ਆਨਲਾਈਨ ਸਟੱਡੀ ਕਰਦੇ ਆ ਤਾਂ ਕੀ ਉਹਨਾਂ ਦੇ ਉੱਤੇ ਕੋਈ ਇੰਪੈਕਟ ਪਏਗਾ? ਜਿਵੇਂ ਤੁਸੀਂ ਲਾਸਟ ਟਾਈਮ ਇੱਕ ਵਾਰੀ ਗੱਲ ਕੀਤੀ ਸੀ ਕਿ ਉਹਨਾਂ ਦੇ ਵਰਕ ਪਰਮਿਟ ਤੇ ਇਸ ਦਾ ਜਿਹੜਾ ਇਫੈਕਟ ਦੇਖਣ ਨੂੰ ਮਿਲ ਸਕਦਾ। ਜੀ, ਉਦੋਂ ਇਹ ਅਪਡੇਟਸ ਨਹੀਂ ਆਈਆਂ ਸੀਗੀਆਂ, ਬਟ ਹੁਣ ਦਸੰਬਰ 2020 ਤੱਕ ਜੇ ਆਨਲਾਈਨ ਸਟੱਡੀ ਹੈਗੀ ਹੈ ਤਾਂ ਵੀ ਉਹ ਪੋਸਟ ਗ੍ਰੈਡ ਵਰਕ ਪਰਮਿਟ ਵਾਸਤੇ ਰੈਗੂਲਰ ਸਟੂਡੈਂਟ ਦੀ ਜਗ੍ਹਾ ਤਰ੍ਹਾਂ ਐਲੀਜੀਬਲ ਹੋਣਗੇ, ਸੋ ਵਿਚ ਇਜ਼ ਅ ਵੈਰੀ ਵੈਰੀ ਵੈਲਕਮ ਸਟੈਪ। ਜੀ। ਸਰ, ਜਿਹੜੇ ਸਟੂਡੈਂਟਸ ਨੇ ਕਈ ਇਹ ਵੀ ਕੁਐਸਚਨ ਪੁੱਟ ਕਰ ਰਹੇ ਸੀ ਹੁਣ ਜੈਨ ਇਨਟੇਕ ਦੇ ਲਈ, ਜਿਨ੍ਹਾਂ ਨੇ ਅੱਗੇ ਇਨਵੀਟੇਸ਼ਨ ਜਿਨ੍ਹਾਂ ਨੂੰ ਆਏ ਹੋਏ ਆ, ਕੀ ਉਹ ਹੁਣ ਆਪਣੀਆਂ ਫੀਸ ਜਿਹੜੀਆਂ ਨੇ ਉਹ ਸਬਮਿਟ ਕਰਵਾ ਸਕਦੇ ਆ ਜਾਂ ਉਹਨਾਂ ਨੂੰ ਵੇਟ ਕਰਨਾ ਚਾਹੀਦਾ ਹੈ ਕਿ ਆਨਲਾਈਨ ਜਿਹੜੀਆਂ ਸਟੱਡੀਜ਼ ਨੇ ਕਦੋਂ ਇਹ ਖਤਮ ਹੋਣਗੀਆਂ ਤੇ ਨੈਕਸਟ ਬੈਚ ਉਸ ਤੋਂ ਬਾਅਦ ਹੀ ਉਹ ਉਸ ਦੇ ਲਈ ਅਪਲਾਈ ਕਰਨ? ਤਰਨ ਜੀ, ਉਹ ਆਪਣੀ ਜਿਹੜੀ ਰੈਗੂਲਰ ਪ੍ਰੋਸੈਸ ਹੈਗਾ ਸਟੂਡੈਂਟ ਐਡਮਿਸ਼ਨ ਦਾ, ਕਾਲਜ ਦਾ, ਯੂਨੀਵਰਸਿਟੀਜ਼ ਦਾ, ਬਿਕੋਜ਼ ਐਡਮਿਨਿਸਟ੍ਰੇਟਿਵ ਡਿਪਾਰਟਮੈਂਟ ਸਾਰੇ ਲਾਕਡਾਊਨ 'ਚ ਖੁੱਲ ਚੁੱਕੇ ਨੇ, ਬਿਕੋਜ਼ ਉਹ ਹੁਣ ਜਿਹੜੇ ਬਿਜ਼ਨੈਸਿਸ ਖੁੱਲ ਚੁੱਕੇ ਨੇ ਉਹਨਾਂ ਦੇ ਵਿੱਚ ਐਡਮਿਨਿਸਟ੍ਰੇਟਿਵ ਡਿਪਾਰਟਮੈਂਟ ਹਰ ਯੂਨੀਵਰਸਿਟੀ ਕਾਲਜ ਦਾ ਹੁਣ ਕੰਮ ਕਰ ਰਿਹਾ। ਸੋ ਜੇ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਐਜ਼ ਅ ਸਟੂਡੈਂਟ ਆਉਣਾ ਚਾਹੁੰਦੇ ਹੋ, ਤੁਹਾਡੇ ਕੋਲ ਆਫਰ ਲੈਟਰ ਹੈਗੀ ਹੈ, ਵੀ ਵੁੱਡ ਰਿਕਮੈਂਡ ਗੋ ਹੈਡ ਵਿਦ ਯੋਰ ਸਬਮਿਸ਼ਨਸ ਆਫ ਯੋਰ ਫੀਸ, ਤਾਂ ਕਿ ਤੁਹਾਨੂੰ ਐਕਸੈਪਟੈਂਸ ਲੈਟਰ ਆ ਸਕੇ ਐਂਡ ਤੁਸੀਂ ਆਪਣੀ ਸਟੱਡੀ ਪਰਮਿਟ ਦੀ ਐਪਲੀਕੇਸ਼ਨਸ ਅੱਗੇ ਇਵੈਂਚੁਅਲੀ ਲਗਾ ਸਕੋ। ਜੀ ਬਿਲਕੁਲ। ਸਰ, ਗੱਲ ਕਰੀਏ ਹੁਣ ਇਸ ਟਾਈਮ ਕਈ ਸਟੂਡੈਂਟਸ ਇਹੋ ਜਿਹੇ ਨੇ ਜਿਹੜੇ ਕਿ ਵਰਕ ਪਰਮਿਟ ਲਈ ਜਿਨ੍ਹਾਂ ਨੇ ਅਪਲਾਈ ਕਰਨਾ ਸੀ ਤੇ ਇਸ ਵਕਤ ਬਾਰਡਰ ਖੁੱਲ੍ਹਣ ਦੀ ਵੇਟ ਕਰ ਰਹੇ ਸੀ। ਕਈ ਇਹ ਵੀ ਕਹਿ ਰਹੇ ਨੇ ਕਿ ਜੇਕਰ ਉਹ ਆਨਲਾਈਨ ਅਪਲਾਈ ਕਰ ਦਿੰਦੇ ਨੇ ਤੇ ਉਸ ਤੋਂ ਬਾਅਦ ਜੇਕਰ ਬਾਰਡਰ ਓਪਨ ਹੋ ਜਾਂਦਾ, ਕੀ ਉਹ ਉੱਥੇ ਜਾ ਕੇ ਦੁਬਾਰਾ ਜਿਹੜਾ ਅਪਲਾਈ ਕਰ ਸਕਦੇ ਨੇ? ਜਦੋਂ ਉਹਨਾਂ ਦੀ ਐਪਲੀਕੇਸ਼ਨ ਪ੍ਰੋਸੈਸਿੰਗ ਦੇ ਵਿੱਚ ਚਲੀ ਗਈ ਤਰਨ, ਬਿਕੋਜ਼ ਹਲੇ ਐਕਸਪੈਕਟਡ ਨਹੀਂ ਹੈਗਾ ਕਿ 1-on-1 ਕੰਟੈਕਟ ਬਾਰਡਰ ਤੇ ਵੀ ਸ਼ੁਰੂ ਹੋਏਗਾ। ਸੋ ਅਸੀਂ ਸਟਰੋਂਗਲੀ ਰਿਕਮੈਂਡ ਕਰਾਂਗੇ ਕਿ ਜੇ ਐਪਲੀਕੇਸ਼ਨ ਤੁਸੀਂ ਆਨਲਾਈਨ ਜਾਂ ਪੇਪਰ ਐਪਲੀਕੇਸ਼ਨ ਪੁੱਟ ਅਪ ਕਰੋ ਤੇ ਦੈਟ ਇਜ਼ ਮਚ ਬੈਟਰ ਫॉर ਯੂ ਐਟ ਦਿਸ ਮੋਮੈਂਟ। ਇਸ ਤਰ੍ਹਾਂ ਨਾ ਹੋਵੇ ਕਿ ਤੁਸੀਂ ਬਾਰਡਰ ਓਪਨ ਦੀ ਵੇਟ ਕਰਦੇ ਰਹੋ, ਬਾਰਡਰ ਓਪਨ ਹੋ ਵੀ ਜਾਵੇ ਤੇ ਉੱਥੇ 1-on-1 ਮੀਟਿੰਗਸ ਅਲਾਉ ਨਾ ਹੋਣ। ਸੋ ਤੇ ਅਸੀਂ ਰਿਕਮੈਂਡ ਕਰਾਂਗੇ ਗੋ ਹੈਡ ਵਿਦ ਯੋਰ ਆਨਲਾਈਨ ਔਰ ਪੇਪਰ ਐਪਲੀਕੇਸ਼ਨਸ ਐਂਡ ਪ੍ਰੋਫੈਸ਼ਨਲੀ ਐਪਲੀਕੇਸ਼ਨ ਪੁੱਟ ਅਪ ਕਰਿਆ ਜੇ। ਕਿਤੇ ਇੱਕ ਗਲਤੀ ਵੀ ਬਲੌਗਸ ਦੇਖ ਕੇ ਐਪਲੀਕੇਸ਼ਨ ਨਾ ਪੁੱਟ ਅਪ ਕਰਿਆ ਜੇ। ਜੇ ਤੁਸੀਂ ਪ੍ਰੋਫੈਸ਼ਨਲੀ ਕਰ ਸਕਦੇ ਹੋ, ਤੁਹਾਨੂੰ ਪਤਾ ਆ ਕਿ ਯੂ ਹੈਵ ਦਾ ਕੈਪੇਬਿਲਿਟੀ ਟੂ ਡੂ ਦੈਟ, ਐਬਸੋਲੂਟਲੀ ਗੋ ਹੈਡ। ਅਦਰਵਾਈਜ਼ ਸੀਕ ਹੈਲਪ ਆਫ ਅ ਕੰਸਲਟੈਂਟ, ਬਿਕੋਜ਼ ਜੇ ਕੱਲ ਨੂੰ ਤੁਹਾਨੂੰ 3 ਮਹੀਨਿਆਂ ਬਾਅਦ ਪਤਾ ਚੱਲੇ ਕਿ ਤੁਹਾਡੀ ਐਪਲੀਕੇਸ਼ਨ ਦੇ ਵਿੱਚ ਆਹ ਕਮੀ ਸੀਗੀ ਜਿਹਦੇ ਕਰਕੇ ਐਪਲੀਕੇਸ਼ਨ ਤੁਹਾਡੀ ਵਾਪਸ ਆ ਗਈ ਹੈ, ਤੇ ਯੂ ਹੈਵ ਲੋਸਟ ਆਲ ਦਾ ਟਾਈਮ। So why save a few $100 and compromise on things? ਉਸ ਤੋਂ ਚੰਗਾ get a consultant or a lawyer to do it for you. ਬਿਲਕੁਲ। ਸਰ, ਜਿਨ੍ਹਾਂ ਦੀ ਇੱਕ ਤਾਂ ਹੋ ਗਿਆ ਜਿਹੜੇ ਇਸ ਵਕਤ ਪੋਸਟ ਗ੍ਰੈਡ ਵਰਕ ਪਰਮਿਟ ਦੇ ਉੱਤੇ ਕੰਮ ਕਰ ਰਹੇ ਨੇ ਸਟੂਡੈਂਟਸ, ਕਈਆਂ ਨੂੰ ਤਾਂ ਲੇ ਆਫ ਹੋ ਗਈ ਹੈ, ਤਾਂ ਉਹ ਜਦੋਂ ਸਿਚੁਏਸ਼ਨ ਠੀਕ ਹੋਏਗੀ ਉਹ ਬੈਕ ਆਪਣੇ ਵਰਕ ਉਹਨਾਂ ਨੂੰ ਐਮਪਲੋਇਰਸ ਨੂੰ ਜੁਆਇਨ ਕਰ ਸਕਦੇ ਆ। ਬਟ ਜਿਨ੍ਹਾਂ ਦੀ ਜੌਬ ਜਾ ਚੁੱਕੀ ਹੈ, ਤੁਸੀਂ ਲਾਸਟ ਟਾਈਮ ਵੀ ਗੱਲ ਕੀਤੀ ਸੀ ਕਿ 10 ਦਿਨ ਦੇ ਵਿੱਚ ਉਹ ਦੁਬਾਰਾ ਜਿਹੜਾ ਅਪਲਾਈ ਕਰਕੇ ਦੁਬਾਰਾ ਤੋਂ ਜੌਬ ਸਟਾਰਟ ਕਰ ਸਕਦੇ ਨੇ। ਇੰਨੀ ਛੇਤੀ ਪ੍ਰੋਸੈਸ ਕਿਵੇਂ ਸੰਭਵ ਹੋ ਸਕਦਾ ਹੈ? ਕਿਉਂਕਿ ਇਸ ਵਕਤ ਅਸੀਂ ਦੇਖ ਰਹੇ ਹਾਂ ਕਈਆਂ ਦੀਆਂ ਫਾਈਲਸ ਤੇ 2-2 3-3 ਮਹੀਨੇ ਹੋ ਚੁੱਕੇ ਆ ਕਿ ਰਿਪਲਾਈਸ ਨਹੀਂ ਆ ਰਹੇ ਹੈਗੇ। ਤਰਨ, ਇਹ ਜਿਹੜੀ ਚੀਜ਼ ਹੈਗੀ ਹੈ ਬੇਸਿਕਲੀ ਉਹਨਾਂ ਵਾਸਤੇ ਹੈਗੀ ਹੈ ਜਿਹੜੇ ਫੋਰਨ ਵਰਕਰਸ ਇਸ ਟਾਈਮ ਕੈਨੇਡਾ ਦੇ ਵਿੱਚ ਕੰਮ ਕਰ ਰਹੇ ਨੇ, ਐਂਡ ਕਿਸੇ EMPLOYER ਦੇ ਨਾਲ, ਸਪੋਜ਼ ਇਹ EMPLOYER ਦੇ ਨਾਲ ਉਹ ਕੰਮ ਕਰ ਰਹੇ ਸੀਗੇ, ਅਨਫੋਰਚੂਨੇਟਲੀ ਔਰ ਇਹ EMPLOYER ਦੀ ਜੌਬ ਉਹਨਾਂ ਦੀ ਚਲੀ ਗਈ ਐਂਡ ਲੇ ਆਫ ਹੋ ਗਈ ਹੈਗੀ ਹੈ,
and but there is a B employer who is ready to hire them and ਜਿਹਦੇ ਕੋਲ LMI approved ਹੈਗਾ। ਸੋ ਜੇ LMI approved ਹੈਗਾ ਆ ਤੇ ਉਹਨਾਂ ਦਾ work permit ਜਿਹੜਾ ਅੱਗੇ 10-10 ਹਫ਼ਤੇ ਲੱਗਦੇ ਸੀਗੇ, it has to be done in a professional way ਤੇ right away within 10 days ਉਹਨਾਂ ਨੂੰ ਆਪਣਾ work permit ਨਵਾਂ ਮਿਲ ਸਕਦਾ ਹੈ। in the meantime they can work with a new B employer as well। ਸੋ ਆਹ ਡਿਵੈਲਪਮੈਂਟਸ ਹੈਗੀਆਂ, ਬਟ ਇਹ ਟੈਕਨੀਕਲੀ ਇੰਟਰਨੈਸ਼ਨਲ ਸਟੂਡੈਂਟਸ ਨੂੰ ਇਫੈਕਟ ਨਹੀਂ ਕਰੇਗਾ। ਆਹ ਵਾਲਾ ਜਿਹੜਾ ਚੇਂਜਸ ਇਸ਼ੂ ਕੀਤੇ ਗਏ ਨੇ, ਅਨਾਉਂਸ ਕੀਤੇ ਗਏ ਨੇ, ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਉਹਨਾਂ ਨੂੰ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਜਾਣ ਵਾਸਤੇ 1 ਸਾਲ ਦਾ ਟਾਈਮ ਪੂਰਾ ਕਰਨਾ ਜ਼ਰੂਰੀ ਹੈਗਾ। ਜਦੋਂ ਉਹ ਟਾਈਮ ਪੂਰਾ ਹੋਏਗਾ ਫਿਰ ਹੀ ਉਹ ਆਪਣੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਐਪਲੀਕੇਸ਼ਨ ਲਗਾ ਸਕਣਗੇ। ਸਪੋਜ਼ ਜੇ ਉਹਨਾਂ ਨੇ 8 ਮਹੀਨੇ ਕੰਮ ਕੀਤਾ ਆ ਤੇ ਅੱਗੇ 2 ਮਹੀਨੇ ਦੀ ਉਹਨਾਂ ਨੂੰ ਲੇ ਆਫ ਹੋ ਗਈ ਐਂਡ ਉਹ ਬੈਨੀਫਿਟਸ ਵੀ ਲੈਣੇ ਸ਼ੁਰੂ ਕਰ ਦਿੱਤੇ ਨੇ, ਤਾਂ ਜਦੋਂ ਬੈਨੀਫਿਟਸ ਬੰਦ ਕਰਨਗੇ ਜੌਬ ਤੇ ਵਾਪਸ ਰਿਕਾਲ ਹੋਣਗੇ ਜਾਂ ਨਵੀਂ ਜੌਬ ਮਿਲੇਗੀ, ਉਦੋਂ 4 ਮਹੀਨੇ ਹੋਰ ਕੰਪਲੀਟ ਕਰਨ ਤੋਂ ਬਾਅਦ ਉਹ 8+4 12 ਮਹੀਨੇ ਤੋਂ ਬਾਅਦ ਉਹਨਾਂ ਦੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਐਪਲੀਕੇਸ਼ਨ ਲੱਗ ਸਕੇ। ਸਰ, ਜਿਹੜੇ ਇਸ ਵਕਤ ਤੁਸੀਂ ਗੱਲ ਕੀਤੀ ਆ ਫੋਰਨ ਵਰਕਰਸ ਜਿਹੜੇ ਇਸ ਵੇਲੇ ਐਸੈਂਸ਼ੀਅਲ ਵਰਕਰਸ ਦੀ ਕੈਟਾਗਰੀ ਦੇ ਵਿੱਚ ਆਉਂਦੇ ਨੇ, ਕਿ ਉਹਨਾਂ ਦੇ ਇਸ ਵਕਤ ਅਸੀਂ ਦੇਖ ਰਹੇ ਹਾਂ ਕਿ ਆਰਟਸ ਵੀ ਜ਼ਿਆਦਾ ਲੱਗ ਰਹੇ ਨੇ, ਕਿ ਉਹਨਾਂ ਦੇ ਐਕਸਪੀਰੀਅੰਸ ਦੇ ਉੱਤੇ ਇਸ ਦਾ ਕੋਈ ਅਸਰ ਪਏਗਾ? ਕੱਲ੍ਹ ਨੂੰ ਥੋੜ੍ਹਾ ਜਲਦੀ ਟਾਈਮ ਪੀਰੀਅਡ ਦੇ ਲਈ ਕਵਰ ਕਰ ਸਕਦੇ ਨੇ ਉਹ, ਕਿ ਜਿਵੇਂ ਇੰਨੇ ਘੰਟੇ ਤੁਹਾਡੇ ਕੰਮ ਕਰਨਾ ਜ਼ਰੂਰੀ ਹੁੰਦਾ ਹੈ ਇੰਨੇ ਆਰਟਸ ਤੱਕ, ਸੋ ਕੀ ਉਹ ਥੋੜ੍ਹਾ ਜਲਦੀ ਆਪਣੀ ਫਾਈਲਿੰਗ ਕਰ ਸਕਦੇ ਨੇ ਜਿਹੜੇ ਐਸੈਂਸ਼ੀਅਲ ਵਰਕਰਸ ਹੋਣਗੇ? ਨਹੀਂ ਤਰਨ, ਓਕੇ, 2 ਰਿਕੁਆਇਰਮੈਂਟਸ ਹੁੰਦੀਆਂ, ਇੱਕ ਤੇ ਘੰਟਿਆਂ ਦੀ ਰਿਕੁਆਇਰਮੈਂਟਸ ਹੁੰਦੀ, ਇੱਕ ਟਾਈਮ 1 ਸਾਲ ਦੀ ਰਿਕੁਆਇਰਮੈਂਟ ਹੁੰਦੀ ਹੈ। ਸੋ ਜੇ 1560 ਘੰਟੇ ਬੇਸਿਕਲੀ ਤੁਹਾਨੂੰ ਚਾਹੀਦੇ ਨੇ 1 ਸਾਲ ਕੰਪਲੀਟ ਕਰਨ ਵਾਸਤੇ, ਪਲੱਸ ਨਾਲ ਦੀ ਨਾਲ 1 ਈਅਰ ਟਾਈਮ ਪੀਰੀਅਡ ਵੀ ਤੁਹਾਡਾ 12 ਮਹੀਨਿਆਂ ਦਾ ਕੰਪਲੀਟ ਹੋਣਾ ਚਾਹੀਦਾ ਹੈ, ਤਾਂ ਹੀ ਤੁਹਾਡੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੀ ਐਪਲੀਕੇਸ਼ਨ। ਇਹ ਨਹੀਂ ਕਿ ਤੁਸੀਂ 1560 ਘੰਟੇ 8 ਮਹੀਨਿਆਂ ਦੇ ਵਿੱਚ ਕਰਤੇ ਤੇ ਤੁਸੀਂ ਸਾਲ ਦਾ ਤੁਹਾਡਾ ਐਕਸਪੀਰੀਅੰਸ ਹੋ ਗਿਆ। ਨੋ, ਇਟ ਡਸਨਟ ਵਰਕ ਦੈਟ ਵੇ। ਸੋ 15 ਅੱਜ ਦੀ ਤਰੀਕ ਤੱਕ 1560 ਪਲੱਸ 1 ਸਾਲ। ਸੋ ਕੱਲ ਨੂੰ ਆ ਚੇਂਜਸ ਆ ਜਾਂਦੇ, ਉਹ ਕੱਲ ਨੂੰ ਡਿਸਕਸ ਕਰਾਂਗੇ, ਬਟ ਐਜ਼ ਆਫ ਟੁਡੇ ਇਟ ਇਜ਼ ਲਾਈਕ ਦੈਟ ਕਿ 1 ਸਾਲ ਪਲੱਸ 1560 ਘੰਟੇ ਐਂਡ ਦੈਨ ਤੁਹਾਡੀ ਐਪਲੀਕੇਸ਼ਨ 1 ਸਾਲ ਵਾਸਤੇ ਕੰਸੀਡਰ ਹੋ ਸਕਦੀ ਹੈ ਸੀਸੀ ਦੇ ਵਿੱਚ ਜਾ ਸਕਦੀ ਹੈ। ਸਰ, ਐਕਸਪ੍ਰੈਸ ਐਂਟਰੀ ਦਾ ਜਿਹੜਾ ਇਸ ਵਕਤ ਡਰਾ ਗਿਆ 447 ਤੇ ਗਿਆ, ਤੇ ਬਹੁਤ ਸਾਰੇ ਇਸ ਵਕਤ ਜਿਹੜੇ ਸਾਡੇ ਸਟੂਡੈਂਟਸ ਨੇ ਜਾਂ ਜਿਨ੍ਹਾਂ ਨੇ ਆਪਣਾ ਵਰਕ ਐਕਸਪੀਰੀਅੰਸ ਪੂਰਾ ਕਰ ਲਿਆ, ਇਸ ਵਕਤ ਆਇਲਸ ਦੇ ਲਈ ਇਸ ਵਕਤ ਬੈਠੇ ਨੇ ਕਿ ਆਪਣਾ ਪ੍ਰੋਸੈਸ ਨਹੀਂ ਲਗਾ ਪਾ ਰਹੇ। ਕੋਈ ਅਪਡੇਸ਼ਨ ਹੋਵੇ, ਕੋਈ ਇਨਫੋਰਮੇਸ਼ਨ ਹੋਵੇ ਕਿ ਆਇਲਸ ਦੀ ਕਦੋਂ ਤੋਂ ਜਿਹੜੀਆਂ ਨੇ ਦੁਬਾਰਾ ਡੇਟਸ ਓਪਨ ਹੋ ਸਕਦੀਆਂ ਨੇ ਟੈਸਟ ਲਈ? ਤਰਨਜੀਤ, ਸੈਲਪੇਪ ਐਂਡ ਆਇਲਟਸ ਦੀਆਂ ਜਿਹੜੀਆਂ ਡੇਟਸ ਪ੍ਰੋਬੇਬਲੀ ਆਉਣਗੀਆਂ ਜੁਲਾਈ ਔਨਵਰਡਸ ਹੀ ਨਜ਼ਰ ਆਉਣਗੀਆਂ, ਬਿਕੋਜ਼ ਜੂਨ ਦੇ ਵਿੱਚ ਐਕਸਪੈਕਟਡ ਹੈਗਾ ਹੈ ਕਿ ਖੁੱਲਣਗੀਆਂ, ਬਟ ਕਿੰਨੇ ਸੈਂਟਰਸ ਖੁੱਲਣਗੇ ਐਂਡ ਉੱਥੇ ਸੋਸ਼ਲ ਡਿਸਟੈਂਸਿੰਗ ਕਿਸ ਤਰ੍ਹਾਂ ਮੇਨਟੇਨ ਕੀਤੀ ਜਾਂਦੀ ਹੈ, ਉਹ ਟਾਈਮ ਵਿਲ ਟੈਲ। ਬਟ ਕਿਹਾ ਇਹੀ ਜਾ ਰਿਹਾ ਕਿ ਹੋਰ ਜ਼ਿਆਦਾ ਤੋਂ ਜ਼ਿਆਦਾ ਸੈਂਟਰਸ ਖੋਲੇ ਜਾਣਗੇ ਤਾਂ ਕਿ ਜਿੰਨੇ ਵੀ ਐਪਲੀਕੈਂਟਸ ਹੈਗੇ ਨੇ ਉਹ ਸੈਲਪੇਪ ਜਾਂ ਆਇਲਟਸ ਜੋ ਵੀ ਦੇਣਾ ਚਾਹਣ ਉਹ ਆਪਣਾ ਦੇ ਸਕਣ ਤਾਂ ਕਿ ਉਹਨਾਂ ਦੀ ਫਾਈਲ ਲੱਗ ਸਕਣ। ਇਸੇ ਤਰ੍ਹਾਂ ਬਾਹਰ ਆਊਟਸਾਈਡ ਕੈਨੇਡਾ ਐਜ਼ ਵੈਲ ਆਇਲਟਸ ਤੇ ਸੈਲਪੇਪ ਦੇ ਸੈਂਟਰਸ ਹੋਰ ਵਧਾਉਣ ਦੀ ਗੱਲ ਕੀਤੀ ਜਾ ਰਹੀ ਹੈਗੀ, ਬਟ ਓਨਲੀ ਟਾਈਮ ਵਿਲ ਟੈਲ ਹੈ ਕਿਸ ਤਰ੍ਹਾਂ ਖੁੱਲਣਗੇ। ਬਟ ਐਜ਼ ਆਫ ਟੁਡੇ ਜਿਸ ਤਰ੍ਹਾਂ ਹੀ ਸੈਂਟਰ ਖੁੱਲਦੇ ਨੇ, ਅਸੀਂ ਸਾਰੇ ਸਟੂਡੈਂਟ ਨੂੰ ਜਾਂ ਜਿਹੜੇ ਇੰਟਰਨੈਸ਼ਨਲ ਫੋਰਨ ਵਰਕਰਸ ਇਸ ਟਾਈਮ ਕੈਨੇਡਾ ਦੇ ਵਿੱਚ ਹੈਗੇ ਨੇ ਜਾਂ ਇੰਟਰਾ ਕੰਪਨੀ ਟ੍ਰਾਂਸਫਰੀਜ਼ ਕੈਨੇਡਾ ਦੇ ਵਿੱਚ ਹੈਗੇ ਨੇ, ਅਸੀਂ ਉਹਨਾਂ ਨੂੰ ਕਵਾਂਗੇ ਗੈਟ ਰੈਡੀ ਐਂਡ ਰਾਈਟ ਯੋਰ ਆਇਲਟਸ ਔਰ ਸੈਲਪੇਪ ਰਾਈਟ ਅਵੇ, ਤਾਂ ਕਿ ਤੁਸੀਂ ਵੀ ਜਿਹੜਾ ਸੀਸੀ ਦਾ ਸਕੋਰ ਥੱਲੇ ਆਇਆ ਹੋਇਆ ਉਹਦਾ ਬੈਨੀਫਿਟ ਚੱਕ ਸਕੋ। ਬਿਲਕੁਲ। ਸਰ, ਹੁਣ ਥੋੜਾ ਜਿਹਾ ਗੱਲ ਕਰ ਲਈਏ ਪਾਇਲਟ ਪ੍ਰੋਜੈਕਟ ਦੀ, ਜਿਹੜਾ ਨਵਾਂ ਇਸ ਵਕਤ ਸੁਰਖੀਆਂ ਵਿੱਚ ਆਇਆ ਹੋਇਆ, ਇਹਦੇ ਬਾਰੇ ਗੱਲਬਾਤ ਕਰਾਂਗੇ, ਜਾਣਕਾਰੀ ਲਵਾਂਗੇ ਤੁਹਾਡੇ ਤੋਂ। ਇੱਕ ਦਰਸ਼ਕ ਪਹਿਲਾਂ ਜੁੜ ਚੁੱਕੇ ਨੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ। ਮੇਰਾ ਨਾਮ ਤਰਨਜੀਤ ਹੈ। ਮੈਂ ਦੱਤਾ ਸਾਹਿਬ ਨੂੰ ਇੱਕ ਕੁਐਸਚਨ ਪੁੱਛਣਾ ਸੀ ਮੇਰੀ ਸਿਸਟਰ ਬਾਰੇ ਜੀ। ਤੇ ਮੇਰੇ ਜਿਹੜੇ ਬ੍ਰਦਰ ਇਨ ਲਾ ਨੇ ਉਹ ਵਰਕ ਪਰਮਿਟ ਤੇ ਆਏ ਹੋਏ ਨੇ, ਤੇ ਮੇਰੀ ਭੈਣ ਦਾ ਓਪਨ ਵਰਕ ਪਰਮਿਟ ਮਤਲਬ ਮਿਲ ਗਿਆ ਸੀ ਉਹਨੂੰ, ਉਹ ਇੰਡੀਆ ਦੇ ਵਿੱਚ ਨਹੀਂ ਰਾਈਟ ਨਾਓ। ਤੇ ਮੈਂ ਕਿਸੇ ਤੋਂ ਅੱਜ ਰੀਸੈਂਟਲੀ ਸੁਣਿਆ ਵੀ ਜਿਹੜੇ ਵਰਕ ਪਰਮਿਟ ਵਾਲੇ ਵੀ ਆ ਰਹੇ ਨੇ, ਕੋਈ ਉਹਨਾਂ ਦੇ ਚਾਂਸ ਹੈਗਾ ਵੀ ਜਿਹੜੇ ਨਵੇਂ ਓਪਨ ਵਰਕ ਪਰਮਿਟ ਵਾਲੇ ਨੇ ਕੋਈ ਆਉਣ ਦਾ ਉਹਨਾਂ ਦਾ, ਕਿਉਂਕਿ ਉਹਨੇ ਵਿਨੀਪੈਗ ਦੇ ਵਿੱਚ ਆਉਣਾ 1 ਸਾਲ ਕੰਮ ਕਰਨਾ ਆ। ਜੀ ਮੈਮ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਵੈਸੇ ਤੁਸੀਂ ਉਸ ਟਾਈਮ ਗੱਲਬਾਤ ਕਰੋ ਜਦੋਂ ਫਲਾਈਟਸ ਦੇ ਬਾਰੇ ਵਿੱਚ ਜਾਣਕਾਰੀ ਹੋਵੇ। ਜੀ ਮਨੂ ਜੀ, ਕੋਈ ਚਾਂਸਸ ਹੈਗੇ ਇਸ ਵਕਤ, ਜੇ ਤੁਹਾਡੇ ਕੋਲ ਕੋਈ ਨੌਲੇਜ ਹੋਵੇ, ਕਿ ਵਰਕ ਪਰਮਿਟ ਵਾਲੇ ਆ ਸਕਦੇ ਹੋਣ? ਤਰਨ ਜੀ, 에ਅਰਲਾਈਨ ਇੱਕ ਇੰਡਸਟਰੀ ਮਿੰਟ ਦਾ ਸਰ, ਜਿਹੜਾ ਪਲੀਜ਼ ਕੁਐਸਚਨ ਤੁਸੀਂ ਹੈਗਾ, ਔਨ ਹੋਲਡ ਰਹੇ ਹੋ। ਜੀ ਮਨੂ ਜੀ। 에ਅਰਲਾਈਨ ਇੰਡਸਟਰੀ ਰਿਲੇਟਡ ਕੁਐਸਚਨ ਹੈਗਾ, ਬਿਕੋਜ਼ ਜੇ ਉਹ ਉਹਨਾਂ ਦਾ ਵੀਜ਼ਾ 18 ਮਾਰਚ ਪ੍ਰੋਬਬਲੀ ਤੋਂ ਪਹਿਲਾਂ ਲੱਗਾ ਹੋਇਆ ਤੇ ਸ਼ੀ ਟੈਕਨੀਕਲੀ ਇਜ਼ ਐਲੀਜੀਬਲ ਟੂ ਟਰੈਵਲ ਟੂ ਕੈਨੇਡਾ, ਬਟ 에ਅਰਲਾਈਨਸ ਜੇ ਸੀਟ ਮਿਲਦੀ ਹੈ ਪਲੇਨ ਦੇ ਵਿੱਚ ਤਾਂ ਹੀ ਉਹਨਾਂ ਦੀ ਵੀਜ਼ਾ ਵਰਕ ਹੋ। ਬਿਲਕੁਲ ਜੀ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ जी मैडम, सत श्री अकाल जी। हेलो जी, मैंने एक क्वेश्चन प्लीज पुट अप करना जी। जी, मैं पूछना चाह रहा हूँ कि अभी आज के टाइम में जो LMIA अप्रूवल के लिए ऑफिस की एडमिनिस्ट्रेशन के लिए कितना टाइम जो है वो लग रहा है? नॉर्मली मैं इंटरव्यूज में सुनता भी हूँ कि जो टाइम है वो किसी ने अगर आज LMIA अप्लाई किया तो उसके काफी जो है वो
रिप्लाई नहीं आता, 2-2 3-3 महीने नहीं आते, तो नॉर्मली LMI के लिए कितना टाइम जो है वो आजकल लग रहा ਸਰ ਤੁਸੀਂ ਬੋਲ ਕਿੱਥੋਂ ਰਹੇ ਹੋ? है? जी मैं हैमिल्टन से बात कर रहा हूँ जी। ਹੈਮਿਲਟਨ ਤੋਂ। ਸਰ ਆਪਾਂ ਇਹਨਾਂ ਨੂੰ ਕੁਝ ਪੁੱਛ ਰਹੇ ਹਾਂ, ਟੀਵੀ ਸਕਰੀਨ ਤੇ ਆਨਸਰ ਦਈਏ। ਆਫਿਸ ਐਡਮਿਨ ਦੀ ਗੱਲ ਕਰ ਰਹੇ ਨੇ ਕਿ LMI ਅਪਰੂਵਲ ਕਦੋਂ ਤੱਕ ਆ ਜਾਂਦੀ? ਜੀ ਬਿਲਕੁਲ, ਲੈਟ ਹਿਮ ਲਿਸਨ ਟੂ ਸਰ ਦ ਤੁਸੀਂ ਆਨਸਰ ਆਨਲਾਈਨ। ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਆਪਾਂ ਸਾਰੀਆਂ ਕੁਆਰੀਜ਼ ਲੈ ਲਈਏ ਸਰ, ਫਿਰ ਆਪਾਂ ਨਾਲ ਹੀ ਰਿਪਲਾਈ ਕਰਨਾ ਸ਼ੁਰੂ ਕਰਦੇ ਹਾਂ। ਹੈਲੋ ਹੈਲੋ ਮੇਰਾ ਨਾਮ ਹਰਜੋਤ ਸਿੰਘ ਹੈ ਜੀ। ਹਰਜੋਤ ਜੀ। ਹਾਂਜੀ, ਮੇਰਾ ਕੁਐਸਚਨ ਇਹ ਹੈ ਕਿ ਮੈਂ ਲਾਸਟ ਈਅਰ ਜੁਲਾਈ ਦੇ ਵਿੱਚ 2019 ਦੇ ਵਿੱਚ ਐਜ਼ ਅ ਵਿਜ਼ਟਰ ਆਇਆ ਸੀਗਾ ਤੇ ਮੈਂ ਆਲਰੇਡੀ ਐਸਟਨ ਐਕਸਟੈਂਸ਼ਨ ਤੇ ਹਾਂ ਜੀ। ਤੇ ਮੈਂ LMIA ਵੀ ਅਪਲਾਈ ਕੀਤੀ ਹੋਈ ਹੈ ਜਿਹੜੀ ਕਿ ਆਲਮੋਸਟ 2 ਮਹੀਨੇ ਦੇ ਵਿੱਚ ਆ ਜਾਣੀ ਹੈ। ਸੋ ਮੈਨੂੰ ਵਿਜ਼ਟਰ ਅਪਲਾਈ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ, ਕਿਉਂਕਿ ਮੇਰੀ ਜਿਹੜੀ ਵਿਜ਼ਟਰ ਐਕਸਟੈਂਸ਼ਨ ਆ ਉਹ 21 ਜੁਲਾਈ ਤੱਕ ਆ, ਸਾਡੀ ਹੁਣ ਕਮਿੰਗ ਆ। ਜੀ ਬਟ LMIA ਆਉਣ ਦੇ ਚਾਂਸਸ ਹੈਗੇ ਜਿਹੜੇ ਉਹ ਮੇਬੀ ਅਗਸਤ ਦੇ ਵਿੱਚ ਆ, ਕਿਉਂਕਿ ਉਹ ਟਾਈਮ ਪੀਰੀਅਡ ਦੇ ਵਿੱਚ ਫਿਰ ਮੈਨੂੰ ਇੱਥੇ ਰਹਿ ਕੇ ਵੇਟ ਕਰਨੀ ਚਾਹੀਦੀ, ਐਕਸਟੈਂਸ਼ਨ ਲਾ ਕੇ ਇੰਡੀਆ ਜਾਣਾ ਚਾਹੀਦਾ। ਜੀ ਸਰ ਆਪਾਂ ਇਹਨਾਂ ਨੂੰ ਕੁਝ ਪੁੱਛਣਾ ਜਾਂ ਆਪਾਂ ਵੇਟ ਟੀਵੀ ਸਕਰੀਨ ਤੇ ਆਨਸਰ ਕਰੀਏ? ਜੀ ਆਨਸਰ ਕਰਾਂਗੇ ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਬੋਲ ਰਹੇ ਹੋ ਸਰ? ਜੀ ਸਰ ਦੱਸੋ ਕੀ ਪੁੱਛਣਾ ਤੁਸੀਂ? ਹਾਂਜੀ, ਮੈਂ ਸਰ ਨੂੰ ਇਹ ਪੁੱਛਣਾ ਸੀਗਾ ਕਿ ਜਿਵੇਂ ਮੇਰਾ ਪਹਿਲਾਂ ਵਿਜ਼ਟਰ ਸੀਗਾ ਸਟੇਟਸ ਇੱਥੇ, ਉਸ ਤੋਂ ਬਾਅਦ ਮੈਂ ਮੈਰਿਜ ਕਰਾ ਲਈ ਸੀ ਤੇ ਮੈਂ ਉੱਪਰ ਸਪਾਊਸ ਉੱਪਰ ਵਰਕ ਪਰਮਿਟ ਪਾਇਆ ਸੀਗਾ। ਉਸ ਤੋਂ ਬਾਅਦ ਉਹ ਅਪਰੂਵਡ ਹੋ ਗਿਆ, ਮੈਨੂੰ ਈਮੇਲ ਆ ਗਈ ਆ ਉਹਦੀ। ਉਸ ਤੋਂ ਮੈਂ ਇਹ ਪੁੱਛਣਾ ਸੀ ਸਰ ਨੂੰ ਵੀ ਈਮੇਲ ਜਿਹੜਾ ਅਪਰੂਵਡ ਲੈਟਰ ਮੇਰੇ ਕੋਲ ਹੈਗਾ ਵੀ ਜਿਹੜੀ ਹਾਰਡ ਕਾਪੀ ਨਹੀਂ ਆਈ, ਅਪਰੂਵਡ ਲੈਟਰ 'ਚ ਮੈਂ SIN ਨੰਬਰ ਅਪਲਾਈ ਕਰ ਸਕਦਾ ਜਾਂ ਮੈਂ ਕੰਮ ਕਰ ਸਕਦਾ ਜਿਹੜਾ ਮੇਰਾ ਰਜਿਸਟਰ ਸਟੇਟਸ ਸੀਗਾ? ਜੀ ਸਰ ਆਪਾਂ ਇਹਨਾਂ ਨੂੰ ਕੁਝ ਪੁੱਛਣਾ ਹੈ, ਟੀਵੀ ਸਕਰੀਨ ਤੇ ਆਨਸਰ ਕਰੀਏ? ਆਨਸਰ ਕਰਾਂਗੇ ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਤੇ ਹੁਣ ਇੱਕ ਲਾਸਟ ਕਾਲ ਲੈ ਰਹੇ ਹਾਂ, ਉਸ ਤੋਂ ਬਾਅਦ ਅਸੀਂ ਇਹਨਾਂ ਦੇ ਸਵਾਲਾਂ ਦੇ ਜਵਾਬ ਦੇਵਾਂਗੇ। ਹੈਲੋ 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 ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਮ ਕਿੱਥੋਂ ਬੋਲ ਰਹੇ ਹੋ? ਅਸੀਂ ਬ੍ਰਹਮਪੁਰ ਤੋਂ ਬੋਲ ਰਹੇ ਸੀ। ਜੀ ਦੱਸੋ ਕੀ ਪੁੱਛਣਾ ਤੁਸੀਂ? ਮੈਂ ਇਹ ਪੁੱਛਣਾ ਚਾਹੁੰਦੀ ਸੀ ਕਿ ਜਿਹੜੇ ਆਈਲੈਟ ਐਗਜ਼ਾਮ ਨੇ ਬ੍ਰਿਟਿਸ਼ ਦੇ ਬੱਚੇ ਜਿਹੜੇ ਹਾਈਲੀ ਐਜੂਕੇਟਿਡ ਨੇ ਉਹਨਾਂ ਦੀ ਰੀਡਿੰਗ ਲਿਸਨਿੰਗ ਐਂਡ ਸਪੀਕਿੰਗ ਤੋਂ 8 and a half but in writing 6 or 7 times the British score 6 and a half. Writing is the easiest paper ਜੀ for everyone. ਤੁਸੀਂ ਪੁੱਛਣਾ ਕੀ ਚਾਹੁੰਦੇ ਹੋ ਮੈਮ? मैं पुछना चाहती हूँ कि अभी हमारा एक बिजनेस है तो एक बच्चा 7-8 हो रही है और मैंने जो फर्स्ट डाला है the Canadian government only wanted a labor employees from India, not a qualified person. जितने qualified doctors हैं, highly qualified engineers ने, मतलब कि तैयारी नहीं आती ना ही ਉਹਨਾਂ ਦੇ ਲਈ ਕੋਈ ਇੱਥੇ ਕੰਮ ਰਹਿੰਦਾ ਅੱਗੇ। ਮੈਮ ਪੁਆਇੰਟਸ ਤੇ ਡਿਪੈਂਡ ਕਰਦਾ ਹੈ। ਸੋ ਜਿੰਨੇ ਪੁਆਇੰਟਸ ਇਸ ਵਕਤ ਕੈਨੇਡਾ ਮੰਗ ਰਿਹਾ ਉਹ ਹਾਈਲੀ ਕੁਆਲੀਫਾਈਡ ਜਿਹੜਾ ਹੋਏਗਾ ਉਹੀ ਪੁਆਇੰਟਸ ਪੂਰੇ ਕਰ ਸਕੇਗਾ। ਬਾਕੀ ਤੁਸੀਂ ਆਇਲਸ ਦੀ ਗੱਲ ਕੀਤੀ, ਆਪਾਂ ਮਨੂ ਜੀ ਨਾਲ ਗੱਲਬਾਤ ਕਰਦੇ ਹਾਂ ਕਿ ਸਾਰੇ ਮੋਡਿਊਲਸ ਦੇ ਪੇਪਰਸ ਦੇਣੇ ਦੁਬਾਰਾ ਕਿਉਂ ਜ਼ਰੂਰੀ ਹੁੰਦੇ ਆ, ਇਹਦੇ ਬਾਰੇ ਗੱਲਬਾਤ ਕਰਾਂਗੇ। ਥੈਂਕ ਯੂ ਸੋ ਮਚ ਤੁਸੀਂ ਕਾਲ ਕੀਤੀ ਆ ਜੀ। ਸਰ ਅਸੀਂ ਸਵਾਲਾਂ ਦੇ ਜਵਾਬ ਦੇਣੇ ਸ਼ੁਰੂ ਕਰੀਏ। ਇੱਕ ਨੇ ਕਿਹਾ ਸੀ ਕਿ ਜਿਨ੍ਹਾਂ ਦੀ LMI ਅਪਰੂਵਲ ਕਦੋਂ ਤੱਕ ਆ ਸਕਦੀ ਹੈ ਐਡਮਿਨਿਸਟ੍ਰੇਸ਼ਨ ਆਫ ਦੀ ਜੌਬ ਦੇ ਲਈ? ਓਕੇ ਤਰਨ ਜੀ, ਅੱਜ ਦੀ ਤਰੀਕ ਦੇ ਵਿੱਚ ਸਰਵਿਸ ਕੈਨੇਡਾ ਉਸੇ ਤਰ੍ਹਾਂ ਕੰਮ ਕਰ ਰਿਹਾ ਹੈਗਾ ਤੁਹਾਡੀ ਫਾਈਲ ਦੇ ਉੱਤੇ। ਸਭ ਤੋਂ ਪਹਿਲਾਂ ਤਾਂ ਐਡਵਰਟਾਈਜ਼ਮੈਂਟ ਤੁਹਾਡੀ ਹੋਣੀ ਚਾਹੀਦੀ ਹੈ ਫॉर ਮਿਨੀਮਮ 4 ਵੀਕਸ ਰਨ ਕਰਨੀ ਚਾਹੀਦੀ ਹੈਗੀ 3 ਜਾਂ 4 ਵੈਬਸਾਈਟ ਤੇ। ਸਭ ਤੋਂ ਇੰਪੋਰਟੈਂਟ ਤੇ ਜੌਬ ਬੈਂਕ ਦੀ ਵੈਬਸਾਈਟ ਤੇ ਇਟ ਹੈਜ਼ ਟੂ ਰਨ ਫॉर ਮਿਨੀਮਮ 4 ਵੀਕਸ। ਉਸ ਤੋਂ ਬਾਅਦ 2 ਵੈਬਸਾਈਟਸ ਹੋਰ ਹੈਗੀ ਇੰਡੀਜਨਸ ਐਂਡ ਨਿਊ ਕਮਰਸ ਵੈਬਸਾਈਟ ਤੇ, ਉਹਨਾਂ ਤੇ ਰਨ ਕਰਨ ਤੋਂ ਬਾਅਦ ਤੁਹਾਡੀ ਐਪਲੀਕੇਸ਼ਨ HRSD ਦੇ ਕੋਲ ਜਾਂਦੀ ਹੈਗੀ ਹੈ। ਅੱਜ ਦੀ ਤਰੀਕ ਦੇ ਵਿੱਚ HRSDC ਦੇ ਆਰ ਪ੍ਰੋਐਕਟਿਵ ਔਨ ਯੋਰ ਫਾਈਲਸ ਐਂਡ ਉਹ ਨਾਰਮਲੀ ਵੀਕ ਟੂ 10 ਡੇਜ਼ ਦੇ ਵਿੱਚ ਦੇ ਵਿਲ ਲੁੱਕ ਇਨਟੂ ਦਾ ਫਾਈਲ ਕਿ ਤੁਹਾਡੀ ਐਪਲੀਕੇਸ਼ਨ ਕੰਪਲੀਟ ਹੈਗੀ ਹੈ ਜਾਂ ਨਹੀਂ ਹੈਗੀ। ਐਂਡ ਡਿਸੀਜ਼ਨ ਲੈਣ ਲੱਗਿਆ ਕੁਝ ਆਕੂਪੇਸ਼ਨਸ ਦੇ ਵਿੱਚ ਦੇ ਆਰ ਗਿਵਿੰਗ ਡਿਸੀਜ਼ਨ ਇਨ ਵੀਕ ਟੂ 10 ਡੇਜ਼, ਕੁਝ ਆਕੂਪੇਸ਼ਨਸ ਦੇ ਵਿੱਚ ਦੇ ਆਰ ਟੇਕਿੰਗ ਹੋਲਡਿੰਗ ਦਾ ਫਾਈਲਸ ਟਿਲ ਦਾ ਲੋਕਡਾਊਨ ਓਪਨਸ ਅਪ ਐਂਡ ਦੈਨ ਦੇ ਵਿਲ ਗਿਵ ਦਾ ਡਿਸੀਜ਼ਨ। ਹਾਂ, ਉਹ ਡਿਸੀਜ਼ਨ ਲੈ ਕੇ ਰੱਖ ਲੈਂਦੇ ਨੇ ਬਿਕੋਜ਼ ਉਹਨਾਂ ਨੂੰ ਪਤਾ ਹੈ ਕਿ ਜੇ ਆ EMPLOYER ਥਰੂ ਹੋਣ ਵਾਲਾ, ਜੇ ਰਿਫਿਊਜ਼ਲ ਹੈਗਾ ਤੇ ਰਾਈਟ ਅਵੇ ਰਿਫਿਊਜ਼ ਕਰ ਦਿੰਦੇ ਨੇ ਤੇ ਅਦਰਵਾਈਜ਼ 7 to 10 ਡੇਜ਼ ਦੇ ਵਿੱਚ ਇਹ ਨਾਰਮਲ ਪ੍ਰੋਸੈਸਿੰਗ ਟਾਈਮ ਇਹਨਾਂ ਦਾ ਚੱਲ ਰਿਹਾ ਹੈਗਾ ਫॉर LMIA ਅਪਰੂਵਲਸ। ਜੀ ਨੈਕਸਟ ਜੀ ਇਹਨਾਂ ਨੇ ਜੀ ਨੈਕਸਟ ਸੀ ਹਰਜੋਤ ਜੀ ਦਾ ਕੁਐਸਚਨ ਸੀ। ਉਹਨਾਂ ਨੇ ਕਿਹਾ ਸੀ ਕਿ ਲਾਸਟ ਈਅਰ ਇੱਥੇ ਜੁਲਾਈ 'ਚ ਆਏ ਸੀ ਉਹ ਵਿਜ਼ਟਰ ਵੀਜ਼ਾ ਦੇ ਉੱਤੇ ਤੇ 21 ਜੁਲਾਈ ਨੂੰ ਉਹਨਾਂ ਦਾ ਵਿਜ਼ਟਰ ਵੀਜ਼ਾ ਖਤਮ ਹੋ ਰਿਹਾ ਕਿ ਐਕਸਟੈਂਸ਼ਨ ਉਹਨਾਂ ਨੇ ਵੈਸੇ ਪਾਈ ਹੋਈ ਆ ਪਰ ਉਹਨਾਂ ਨੇ LMIA ਲਈ ਵੀ ਅਪਲਾਈ ਕੀਤਾ ਹੋਇਆ ਸੀ ਜਿਹੜੀ ਕਿ ਆਲਮੋਸਟ 2 ਮੰਥ ਤੱਕ ਆ ਸਕਦੀ ਆ। ਸੋ ਪੁੱਛ ਰਹੇ ਨੇ ਕਿ ਉਹਨਾਂ ਨੂੰ ਕੀ ਐਕਸਟੈਂਸ਼ਨ ਪਾਉਣੀ ਚਾਹੀਦੀ ਆ, ਉਹਦੇ ਬਾਰੇ ਵਿੱਚ ਗੱਲਬਾਤ ਕਰਨਾ ਚਾਹੁੰਦੇ ਸੀ ਉਹ।
ਜੀ ਇਹਨਾਂ ਨੂੰ ਜੇ ਇਹਨਾਂ ਦਾ ਟਾਈਮ ਪੀਰੀਅਡ 6 ਮੰਥਸ ਦਾ ਖਤਮ ਹੋ ਰਿਹਾ ਹੈ ਲੀਗਲੀ ਹੀ ਹੈਜ਼ ਟੂ ਬੀ ਇਨ ਸਟੇਟਸ, ਨਹੀਂ ਤਾਂ ਇਹਨਾਂ ਦੀ ਐਪਲੀਕੇਸ਼ਨ ਅਗਲੀ ਪ੍ਰੋਸੈਸ ਨਹੀਂ ਹੋਏਗੀ। ਸੋ ਹੀ ਹੈਜ਼ ਟੂ ਅਪਲਾਈ ਫॉर ਐਕਸਟੈਂਸ਼ਨ ਫॉर ਸ਼ੋਰ। ਜੀ ਤੇ ਉਸ ਤੋਂ ਬਾਅਦ ਜੀ ਟੋਰਾਂਟੋ ਤੋਂ ਸਰ ਨੇ ਕਾਲ ਕੀਤੀ ਸੀ, ਉਹਨਾਂ ਦਾ ਕਹਿਣਾ ਸੀ ਕਿ ਉਹ ਵਿਜ਼ਟਰ ਸਟੇਟਸ ਤੇ ਇੱਥੇ ਆਏ ਸੀਗੇ ਤੇ ਉਸ ਤੋਂ ਬਾਅਦ ਮੈਰਿਜ ਉਹਨਾਂ ਨੇ ਕਰਵਾ ਲਈ, ਉਹਨਾਂ ਦੇ ਸਪਾਊਸ ਓਪਨ ਵਰਕ ਪਰਮਿਟ ਵੀ ਉਹਨਾਂ ਨੂੰ ਮਿਲ ਚੁੱਕਿਆ, ਅਪਰੂਵਲ ਜਿਹੜੀ ਆ ਚੁੱਕੀ ਹੈ, ਉਹਦੇ ਬਾਰੇ ਵਿੱਚ ਹਾਰਡ ਕਾਪੀ ਅਜੇ ਤੱਕ ਨਹੀਂ ਆਈ। ਸੋ ਸਿਨ ਨੰਬਰ ਦੀ ਗੱਲ ਕਰ ਰਹੇ ਸੀ, ਕਿਵੇਂ ਲੈ ਸਕਦੇ ਨੇ ਉਹ ਤੇ ਕੀ ਉਹ ਜੌਬ ਜਿਹੜੀ ਆ ਸ਼ੁਰੂ ਕਰ ਸਕਦੇ ਨੇ? ਹਾਂਜੀ ਬਿਲਕੁਲ, ਉਹਨਾਂ ਨੂੰ ਪਹਿਲੇ ਸੋਸ਼ਲ ਇੰਸ਼ੋਰੈਂਸ ਨੰਬਰ ਆਨਲਾਈਨ ਐਪਲੀਕੇਸ਼ਨ ਦੇ ਨਾਲ ਜਾ ਕੇ ਮਿਲ ਸਕਦਾ ਹੈ, ਆਨਲਾਈਨ ਅਪਰੂਵਲਸ ਦੇ ਨਾਲ ਸਰਵਿਸ ਕੈਨੇਡਾ ਤੋਂ। ਇਟ ਇਜ਼ ਡਨ ਤੇ ਉਸ ਤੋਂ ਬਾਅਦ ਹੀ ਕੈਨ ਲੀਗਲੀ ਸਟਾਰਟ ਵਰਕਿੰਗ। ਜੀ ਬਿਲਕੁਲ, ਤੇ ਮੈਮ ਨੇ ਇੱਕ ਕਾਲ ਕੀਤੀ ਸੀ ਤੇ ਉਹ ਪੁੱਛਣਾ ਚਾਹੁੰਦੇ ਸੀ ਆਇਲਸ ਦੇ ਬਾਰੇ ਵਿੱਚ, ਇੱਕ ਦਰਸ਼ਕ ਪਹਿਲਾਂ ਜੁੜ ਗਏ ਨੇ, ਉਹਨਾਂ ਦੇ ਸਵਾਲਾਂ ਦੇ ਜਵਾਬ ਦੇ ਦਈਏ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਮੈਂ ਸਰੀ ਤੋਂ ਬੋਲ ਰਿਹਾ ਜੀ। ਜੀ ਦੱਸੋ ਸਰ, ਕੀ ਪੁੱਛਣਾ? ਮੈਂ ਸਰ ਜੀ ਨੂੰ ਮੈਨੂੰ ਦੱਸਿਆ ਜੀ, ਉਹ ਪੁੱਛਣਾ ਸੀ ਵੀ ਜਿਵੇਂ ਮੇਰੇ ਕੋਲ ਨਾ ਫਾਰਮ ਦਾ ਵੀਜ਼ਾ ਵੀ ਕੋਈ ਪੀਆਰ ਦੀ ਹੈ ਕੋਈ, ਜਾਂ ਕਹਿੰਦੇ 15 ਮਈ ਤੋਂ ਸਟਾਰਟ ਹੋਇਆ ਵੀ ਫਾਰਮਰ ਨੂੰ ਪੀਆਰ ਮਿਲ ਸਕਦੀ ਹੈ? ਸਰ ਫਾਰਮਰ ਪੀਆਰ ਦੀ ਗੱਲਬਾਤ ਕਰ ਰਹੇ ਹਾਂ, ਤੁਸੀਂ ਕੁਝ ਇਹਨਾਂ ਤੋਂ ਜਾਣਨਾ ਚਾਹੁੰਦੇ ਹੋ, ਕੁਝ ਪੁੱਛਣਾ ਚਾਹੁੰਦੇ ਹੋ? ਇਹ ਪ੍ਰੋਬਬਲੀ ਨਵਾਂ ਜਿਹੜਾ ਪ੍ਰੋਗਰਾਮ ਆਇਆ ਐਗਰੀ ਫੂਡ ਸੈਕਟਰ ਇਮੀਗ੍ਰੇਸ਼ਨ ਪਾਇਲਟ, ਉਹਦੇ ਬਾਰੇ ਗੱਲ ਕਰਨਾ ਚਾਹੁੰਦੇ ਨੇ ਤੇ ਅਸੀਂ ਡਿਸਕਸ। ਬਿਲਕੁਲ ਜੀ ਸਰ, ਤੁਸੀਂ ਟੀਵੀ ਸਕਰੀਨ ਦੇ ਨਾਲ ਜੁੜੇ ਰਹੋ, ਅਸੀਂ ਇਸ ਪ੍ਰੋਗਰਾਮ ਦੇ ਬਾਰੇ ਵਿੱਚ ਜਿਹੜਾ ਕੈਨੇਡਾ ਸਰਕਾਰ ਨੇ ਨਵਾਂ ਸ਼ੁਰੂ ਕੀਤਾ ਉਹਦੇ ਬਾਰੇ ਜਾਣਕਾਰੀ ਦੇਵਾਂਗੇ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਜੀ ਸਰ, ਅਸੀਂ ਗੱਲਬਾਤ ਕਰ ਰਹੇ ਸੀ, ਹੁਣ ਮੈਂ ਤੁਹਾਨੂੰ ਇਹੀ ਪੁੱਛਣ ਲੱਗੀ ਸੀ, ਜਿਹੜਾ ਨਵਾਂ ਪਾਇਲਟ ਪ੍ਰੋਜੈਕਟ ਜਿਹੜਾ ਸਰਕਾਰ ਨੇ ਸ਼ੁਰੂ ਕੀਤਾ, ਅੱਜ ਕੱਲ੍ਹ ਕਾਫੀ ਜ਼ਿਆਦਾ ਸੁਰਖੀਆਂ ਵਿੱਚ ਛਾਇਆ ਹੋਇਆ, ਕੀ ਹੈ ਇਹ ਪਾਇਲਟ ਪ੍ਰੋਜੈਕਟ? ਤਰਨ ਇੱਕ ਨਵਾਂ ਪਾਇਲਟ ਪ੍ਰੋਜੈਕਟ 15 ਮਈ ਤੋਂ ਸ਼ੁਰੂ ਹੋਇਆ ਜੀ, ਐਂਡ ਆ ਪਾਇਲਟ ਪ੍ਰੋਜੈਕਟ ਹੈਗਾ ਬੇਸਿਕਲੀ 3 ਇਅਰਸ ਕੰਟੀਨਿਊ ਰਹੇਗਾ। ਜੀ 3 ਇਅਰਸ ਲਈ ਕੰਟੀਨਿਊ ਰਹੇਗਾ, ਇਹਦੇ ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਮੈਂ ਬ੍ਰੈਂਪਟਨ ਤੋਂ ਗੱਲ ਕਰ ਰਿਹਾ। ਮੈਂ ਸਰ ਨਾਲ ਆਪਣੀ ਪ੍ਰੋਫਾਈਲ ਡਿਸਕਸ ਕਰਨੀ ਸੀ। ਜੀ ਸਰ ਦੱਸੋ। ਮੈਂ ਰੀਸੈਂਟਲੀ ਗ੍ਰੈਜੂਏਟ ਲਈ ਇੰਗੇਜਮੈਂਟ ਡਿਪਲੋਮਾ ਕੀਤਾ ਸੀ, ਹੁਣ ਆਫਟਰ ਦੈਟ ਕੰਸਟਰਕਸ਼ਨ ਇੰਜੀਨੀਅਰ ਟੈਕਨੀਸ਼ੀਅਨ ਦਾ 2 ਇਅਰਸ ਦਾ ਪ੍ਰੋਗਰਾਮ ਕੀਤਾ। ਮੈਂ ਸਰ ਨੂੰ ਪੁੱਛਣਾ ਚਾਹੁੰਦਾ ਜੀ, ਅਗਰ ਮੈਂ ਏਆਈਪੀਬੀ ਪ੍ਰੋਗਰਾਮ ਲਈ 4 ਪ੍ਰੋਵਿੰਸ ਕਿਸੇ 'ਚ ਵੀ ਮੂਵ ਹੁੰਦਾ ਤਾਂ ਐਕਚੁਅਲੀ ਮੈਂ ਚੈੱਕ ਕਰ ਰਿਹਾ ਸੀ, ਉਹ ਜਿਹੜਾ ਪ੍ਰੋਗਰਾਮ ਹੈਗਾ ਉਹ 2020 ਨੈਕਸਟ ਈਅਰ ਤੱਕ ਹੀ ਹੈਗਾ। ਸੋ ਕੋਈ ਬੈਨੀਫਿਟ ਹੈ ਜਾਂ ਉਹ ਸਾਨੂੰ ਨਹੀਂ ਮੂਵ ਹੋਣਾ ਚਾਹੀਦਾ? ਜੀ ਮਨੂ ਜੀ, ਆਪਾਂ ਇਹਨਾਂ ਦਾ ਸਵਾਲ ਦਾ ਜਵਾਬ ਦਈਏ ਜਾਂ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ? ਨਹੀਂ ਤਰਨ, ਮੈਨੂੰ ਇਹਨਾਂ ਦੀ ਥੋੜੀ ਜਿਹੀ ਗੱਲ ਸਮਝ ਆਈ, ਤੁਸੀਂ ਅੱਗੇ ਕੰਟੀਨਿਊ ਦੱਸ ਦੇਣਾ ਮੈਨੂੰ ਜਿਹੜਾ ਇਹਨਾਂ ਦਾ ਸਰ ਸਵਾਲ ਇਹਨਾਂ ਨੇ ਪੁੱਛਿਆ ਏਪੀਪੀ ਪ੍ਰੋਗਰਾਮ ਲਈ ਹਾਂਜੀ ਕਿ ਅੱਗੇ ਮੂਵ ਕਿਤੇ ਹੋਰ ਹੋ ਸਕਦੇ ਨੇ ਜਾਂ ਨਹੀਂ, ਕਿਉਂਕਿ ਇਸ ਸਾਲ ਜਾਂ ਨੈਕਸਟ ਈਅਰ ਦੇ ਐਂਡ ਤੱਕ ਇਹ ਪ੍ਰੋਗਰਾਮ ਜਿਹੜਾ ਹੈ ਇਹ ਲਿਸਟ ਵਿੱਚ ਰਹੇਗਾ। ਨੋ ਪ੍ਰੋਬਲਮ ਜੀ, ਵੀ ਵਿਲ ਆਨਸਰ ਇਟ ਆਨਲਾਈਨ। ਬਿਲਕੁਲ ਜੀ, ਤੁਸੀਂ ਟੀਵੀ ਸਕਰੀਨ ਤੇ ਸਰ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਮੈਂ ਬੀਸੀ ਤੋਂ ਬੋਲ ਰਿਹਾ ਜੀ। ਜੀ ਸਰ ਦੱਸੋ, ਕੀ ਪੁੱਛਣਾ ਤੁਸੀਂ? ਹਾਂਜੀ ਮੈਂ ਨਵਾਂ ਪ੍ਰੋਗਰਾਮ ਜਿਹੜਾ ਆਇਆ ਜੀ ਫੂਡ ਐਗਰੀਕਲਚਰ ਵਾਲਾ, ਉਹਦੇ ਬਾਰੇ ਪੁੱਛਣਾ ਜੀ। ਮੈਂ ਫਾਰਮ ਸੁਪਰਵਾਈਜ਼ਰ ਦੀ ਜੌਬ ਕਰਦਾ ਤੇ ਕੀ ਮੈਂ ਪ੍ਰੋਗਰਾਮ ਲਈ ਐਲੀਜੀਬਲ ਹੈਗਾ? ਕਿਉਂਕਿ ਗ੍ਰੀਨ ਹਾਊਸ ਵਗੈਰਾ ਦਾ ਕੁਝ ਫਾਰਮੈਲਿਟੀਜ਼ ਹੈਗੀ, ਮੈਂ ਤਾਂ ਜਨਰਲ ਇੱਕ ਫਾਰਮ ਸੁਪਰਵਾਈਜ਼ਰ ਹਾਂ। ਮਨੂ ਜੀ, ਆਪਾਂ ਇਹਨਾਂ ਤੋਂ ਕੁਝ ਪੁੱਛਣਾ ਜਾਂ ਟੀਵੀ ਸਕਰੀਨ ਤੇ ਆਨਸਰ ਦਈਏ? ਆਨਸਰ ਸੁਣਨ ਜੀ ਆਨਲਾਈਨ, ਇਹ ਐਲੀਜੀਬਲ ਨਹੀਂ ਹੋਣਗੇ ਇਸ ਪ੍ਰੋਗਰਾਮ ਤੇ ਜੇ ਸੁਪਰਵਾਈਜ਼ਰ ਦੇ ਤੌਰ ਤੇ ਕੰਮ ਕਰ ਰਹੇ, ਫਾਰਮ ਸੁਪਰਵਾਈਜ਼ਰ ਜੇ ਤੌਰ ਤੇ ਕੰਮ ਕਰ ਰਹੇ ਜੀ ਸਰ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ ਸੋ ਮਚ। ਜੀ ਸਰ, ਆਪਾਂ ਪਹਿਲਾਂ ਇਹਨਾਂ ਦੇ ਸਵਾਲ ਦਾ ਜਵਾਬ ਦੇ ਦਈਏ। ਪਹਿਲੇ ਇਹਨਾਂ ਇੱਕ ਦਰਸ਼ਕ ਹੋਰ ਜੁੜ ਗਏ ਨੇ, ਅਸੀਂ ਉਹਨਾਂ ਦਾ ਵੀ ਸਵਾਲ ਲੈ ਲਈਏ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਮੈਂ ਬੀਸੀ ਤੋਂ ਬੋਲ ਰਿਹਾ ਜੀ। ਜੀ ਸਰ ਦੱਸੋ, ਕੀ ਪੁੱਛਣਾ ਤੁਸੀਂ? ਮੇਰਾ ਨਾ ਹੁਣ ਜਿਵੇਂ ਐਕਸਟੈਂਸ਼ਨ ਮੇਰੀ ਖਤਮ ਹੋਣ ਵਾਲੀ ਆ, ਜਿਵੇਂ ਹੁਣ ਆਪਣੇ ਫਲੈਗ ਪੋਲਿੰਗ ਕਰ ਨਹੀਂ ਸਕਦੇ, ਬਾਰਡਰ ਬੰਦ ਨੇ, ਇਹਦੇ ਲਈ ਐਕਸਟੈਂਸ਼ਨ ਖਤਮ ਹੋਣ ਵਾਲੀ ਹੈ। ਤੇ ਉਹਦੇ ਬਾਅਦ ਕੀ ਹੈ ਕਿ ਹੁਣ ਮੇਰਾ ਵਿਜ਼ਟਰ ਰਿਕਾਰਡ ਖਤਮ ਹੋ ਰਿਹਾ, ਮੈਂ ਨਵੀਂ ਐਕਸਟੈਂਸ਼ਨ ਪਾਈ ਹੋਈ ਹੈ ਕਿ ਤੇ ਹੁਣ ਮੇਰੇ ਕੋਲ LMI ਹੈਗੀ ਆ। ਮੇਰੀ ਵਿਜ਼ਟਰ ਰਿਕਾਰਡ ਦੀ ਮੇਰਾ ਵਿਜ਼ਟਰ ਐਪਲੀਕੇਸ਼ਨ ਅਪਰੂਵ ਹੋਣ ਤੋਂ ਪਹਿਲਾਂ ਮੈਂ ਬਾਰਡਰ ਤੇ ਜਾ ਕੇ ਆਪਦੇ ਵਰਕ ਪਰਮਿਟ ਲਈ ਅਪਲਾਈ ਕਰ ਸਕਦਾ, ਫਲੈਗ ਪੋਲਿੰਗ ਕਰ ਸਕਦਾ ਮੈਂ? ਫਲੈਗ ਪੋਲਿੰਗ ਕਰ ਸਕਦੇ ਹੋ ਕਿ ਨਹੀਂ? ਸਰ ਆਪਾਂ ਇਹਨਾਂ ਦਾ ਜਵਾਬ ਦੇ ਸਕਦੇ ਹਾਂ ਜਾਂ ਕੁਝ ਪੁੱਛਣਾ ਤੁਸੀਂ? ਕਰਨ ਜੀ, ਜੇ ਫਲੈਗ ਪੋਲਿੰਗ ਇੱਕ ਹਾਂਜੀ ਜੀ ਜੇ ਮੇਰੀ ਵਿਜ਼ਟਰ ਐਪਲੀਕੇਸ਼ਨ ਜਿਹੜੀ ਪਾਈ ਹੋਈ ਹੈ, ਜੋ ਮੇਰੀ ਵਿਜ਼ਟਰ ਆਪਣੇ ਰਿਜੈਕਟ ਹੋ ਜਾਂਦੀ ਹੈ, ਫਿਰ ਮੇਰੇ ਕੋਲ ਕੀ ਆਪਸ਼ਨ? ਜੀ ਸਰ, ਵੈਸੇ ਜਿੱਥੇ ਤੱਕ ਸਾਨੂੰ ਯਾਦ ਹੈ ਕਿ ਬਾਰਡਰ ਹਜੇ ਸ਼ਾਇਦ ਬੰਦ ਨੇ। ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ ਸੋ ਮਚ ਕਾਲ ਕਰਨ ਲਈ। ਇੱਕ ਲਾਸਟ ਕਾਲ ਅਸੀਂ ਹੋਰ ਲੈ ਰਹੇ ਹਾਂ ਤੇ ਉਸ ਤੋਂ ਬਾਅਦ ਸਵਾਲਾਂ ਦੇ ਜਵਾਬ ਦੇਵਾਂਗੇ ਅਸੀਂ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਅਸੀਂ ਬ੍ਰੈਂਪਟਨ ਤੋਂ ਬੋਲ ਰਹੇ ਹਾਂ ਜੀ ਦੱਸੋ, ਕੀ ਪੁੱਛਣਾ ਜੀ?
ਮੈਂ ਚੀਜ਼ ਪੁੱਛਣਾ, ਜਦੋਂ ਪੇਰੈਂਟਸ ਦੀ ਪੀਆਰ ਹੁਣ ਅਪ੍ਰੈਲ 'ਚ ਖੁੱਲਣੀ ਸੀ, ਅਪਲਾਈ ਕਰਨੀ ਸੀ ਲੋਕਾਂ ਨੇ, ਸਟੂਡੈਂਟਸ ਨੇ ਆਪਣੇ ਪੇਰੈਂਟਸ ਦੀ, ਉਹ ਕਦੋਂ ਖੁੱਲ ਰਹੀ ਹੈ, ਉਹਦੇ ਬਾਰੇ ਕੋਈ ਹੈ ਜਾਣਕਾਰੀ? ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਪ੍ਰੋਗਰਾਮ ਦੀ ਤੁਸੀਂ ਗੱਲ ਕਰ ਰਹੇ ਹੋ, ਅਸੀਂ ਉਹਦੇ ਬਾਰੇ 'ਚ ਡਿਸਕਸ ਕਰਾਂਗੇ ਮੈਮ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ ਸੋ ਮਚ ਜੀ ਸਰ। ਅਸੀਂ ਹੁਣ ਸਵਾਲਾਂ ਦੇ ਜਵਾਬ ਦੇਣੇ ਸ਼ੁਰੂ ਕਰੀਏ। ਇੱਕ ਸਰ ਦੀ ਕਾਲ ਆਈ ਸੀ ਜਿਨ੍ਹਾਂ ਨੇ ਕਿਹਾ ਸੀ ਕਿ ਫਾਰਮ ਵੀਜ਼ਾ ਉਹਨਾਂ ਦੇ ਕੋਲ ਹੈਗਾ ਆ ਤੇ ਉਹਦੇ ਬਾਰੇ ਵਿੱਚ ਜਾਣਨਾ ਚਾਹੁੰਦੇ ਨੇ ਉਹ। ਓਕੇ ਤਰਨ, ਸਭ ਤੋਂ ਪਹਿਲਾਂ ਤਾਂ ਹੁਣ ਐਗਰੀਕਲਚਰ ਐਸ ਨਵੇਂ ਪ੍ਰੋਗਰਾਮ ਦੀ ਗੱਲ ਕਰੀਏ। ਇਹ ਐਗਰੀਕਲਚਰ ਫੂਡ ਇਮੀਗ੍ਰੇਸ਼ਨ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ 15 ਮਈ 2020 ਤੋਂ, ਐਂਡ ਅਗਲੇ 3 ਸਾਲਾਂ ਤੱਕ ਇਹ ਪ੍ਰੋਗਰਾਮ ਇਸੇ ਤਰ੍ਹਾਂ ਰਹੇਗਾ। ਮਈ 14 2023 ਤੱਕ ਚੱਲੇਗਾ ਜੀ। ਇਹ ਬੇਸਿਕਲੀ ਕਿਉਂ ਸ਼ੁਰੂ ਕੀਤਾ ਗਿਆ? ਬਿਕੋਜ਼ $67 ਬਿਲੀਅਨ ਦੀ ਇੰਡਸਟਰੀ ਹੈਗੀ, ਇਟਸ ਅ ਹਿਊਜ ਇੰਡਸਟਰੀ, ਐਂਡ ਉਹਦੇ ਵਿੱਚ ਸ਼ਾਰਟੇਜ ਆਫ ਵਰਕਰਸ ਦੇ ਕਰਕੇ ਫਾਰਮ ਵਰਕਰਸ ਨਹੀਂ ਮਿਲਦੇ ਪਏ ਸੀਗੇ, ਜਾਂ ਇਸ ਇੰਡਸਟਰੀ ਦੇ ਵਿੱਚ ਵਰਕਰਸ ਨਹੀਂ ਮਿਲ ਰਹੇ ਸੀਗੇ, ਜਿਹਦੇ ਨਾਲ ਇੰਡਸਟਰੀ ਇੰਪੈਕਟ ਹੋ ਰਹੀ ਸੀਗੀ। ਸੋ ਦੈਟ ਇਜ਼ ਵਨ ਰੀਜ਼ਨ ਆ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਕੈਨੇਡਾ ਦੇ ਵਿੱਚ ਹਰ 8 ਲੋਕਾਂ ਦੇ ਵਿੱਚੋਂ ਇੱਕ ਬੰਦਾ ਇਸ ਫੈਕਟਰੀ, ਇਸ ਇੰਡਸਟਰੀ ਦੇ ਨਾਲ ਰਿਲੇਟਡ ਹੈਗਾ। ਸੋ ਬੇਸਿਕਲੀ ਰਿਕੁਆਇਰਮੈਂਟਸ ਕੀ ਹੈਗੀਆਂ ਕਿ ਤੁਹਾਡੇ ਕੋਲ ਕੈਨੇਡਾ ਦੇ ਵਿੱਚ 1 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਆ, CLB ਲੈਵਲ 4 ਹੋਣਾ ਚਾਹੀਦਾ ਆ, ਨਾਲ ਦੀ ਨਾਲ ਸੈਕੰਡਰੀ ਸਕੂਲ +2 ਦੀ ਤੁਹਾਡੇ ਕੋਲ ਇਵੈਲੂਏਸ਼ਨ ਜ਼ਰੂਰ ਹੋਣੀਆਂ ਚਾਹੀਦੀਆਂ, ਗ੍ਰੇਡ 12 ਦੀਆਂ। ਹੁਣ ਇੰਡਸਟਰੀ ਕਿਹੜੀ ਹੈਗੀ ਜੀ? ਇਹਦੇ ਵਿੱਚ ਮੀਟ ਪ੍ਰੋਡਕਸ਼ਨ ਇੰਡਸਟਰੀ ਹੈਗੀ ਹੈ, ਜਿਹਦੇ ਵਿੱਚ ਰਿਟੇਲ ਬੁਚਰਸ ਆ ਜਾਂਦੇ ਨੇ, ਇੰਡਸਟਰੀਅਲ ਬੁਚਰਸ ਆ ਜਾਂਦੇ ਨੇ, ਫਾਰਮ ਸੁਪਰਵਾਈਜ਼ਰ ਆ ਜਾਂਦੇ ਨੇ, ਲਾਈਫ ਸਟਾਕ ਵਰਕਰਸ ਆ ਜਾਂਦੇ ਨੇ, ਫੂਡ ਪ੍ਰੋਸੈਸਿੰਗ ਲੇਬਰਰਸ ਆ ਜਾਂਦੇ ਨੇ। ਹੁਣ ਇਸੇ ਤਰ੍ਹਾਂ ਗ੍ਰੀਨ ਹਾਊਸ ਨਰਸਰੀ ਦੇ ਵਿੱਚ ਜਾਂ ਫਲੋਰੀਕਲਚਰ ਦੇ ਵਿੱਚ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ ਫਾਰਮ ਸੁਪਰਵਾਈਜ਼ਰ ਦਾ, ਤਾਂ ਵੀ ਤੁਸੀਂ ਕੁਆਲੀਫਾਈ ਕਰ ਸਕਦੇ ਹੋ। ਜਨਰਲ ਫਾਰਮ ਲੇਬਰ ਦਾ ਐਕਸਪੀਰੀਅੰਸ ਹੈਗਾ, ਤਾਂ ਵੀ ਤੁਸੀਂ ਇਸ ਇੰਡਸਟਰੀ ਦੇ ਵਿੱਚ ਕੁਆਲੀਫਾਈ ਕਰ ਸਕਦੇ ਹੋ। ਹਾਰਵੈਸਟਿੰਗ ਲੇਬਰ ਦਾ ਐਕਸਪੀਰੀਅੰਸ ਹੈ, ਤਾਂ ਵੀ ਤੁਸੀਂ ਕੁਆਲੀਫਾਈ ਕਰ ਸਕਦੇ ਹੋ। ਸੋ ਬੇਸਿਕਲੀ ਐਨੀਮਲ ਮੀਟ ਤੇ ਗ੍ਰੀਨ ਹਾਊਸ ਫਾਰਮਿੰਗ ਰਿਲੇਟਡ ਸਾਰੇ ਆਕੂਪੇਸ਼ਨ ਤਕਰੀਬਨ ਇਹਨਾਂ ਦੇ ਵਿੱਚ, ਇਸ ਇੰਡਸਟਰੀ ਦੇ ਵਿੱਚ ਆ ਰਹੇ ਨੇ। ਸੋ ਜੇ ਉਹਨਾਂ ਦੇ ਕੋਲ, ਜਿਹੜੇ ਭਾਈ ਸਾਹਿਬ ਨੇ ਫੋਨ ਕੀਤਾ ਸੀਗਾ, ਜੇ ਉਹਨਾਂ ਦੇ ਕੋਲ ਫਾਰਮ ਸੁਪਰਵਾਈਜ਼ਰ ਦਾ ਐਕਸਪੀਰੀਅੰਸ ਹੈ, ਐਬਸੋਲੂਟਲੀ ਉਹਨਾਂ ਦੀ ਐਪਲੀਕੇਸ਼ਨ ਇਸ ਟ੍ਰੇਡ ਦੇ ਵਿੱਚ ਜਾ ਸਕਦੀ ਹੈ ਇਸ ਪ੍ਰੋਗਰਾਮ ਦੇ ਤਹਿਤ। ਬਟ ਇੱਕੋ ਹੀ ਚੀਜ਼ ਹੈਗੀ ਕਿ ਟੋਟਲ ਐਪਲੀਕੇਸ਼ਨ ਪੂਰੇ ਸਾਲ ਦੇ ਵਿੱਚ ਜਿਹੜੀਆਂ ਐਕਸੈਪਟ ਹੋਣੀਆਂ ਉਹ 2750 ਐਪਲੀਕੇਸ਼ਨ ਦੀਆਂ, 2750। ਸੋ ਜੇ ਇਹਨਾਂ ਦੇ ਕੋਲ ਡਿਗਰੀ ਇਵੈਲੂਏਸ਼ਨ +2 ਦੀ ਹੈਗੀ ਹੈ, CLB ਲੈਵਲ 4 ਹੈਗਾ, 1 ਸਾਲ ਦਾ ਐਕਸਪੀਰੀਅੰਸ ਹੈਗਾ ਆ, ਤੇ ਇਹਨਾਂ ਦੀ ਐਪਲੀਕੇਸ਼ਨ ਇਸ ਟ੍ਰੇਡ ਦੇ ਵਿੱਚ ਜਾ ਸਕਦੀ ਹੈ। ਹੁਣ CLB ਲੈਵਲ 4 ਦਾ ਮਤਲਬ ਹੋ ਗਿਆ ਜਾਂ ਤੇ ਸੈਲਪਿਪ ਦੇ ਵਿੱਚ ਇੰਡੀਵਿਜੂਅਲੀ 4444 ਹੋਣ ਤਾਂ ਐਪਲੀਕੇਸ਼ਨ ਜਾਣਗੀਆਂ, ਜਾਂ ਫਿਰ ਆਇਲਟਸ ਦੇ ਵਿੱਚ ਰੀਡਿੰਗ ਦੇ ਵਿੱਚ 3.5 ਘੱਟੋ ਘੱਟ, ਰਾਈਟਿੰਗ ਦੇ ਵਿੱਚ 4, ਲਿਸਨਿੰਗ ਦੇ ਵਿੱਚ 4.5 ਤੇ ਸਪੀਕਿੰਗ ਦੇ ਵਿੱਚ 4 ਬੈਂਡਸ ਚਾਹੀਦੇ ਨੇ CLB ਲੈਵਲ 4 ਨੂੰ ਮੀਟ ਕਰਨ ਵਾਸਤੇ। ਜੀ ਸਰ, ਤੁਸੀਂ ਗੱਲ ਕੀਤੀ ਹੈ ਕਿ ਇਹਦੇ ਵਿੱਚ CLB ਲੈਵਲਸ ਦੀ ਗੱਲ ਕੀਤੀ ਹੈ, ਨਾਲੇ ਇੱਕ ਸਾਡੇ ਦਰਸ਼ਕ ਨੇ ਕਿਹਾ ਸੀ ਕਿ ਉਹ ਫੂਡ ਪ੍ਰੋਸੈਸਿੰਗ ਦੇ ਵਿੱਚ ਉਹਨਾਂ ਦਾ ਜੌਬ ਜਿਹੜੀ ਹੈ ਉਹ ਫਾਰਮ ਸੁਪਰਵਾਈਜ਼ਰ ਦੀ ਹੈਗੀ ਆ, ਕੀ ਉਹ ਇਸ ਪ੍ਰੋਗਰਾਮ ਲਈ ਐਲੀਜੀਬਲ ਹੋਣਗੇ? ਫਿਰ ਕੀ ਇਟ ਮੀਨਸ ਉਹ ਇਸ ਪ੍ਰੋਗਰਾਮ ਦੇ ਅੰਡਰ ਆਉਂਦੇ ਨੇ? ਬਿਲਕੁਲ ਆਉਂਦੇ ਨੇ ਜੀ, ਪ੍ਰੋਵਾਈਡਡ ਉਹਨਾਂ ਦੇ ਕੋਲ ਗ੍ਰੇਡ 12 ਹੈਗੀ ਹੈ, ਬੈਕ ਹੋਮ ਤੋਂ +2 ਉਹਦੀ ਵੈਲੂਏਸ਼ਨ ਮਿਲ ਜਾਏਗੀ ਬੈਸਟ ਤੋਂ ਉਹਨਾਂ ਨੂੰ, ਜਾਂ ICAS ਤੋਂ, ਤੇ ਉਹ ਐਂਡ ਆਇਲਟਸ ਦੇ ਵਿੱਚ ਇੰਨੇ ਬੈਂਡ ਲੈ ਲੈਣਗੇ। 1 ਸਾਲ ਕੈਨੇਡੀਅਨ ਦਾ ਐਕਸਪੀਰੀਅੰਸ ਹੋ ਗਿਆ ਤੇ ਬਿਲਕੁਲ ਉਹਨਾਂ ਦੀ ਐਪਲੀਕੇਸ਼ਨ ਇਸ ਟ੍ਰੇਡ ਦੇ ਵਿੱਚ ਜਾ ਸਕਦੀ ਹੈ। BC ਦੇ ਵਿੱਚ ਬਹੁਤ ਸਾਰੇ ਐਪਲੀਕੈਂਟਸ ਬੈਠੇ ਹੋਏ ਨੇ ਜਿਹੜੇ ਫਾਰਮ ਇੰਡਸਟਰੀ ਦੇ ਵਿੱਚ ਕੰਮ ਕਰ ਰਹੇ ਨੇ। ਓਨਟਾਰੀਓ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਦੋਸਤ ਹੈਗੇ ਨੇ ਜਿਹੜੇ ਫੂਡ ਸਟਾਕ ਇੰਡਸਟਰੀ ਦੇ ਵਿੱਚ ਲੱਗੇ ਹੋਏ ਨੇ, ਫੂਡ ਸਟਾਕ ਦੇ ਵਿੱਚ, ਡੇਰੀ ਫਾਰਮਿੰਗਸ ਦੇ ਵਿੱਚ ਹੈਗੇ ਨੇ, ਮਸ਼ਰੂਮ ਫਾਰਮਿੰਗਸ ਦੇ ਵਿੱਚ ਹੈਗੇ ਨੇ। ਇਸੇ ਤਰ੍ਹਾਂ ਐਲਬਰਟਾ ਦੇ ਵਿੱਚ ਮੀਟ ਪ੍ਰੋਡਕਸ਼ਨ ਮੈਨੂਫੈਕਚਰਿੰਗ ਬਹੁਤ ਵੱਡੀ ਇੰਡਸਟਰੀ ਹੈਗੀ ਹੈ। ਸੋ ਜੇ ਤੁਸੀਂ ਕਿਸੇ ਵੀ ਇਸ ਇੰਡਸਟਰੀ ਦੇ ਵਿੱਚ ਤੁਹਾਡਾ ਐਕਸਪੀਰੀਅੰਸ ਹੈਗਾ ਮੀਟ ਪ੍ਰੋਡਕਸ਼ਨ ਦੇ ਵਿੱਚ, ਬੁਚਰ ਦੇ ਤੌਰ ਤੇ, ਫਾਰਮ ਲੇਬਰ ਦੇ ਤੌਰ ਤੇ, ਫਾਰਮ ਸੁਪਰਵਾਈਜ਼ਰ ਦੇ ਤੌਰ ਤੇ, ਗ੍ਰੀਨ ਹਾਊਸ ਨਰਸਰੀ ਦੇ ਵਿੱਚ, ਫਲੋਰੀਕਲਚਰ ਦੇ ਵਿੱਚ, ਜਾਂ ਐਨੀਮਲ ਡੇਰੀ ਫਾਰਮਿੰਗ ਦੇ ਵਿੱਚ, ਤੇ ਤੁਹਾਡੀ ਐਪਲੀਕੇਸ਼ਨ ਇਸ ਟ੍ਰੇਡ ਦੇ ਵਿੱਚ ਜਾ ਸਕਦੀ ਹੈ। ਜਿਹੜੇ ਵੀ ਦੋਸਤ ਸਾਨੂੰ ਸੁਣ ਰਹੇ ਨੇ, ਇਹਨਾਂ ਟ੍ਰੇਡ ਦੇ ਵਿੱਚ, ਇਸ ਇੰਡਸਟਰੀ ਦੇ ਵਿੱਚ ਕੰਮ ਕਰ ਰਹੇ ਨੇ, ਕੋਈ ਵੀ ਕੁਐਸਚਨ ਤੁਹਾਡਾ ਹੈਗਾ ਆ, ਸਾਨੂੰ ICC ਇਮੀਗ੍ਰੇਸ਼ਨ ਤੇ ਕੰਟੈਕਟ ਕਰ ਸਕਦੇ ਹੋ। ਅਸੀਂ 12 ਤੋਂ 5 ਰੋਜ਼ ਕੰਮ ਕਰ ਰਹੇ ਹਾਂ, ਮੰਡੇ ਟੂ ਸੈਟਰਡੇ, ਐਂਡ ਵੀ ਕੈਨ ਅਸੈਸ ਯੂਰ ਐਪ ਐਂਡ ਐਡਰੈਸ ਆਲ ਯੂਰ ਫਾਈਲਸ, ਆਲ ਯੂਰ ਕੁਐਰੀਜ਼। ਜੇ ਤੁਹਾਡਾ ਕੋਈ ਵੀ ਕੁਐਸਚਨ ਹੈ, ਜੇ ਤੁਸੀਂ ਸਾਨੂੰ ਹਾਇਰ ਵੀ ਕਰਨਾ ਚਾਹੁੰਦੇ ਹੋ ਇਸ ਟ੍ਰੇਡ ਦੇ ਵਿੱਚ ਐਪਲੀਕੇਸ਼ਨ ਲਗਾਉਣ ਵਾਸਤੇ, ਤਾਂ ਵੀ ਗੈਟ ਇਨ ਟੱਚ ਵਿਦ ਅਸ ਐਂਡ ਵੀ ਵਿਲ ਬੀ ਏਬਲ ਟੂ ਪੁੱਟ ਅਪ ਯੂਰ ਐਪਲੀਕੇਸ਼ਨ, ਬਟ ਯੂ ਹੈਵ ਟੂ ਬੀ ਕੁਇਕ। ਦ ਰੀਜ਼ਨ ਇਜ਼ ਸਿਰਫ 2750, ਪੌਣੇ 3000 ਐਪਲੀਕੇਸ਼ਨ ਪੂਰੇ ਸਾਲ ਦੀਆਂ ਐਕਸੈਪਟ ਹੋਣੀਆਂ ਹੈਗੀਆਂ, ਐਂਡ ਇਹ ਐਪਲੀਕੇਸ਼ਨ ਪੌਣੇ 3000 ਕਿਸ ਤਰ੍ਹਾਂ ਹੋਈ ਨਹੀਂ ਤੁਹਾਨੂੰ ਪਤਾ ਵੀ ਨਹੀਂ ਚੱਲਣਾ। ਸੋ ਜੇ ਤੁਸੀਂ ਪ੍ਰੋਫੈਸ਼ਨਲੀ ਕਰ ਸਕਦੇ ਹੋ, ਡੂ ਇਟ ਯੋਰਸੈਲਫ, ਅਦਰਵਾਈਜ਼ ਸੀਕ ਹੈਲਪ ਆਫ ਅ ਕੰਸਲਟੈਂਟ ਰਾਈਟ ਅਵੇ, ਤਾਂ ਕਿ ਤੁਹਾਡੀ ਐਪਲੀਕੇਸ਼ਨ ਇਹਨਾਂ ਟ੍ਰੇਡ ਦੇ ਵਿੱਚ ਜਾ ਸਕੇ। ਜੀ ਬਿਲਕੁਲ ਸਰ, ਇੱਕ ਦਰਸ਼ਕ ਨੇ ਸਾਨੂੰ ਸਵਾਲ ਪੁੱਛਿਆ ਸੀ BC ਤੋਂ ਕਿ ਉਹਨਾਂ ਦੀ ਜਿਹੜੀ ਐਕਸਟੈਂਸ਼ਨ ਖਤਮ ਹੋਣ ਵਾਲੀ ਹੈ, ਤੇ ਉਹ ਗੱਲ ਕਰ ਰਹੇ ਸੀ ਕਿ ਉਹਨਾਂ ਕੋਲ LMI ਹੈ ਤੇ ਉਹਨਾਂ ਨੇ ਅੱਗੇ ਐਕਸਟੈਂਸ਼ਨ ਪਾਈ ਹੋਈ ਹੈ, ਤੇ ਜੇ ਰਿਜੈਕਟ ਹੋ ਜਾਂਦੀ ਹੈ ਤਾਂ ਕੀ ਕਰਨਗੇ, ਜਾਂ ਫਿਰ ਕੀ ਉਹ ਜਾ ਕੇ ਫਲੈਗ ਪੋਲਿੰਗ ਕਰ ਸਕਦੇ ਨੇ? ਉਹਨਾਂ ਨੇ ਆਪਸ਼ਨਸ ਪੁੱਛੇ ਸੀ ਤੁਹਾਡੇ ਤੋਂ। ਓਕੇ, ਸਭ ਤੋਂ ਪਹਿਲਾਂ ਤਾਂ ਡੋਂਟ ਬੀ ਨੈਗੇਟਿਵ। ਇਹ ਮਾਹੌਲ ਇਹੋ ਜਿਹਾ ਚੱਲ ਰਿਹਾ ਕਿ ਨੈਗੇਟਿਵ ਖਿਆਲ ਜ਼ਿਆਦਾ ਆਉਂਦੇ ਨੇ।
ਯੂ ਬੀ ਪੋਜ਼ਿਟਿਵ ਐਂਡ ਜੇ ਤੁਹਾਡੀ ਐਪਲੀਕੇਸ਼ਨ ਠੀਕ ਲੱਗੀ ਹੈ ਤੇ ਤੁਹਾਨੂੰ ਐਕਸਟੈਂਸ਼ਨ ਜ਼ਰੂਰ ਮਿਲੇਗੀ, ਪਹਿਲੀ ਚੀਜ਼। ਦੂਸਰੀ ਚੀਜ਼ ਕਿ ਤੁਹਾਡਾ ਵਰਕ ਪਰਮਿਟ ਜਿਹੜਾ ਹੈਗਾ ਆ ਉਹ ਬਾਰਡਰ ਤੇ ਜਾ ਕੇ ਹੀ ਲੱਗ ਸਕਦਾ ਹੈ। ਫਲੈਗ ਪੋਲਿੰਗ ਜੇ ਨਹੀਂ ਖੁੱਲੇਗੀ ਤੇ ਤੁਹਾਡੀ ਐਪਲੀਕੇਸ਼ਨ ਵਿਦਿਨ ਕੈਨੇਡਾ ਪ੍ਰੋਸੈਸ ਨਹੀਂ ਹੋ ਸਕਦੀ। USA ਦਾ ਵੀਜ਼ਾ ਹੈਗਾ ਕਿ US ਤੁਹਾਡੀ ਐਪਲੀਕੇਸ਼ਨ ਆਨਲਾਈਨ ਐਪਲੀਕੇਸ਼ਨ ਲੱਗ ਸਕਦੀ ਹੈ। ਜੀ ਤੀਸਰੀ ਚੀਜ਼, ਜੇ ਤੁਸੀਂ ਵਾਪਸ ਚਲ ਜਾਂਦੇ ਹੋ ਤੇ ਤੁਹਾਡਾ ਤਾਂ ਬੈਕ ਹੋਮ ਜਾ ਕੇ ਵੀ ਤੁਸੀਂ ਐਪਲੀਕੇਸ਼ਨ ਆਪਣੀ ਵਰਕ ਪਰਮਿਟ ਦੀ ਪੁੱਟ ਅਪ ਕਰ ਸਕਦੇ ਹੋ। ਸੈਕੰਡ ਆਫ ਆਲ, ਨਾਰਮਲ ਜਿਹੜੇ ਪਹਿਲੇ LMIAs ਆ ਰਹੇ ਸੀਗੇ ਉਹ 6 ਮਹੀਨੇ ਦੀ ਵੈਲਿਡਿਟੀ ਦੇ ਵਿੱਚ ਆ ਰਹੇ ਸੀਗੇ। ਹੁਣ ਐਸ ਪਰ ਦਾ ਗਵਰਨਮੈਂਟ ਉਹ ਤੁਹਾਡਾ LMIA ਵੀ ਐਕਸਟੈਂਡ ਹੋ ਸਕਦਾ ਫॉर ਅਨਦਰ 3 ਮੰਥਸ। ਸੋ ਮੇਕ ਸ਼ੋਰ ਕਿ ਤੁਹਾਡਾ ਕੰਸਲਟੈਂਟ ਜਿਨ੍ਹਾਂ ਤੋਂ ਤੁਸੀਂ ਜਾਂ ਜਿਹੜੇ EMPLOYER ਨੇ, ਤੁਹਾਡੇ EMPLOYER ਨੇ ਜਿਹੜੇ ਕੰਸਲਟੈਂਟ ਲॉयर ਦੀ ਸਲਾਹ ਲੈ ਕੇ LMIA ਦੀ ਐਪਲੀਕੇਸ਼ਨ ਕਰਵਾਈ ਸੀਗੀ, ਉਹ 3 ਮਹੀਨੇ ਦੀ ਐਕਸਟੈਂਸ਼ਨ ਜ਼ਰੂਰ ਲੈ ਕੇ ਰੱਖ ਲੈਣ ਤੁਹਾਡੇ ਵਾਸਤੇ। ਜੀ ਬਿਲਕੁਲ। ਤੇ ਸਰ ਇੱਕ ਲਾਸਟ ਮੈਮ ਨੇ ਕੁਐਸਚਨ ਪੁੱਟ ਕੀਤਾ ਸੀ ਕਿ ਪੇਰੈਂਟਸ ਦੀ PR ਬਾਰੇ ਦੇ ਵਿੱਚ ਪੁੱਛ ਰਹੇ ਸੀ ਕਿ ਕਦੋਂ ਤੱਕ ਇਹ ਸਟਾਰਟ ਦੁਬਾਰਾ ਹੋ ਸਕਦਾ, ਕਿਉਂਕਿ ਅਪ੍ਰੈਲ 'ਚ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਇਹ ਸਟਾਰਟ ਹੋਏਗਾ। ਪੇਰੈਂਟਲ ਐਪਲੀਕੇਸ਼ਨ ਦੇ ਉੱਤੇ ਹਲੇ ਕੋਈ ਅਪਡੇਟ ਨਹੀਂ ਹੈਗੀ। ਲਾਸਟ ਅਪਡੇਟ ਜਿਹੜੀ ਆਈ ਸੀ ਮਾਰਚ ਦੇ ਲਾਸਟ ਵੀਕ ਦੇ ਵਿੱਚ ਆਈ ਸੀ, ਜਿਹਦੇ ਵਿੱਚ ਕਿਹਾ ਜਾ ਗਿਆ ਸੀਗਾ ਕਿ ਐਸ ਵੀ ਵਿਲ ਸਟਾਰਟ ਐਕਸੈਪਟਿੰਗ ਦਿਸ ਐਪਲੀਕੇਸ਼ਨ ਐਸ ਸੂਨ ਥਿੰਗਸ ਓਪਨ ਅਪ। ਸੋ ਹਲੇ ਤਾਂ ਲੋਕਡਾਊਨ ਇਜ਼ ਕੰਟੀਨਿਊਇੰਗ, ਪ੍ਰੋਬਬਲੀ ਜੁਲਾਈ ਦੇ ਵਿੱਚ ਵੀ ਵਿਲ ਹੀਅਰ ਸਮਥਿੰਗ ਬੈਕ ਫਰਮ ਦਾ ਗਵਰਨਮੈਂਟ ਔਨ ਥੀਸ ਐਪਲੀਕੇਸ਼ਨਸ। ਜੀ ਬਿਲਕੁਲ। ਤੇ ਇਸ ਵਕਤ ਦਰਸ਼ਕ ਸਾਡੇ ਨਾਲ ਕਾਫੀ ਲਾਈਨਸ ਦੇ ਉੱਤੇ ਮੌਜੂਦ ਨੇ ਜਿਹੜੇ ਆਪਣੇ ਸਵਾਲ ਪੁੱਛਣਾ ਚਾਹੁੰਦੇ ਨੇ, ਉਹਨਾਂ ਨਾਲ ਗੱਲ ਕਰ ਲਈਏ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਮੈਮ? ਹਾਂਜੀ ਮੈਂ ਬ੍ਰਿਟਿਸ਼ ਕੋਲੰਬੀਆ ਤੋਂ ਬੋਲਦੀ ਪਈ ਹਾਂ। ਜੀ ਮੈਮ ਦੱਸੋ ਕੀ ਪੁੱਛਣਾ। ਹਾਂਜੀ ਮੇਰਾ ਕੁਐਸਚਨ ਸੀ ਕਿ ਮੇਰੇ ਕੋਲ 1 ਸਾਲ ਦਾ ਵਰਕ ਪਰਮਿਟ ਸੀਗਾ ਸਤੰਬਰ 2017 ਤੋਂ ਲੈ ਕੇ ਸਤੰਬਰ 2018 ਤੱਕ, ਤੇ ਮੇਰੀ BCPNP ਕਲੀਅਰ ਹੋ ਗਈ ਸੀਗੀ ਤੇ ਉਹਦੇ ਬੇਸਿਸ ਤੇ ਮੈਂ ਵਰਕ ਪਰਮਿਟ ਐਕਸਟੈਂਸ਼ਨ ਵੀ ਅਪਲਾਈ ਕਰਤੀ ਸੀਗੀ ਐਕਸਪਾਇਰ ਵੀ ਹੋਣ ਤੋਂ ਪਹਿਲਾਂ ਹੀ, ਤੇ PR ਦੀ ਐਪਲੀਕੇਸ਼ਨ ਵੀ ਲਗਾ ਦਿੱਤੀ ਸੀਗੀ। ਤੇ ਬਟ ਹੁਣ ਤੱਕ ਉਹਨਾਂ ਨੇ ਕੋਈ ਵੀ ਜਵਾਬ ਨਹੀਂ ਦਿੱਤਾ, ਨਾ ਵਰਕ ਪਰਮਿਟ ਐਕਸਟੈਂਸ਼ਨ ਦਾ ਨਾ PR ਐਪਲੀਕੇਸ਼ਨ ਦਾ ਵੀ ਪ੍ਰੋਸੈਸਿੰਗ ਟਾਈਮ ਪੂਰਾ ਹੋ ਚੁੱਕਿਆ। ਜੀ ਹਾਂਜੀ, ਤੇ 2019 ਤੋਂ 20 ਤੱਕ ਮੈਂ ਮੈਟਰਨਿਟੀ ਲੀਵ ਤੇ ਸੀ, ਫਰਵਰੀ 2019 ਤੋਂ ਲੈ ਕੇ ਫਰਵਰੀ 2020 ਤੱਕ, ਤੇ ਮੈਂ ਜਵਾਤੀ ਜੁਆਇਨ ਕਰ ਲਿਆ ਸੀਗਾ ਆਪਣੇ ਕੰਮ ਦਿਸ ਈਅਰ। ਜੀ ਤੇ ਮਨੂ ਜੀ ਆਪਾਂ ਇਹਨਾਂ ਇਮੀਗ੍ਰੇਸ਼ਨ ਨੇ ਕੁਝ ਵੀ ਦੱਸਿਆ ਨਹੀਂ ਹੈਗਾ, ਉਹਨਾਂ ਨੇ ਲਾਈਕ ਅੰਡਰ ਪ੍ਰੋਸੈਸ ਹੀ ਕਹਿੰਦੇ ਹੋ ਫਾਈਲ, ਜਦੋਂ ਵੀ ਉਹਨਾਂ ਨੂੰ ਕੁਝ ਪੁੱਛੋ। ਜੀ ਮਨੂ ਜੀ ਆਪਾਂ ਕੁਝ ਪੁੱਛਣਾ ਜਾਂ ਇਹਨਾਂ ਦਾ ਰਿਪਲਾਈ ਕਰੀਏ? ਨਹੀਂ ਜੀ, ਇਹਨਾਂ ਨੂੰ ਕਹੋ ਬਸ ਪੇਸ਼ੈਂਸ ਰੱਖਣ। ਜੀ ਮੈਮ ਮਨੂ ਜੀ ਇਹੀ ਕਹਿ ਰਹੇ ਨੇ ਕਿ ਬਸ ਪੇਸ਼ੈਂਸ ਰੱਖੋ। ਥੈਂਕ ਯੂ ਸੋ ਮਚ ਕਾਲ ਕਰਨ ਲਈ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀ, ਮੈਂ ਸਪਾਊਸ ਓਪਨ ਵਰਕ ਪਰਮਿਟ ਤੇ ਆਇਆ ਹਾਂ ਜੀ, ਤੇ ਕੀ ਮੈਂ ਆਪਣੀ PR ਲਾ ਸਕਦਾ? ਮੇਰੀ ਵਾਈਫ ਸਟੱਡੀ ਸੀ ਉੱਥੇ ਉਹਨਾਂ ਤੋਂ ਪਹਿਲਾਂ। ਜੀ ਤੁਸੀਂ ਕਿਹਾ ਕਿ ਤੁਸੀਂ ਸਟੂਡੈਂਟ ਸਪਾਊਸ ਓਪਨ ਵਰਕ ਪਰਮਿਟ ਤੇ ਹੋ, ਤੇ ਤੁਹਾਡੀ ਵਾਈਫ ਜਿਹੜੇ ਨੇ ਉਹ ਇੱਕ ਵਾਰੀ ਦੁਬਾਰਾ ਤੁਸੀਂ ਕੁਐਸਚਨ ਰਿਪੀਟ ਕਰੋਗੇ ਪਲੀਜ਼? ਹਾਂਜੀ, ਉਹ ਮੇਰੀ ਵਾਈਫ ਸਟੱਡੀ ਸੀ ਉੱਥੇ ਉਹਨਾਂ ਦਾ 3rd ਸਮੈਸਟਰ ਆ। ਜੀ ਬਿਲਕੁਲ, ਤੇ ਅਸੀਂ ਇਹਦੇ ਬਾਰੇ ਵਿੱਚ ਗੱਲਬਾਤ ਕਰਾਂਗੇ। 3rd ਸਮੈਸਟਰ ਤੇ ਤੁਹਾਡੇ ਵਾਈਫ ਨੇ। ਜੀ ਸਰ ਤੁਸੀਂ ਕਿਸ ਚੀਜ਼ 'ਚ ਕੰਮ ਕਰਦੇ ਹੋ, ਫੀਲਡ ਕੀ ਹੈ ਤੁਹਾਡਾ? ਹਾਂਜੀ, ਮੈਂ ਉਹੀ ਪੁੱਛਣਾ ਸੀ ਕਿ ਮੈਂ ਟਰਕਿੰਗ ਲਾਈਨ 'ਚ ਜਾਂ ਫਾਰਮਿੰਗ ਲਾਈਨ 'ਚ ਵੀ ਕਿਸੇ ਲਾਈਨ 'ਚ ਅਪਲਾਈ ਕਰ ਸਕਦਾ ਜੀ ਉਹਨਾਂ ਤੋਂ ਪਹਿਲਾਂ PR? ਜੀ ਮਨੂ ਜੀ, ਤੁਹਾਨੂੰ ਮੇਰੀ ਆਵਾਜ਼ ਸੁਣਾਈ ਦੇ ਰਹੀ ਹੈ? ਕਰਨ ਜੀ, ਮੈਨੂੰ ਥੋੜਾ ਵਿੱਚ ਗੈਪ ਆ ਗਿਆ। ਜੀ ਬਿਲਕੁਲ ਸਰ, ਮੈਂ ਤੁਹਾਨੂੰ ਇਹੀ ਪੁੱਛ ਰਹੇ ਨੇ ਕਿ ਇਹਨਾਂ ਦੇ ਕੋਲ ਸਪਾਊਸ ਓਪਨ ਵਰਕ ਪਰਮਿਟ ਹੈ ਤੇ ਇਹਨਾਂ ਦੀ ਵਾਈਫ ਦਾ 3rd ਸਮੈਸਟਰ ਚੱਲ ਰਿਹਾ ਇਸ ਟਾਈਮ, ਤੇ ਕੀ ਇਹ ਆਪਣੇ ਬੇਸ ਦੇ ਉੱਤੇ ਆਪਣੀ PR ਦੀ ਫਾਈਲ ਲਗਾ ਸਕਦੇ ਨੇ? ਟਰਕਿੰਗ ਦੇ ਫੀਲਡ ਵਿੱਚ ਇਹ ਕੰਮ ਕਰ ਰਹੇ ਨੇ। 100% ਜੇ ਇਹਨਾਂ ਦੇ ਕੋਲ EMPLOYER ਹੈਗਾ ਜਿਹੜਾ ਆਪਾਂ ਸਰ ਤੁਸੀਂ TV ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਸੌਰੀ ਮੈਂ ਥੋੜੀ ਦੇਰ ਪਹਿਲਾਂ ਵੀ ਕਾਲ ਕੀਤੀ ਸੀ, ਮੇਰੀ ਸਿਸਟਰ ਬਾਰੇ ਮੈਂ ਪੁੱਛਿਆ ਸੀ ਓਪਨ ਵਰਕ ਪਰਮਿਟ, ਪਰ ਉਹਦੇ ਬੱਚਿਆਂ ਕੋਲੇ ਵਿਜ਼ਟਰ ਵੀਜ਼ਾ ਵਾ, ਉਹਦੇ ਕੋਲੇ ਓਪਨ ਵਰਕ ਪਰਮਿਟ ਆ, ਉਹਦੇ ਕੋਲੇ ਉਹਦੇ ਬੱਚਿਆਂ ਕੋਲੇ। ਮੈਮ ਤੁਹਾਡੀ ਪ੍ਰੋਫਾਈਲ ਇਸ ਟਾਈਮ ਮੇਰੇ ਕੋਲ ਨਹੀਂ ਹੈਗੀ, ਤੁਸੀਂ ਦੁਬਾਰਾ ਰਿਪੀਟ ਕਰੋਗੇ ਪਲੀਜ਼? ਹਾਂਜੀ, ਤਾਂ ਮੇਰੇ ਬ੍ਰਦਰ ਇਨ ਲਾ ਜਿਹੜੇ ਨੇ ਉਹ ਵਰਕ ਪਰਮਿਟ ਤੇ ਆਏ ਹੋਏ ਨੇ, ਤੇ ਮੇਰੀ ਜਿਹੜੀ ਸਿਸਟਰ ਆ ਉਹ ਓਪਨ ਵਰਕ ਪਰਮਿਟ ਤੇ ਉਹਦਾ ਮਿਲਿਆ ਓਪਨ ਵਰਕ ਪਰਮਿਟ, ਪਰ ਉਹ ਇੰਡੀਆ ਹੀ ਆ। ਉਹ ਇਹ ਕਿ ਇਹਨਾਂ ਨੇ ਕਿਹਾ ਸੀ ਕਿ ਉਹ ਆ ਸਕਦੇ ਨੇ, ਰਾਈਟ, ਇਹ ਇੰਡੀਆ ਟਰੈਵਲ ਕਰ ਸਕਦੇ ਨੇ, ਪਰ ਉਹਨਾਂ ਦੇ ਬੱਚਿਆਂ ਕੋਲੇ ਵਿਜ਼ਟਰ ਵੀਜ਼ਾ ਵਾ, ਉਹਨੂੰ ਟਰੈਵਲ ਕਰ ਸਕਦੇ ਨੇ। ਮੈਮ ਇਹ 에ਅਰਲਾਈਨ ਸੰਬੰਧਿਤ ਕੁਐਸਚਨ ਹੈਗਾ, ਜਦੋਂ 에ਅਰਲਾਈਨਸ ਓਪਨ ਹੋਣਗੀਆਂ ਤੁਸੀਂ ਉਸ ਟਾਈਮ ਇਹ ਕੁਐਸਚਨ ਪੁੱਟ ਕਰਿਓ, ਕਿਉਂਕਿ ਇਸ ਵਕਤ 에ਅਰਲਾਈਨਸ ਸਾਰੀਆਂ ਬੰਦ ਨੇ, ਸੋ ਜਦੋਂ ਇਹ ਓਪਨ ਹੋਣਗੀਆਂ ਉਸ ਟਾਈਮ ਹੀ ਉਹ ਆ ਸਕਦੇ ਨੇ। ਥੈਂਕ ਯੂ ਸੋ ਮਚ ਕਾਲ ਕਰਨ ਲਈ। ਮੈਂ ਇੱਕ ਚੀਜ਼ ਜ਼ਰੂਰ ਐਡ ਕਰੂੰਗਾ ਇੱਥੇ ਜੀ, ਕਿ ਇਹਨਾਂ ਦੇ ਬੱਚੇ ਜਿਹੜੇ ਇਹਨਾਂ ਦੇ ਨੀਸ ਨੈਫਿਊ ਹੈਗੇ ਨੇ, ਉਹਨਾਂ ਵਾਸਤੇ ਇਹਨਾਂ ਨੂੰ ਡਿਪੈਂਡੈਂਟ ਵੀਜ਼ਾ ਅਪਲਾਈ ਕਰਨਾ ਜ਼ਰੂਰੀ ਹੈਗਾ, ਐਂਡ ਇਟ ਹੈਜ਼ ਟੂ ਬੀ ਡਨ ਇਨ ਅ ਵੈਰੀ ਟਿਪੀਕਲ ਵੇ। ਕਿਸੇ ਕੰਸਲਟੈਂਟ ਲਾਇਰ ਦੀ ਸਲਾਹ ਲੈਣ ਤਾਂ ਕਿ ਉਹ ਬੱਚਿਆਂ ਨੂੰ ਵਿਜ਼ਿਟ ਵੀਜ਼ਾ ਦੀ ਜਗ੍ਹਾ ਡਿਪੈਂਡੈਂਟ ਵੀਜ਼ਾ। ਜੀ ਬਿਲਕੁਲ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਹੈਲੋ
ਸਤਿ ਸ਼੍ਰੀ ਅਕਾਲ ਜੀ ਸਰ, ਆਪਣੀ ਟੀਵੀ ਸਕਰੀਨ ਦੀ ਪਲੀਜ਼ ਆਵਾਜ਼ ਤੋਂ ਘੱਟ ਕਰਕੇ ਸਾਡੇ ਨਾਲ ਗੱਲ ਕਰੋ। ਹੈਲੋ ਜੀ, ਸ਼ਾਇਦ ਸਾਡਾ ਫੋਨ ਡਿਸਕਨੈਕਟ ਹੋ ਗਿਆ ਜੀ। ਸਰ, ਜਿਹੜੇ ਸਰ ਦੀ ਕਾਲ ਆਈ ਸੀ ਕਿ ਉਹ ਪੁੱਛ ਰਹੇ ਸੀ ਕਿ ਉਹ ਆਪਣੀ ਬਿਹਾਫ ਦੇ ਉੱਤੇ ਆਪਣੀ ਪੀਆਰ ਦੀ ਫਾਈਲ ਅਪਲਾਈ ਕਰ ਸਕਦੇ ਨੇ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਟਰੱਕਿੰਗ ਦੇ ਫੀਲਡ ਵਿੱਚ ਉਹ ਕੰਮ ਕਰਦੇ ਨੇ। ਤਰਨ ਜੀ, ਓਨਟਾਰੀਓ ਦੇ ਵਿੱਚ 3 ਤਰ੍ਹਾਂ ਦੇ ਇਨ ਡਿਮਾਂਡ ਐਪਲੀਕੇਸ਼ਨਸ ਚੱਲ ਰਹੀਆਂ ਹੈਗੀਆਂ। ਟਰੱਕਿੰਗ ਇੱਕ ਇੰਡਸਟਰੀ, ਫੂਡ ਐਂਡ ਐਗਰੀਕਲਚਰ ਇਜ਼ ਅਨਦਰ ਇੰਡਸਟਰੀ, ਕੰਸਟਰਕਸ਼ਨ ਇਜ਼ ਦਾ ਥਰਡ ਇੰਡਸਟਰੀ। ਚੌਥੀ ਇੰਡਸਟਰੀ ਹੈਗੀ ਹੈ ਜਿਹੜੇ ਨੈਨੀ ਦੇ ਤੌਰ ਤੇ, ਕੇਅਰ ਗਿਵਰ ਦੇ ਤੌਰ ਤੇ, ਔਰਲੀਜ਼ ਦੇ ਤੌਰ ਤੇ ਕੰਮ ਕਰ ਰਹੇ ਨੇ। ਉਹ ਇਹ 4 ਆਪਰੇਸ਼ਨਸ ਇਨ ਡਿਮਾਂਡ ਚੱਲ ਰਹੇ ਨੇ ਓਨਟਾਰੀਓ ਦੇ ਵਿੱਚ। ਜੇ ਐਮਪਲੋਇਰ ਸਪੋਰਟ ਕਰਨ ਵਾਸਤੇ ਤਿਆਰ ਹੈਗਾ ਐਂਡ ਇਹ ਰਿਕੁਆਇਰਮੈਂਟਸ ਮੀਟ ਕਰ ਰਹੇ ਨੇ। ਇਹ ਰਿਕੁਆਇਰਮੈਂਟਸ ਕੀ ਮੀਟ ਕਰ ਰਹੇ ਹੋਣਗੇ? ਇਹਨਾਂ ਦਾ 9 ਮਹੀਨੇ ਦਾ ਘੱਟੋ ਘੱਟ ਕੈਨੇਡੀਅਨ ਐਕਸਪੀਰੀਅੰਸ ਹੋਣਾ ਚਾਹੀਦਾ, ਪਹਿਲੀ ਗੱਲ। ਦੂਸਰੀ ਚੀਜ਼, ਆਈਲੈਟਸ ਦਾ ਸਕੋਰ ਹੋਣਾ ਚਾਹੀਦਾ ਇਹਨਾਂ ਦੇ ਕੋਲ। ਤੀਸਰੀ ਚੀਜ਼, ਇਹਨਾਂ ਦੇ ਕੋਲ ਡਿਗਰੀ ਅਸੈਸਮੈਂਟ ਘੱਟੋ ਘੱਟ ਗ੍ਰੇਡ 12 ਦੀ ਹੋਣੀ ਚਾਹੀਦੀ। ਇਹ ਰਿਕੁਆਇਰਮੈਂਟਸ ਮੀਟ ਹੋ ਰਹੀਆਂ ਐਂਡ EMPLOYER ਦੀਆਂ ਰਿਕੁਆਇਰਮੈਂਟਸ ਮੀਟ ਹੋ ਰਹੀਆਂ। EMPLOYER ਦੀਆਂ ਕੀ ਰਿਕੁਆਇਰਮੈਂਟਸ ਹੈਗੀਆਂ ਕਿ ਉਹਨਾਂ ਦਾ ਰੈਵਨਿਊ ਹਰ ਸਾਲ ਪਿਛਲੇ 3 ਸਾਲਾਂ ਦਾ ਮਿਲੀਅਨ ਤੋਂ ਉੱਪਰ ਹੋਵੇ। ਦੂਸਰੀ ਜਿਹੜੀ ਟਰੱਕਿੰਗ ਇੰਡਸਟਰੀ ਦੇ ਵਿੱਚ ਦਾ ਪੀਨਟਸ, ਇਸੇ ਤਰ੍ਹਾਂ ਕੰਸਟਰਕਸ਼ਨ ਇੰਡਸਟਰੀ ਦੇ ਵਿੱਚ ਦਾ ਪੀਨਟ ਕੇ 1 ਮਿਲੀਅਨ ਦਾ ਰੈਵਨਿਊ ਹੋਵੇ। 1 ਮਿਲੀਅਨ ਦਾ ਰੈਵਨਿਊ ਹਰ ਸਾਲ ਦਾ ਹੋਵੇ। 5 ਫੁੱਲ ਟਾਈਮ ਪੀਆਰ ਕੈਨੇਡੀਅਨ ਉਸ EMPLOYER ਦੇ ਕੋਲ ਕੰਮ ਕਰ ਰਹੇ ਹੋਣ। ਜੇ ਹਰ EMPLOYEES ਦੇ ਪਿੱਛੇ ਉਹ ਇੱਕ ਬੰਦੇ ਨੂੰ PNP ਦੇ ਵਾਸਤੇ ਐਪਲੀਕੇਸ਼ਨ ਲਗਾ ਸਕਦੇ ਨੇ। ਸੋ ਜੇ ਇਹਨਾਂ ਦੇ EMPLOYER ਕਰਨ ਨੂੰ ਤਿਆਰ ਹੈਗੇ ਨੇ ਤੇ ਕਿਸੇ ਕੰਸਲਟੈਂਟ ਲਾਇਰ ਦੀ ਸਲਾਹ ਲੈ ਕੇ ਇਹ ਐਪਲੀਕੇਸ਼ਨ ਪੁੱਟ ਅਪ ਜੀ ਸਰ, ਇੱਕ ਹੋਰ ਕਾਲਰ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕਿੱਥੋਂ ਬੋਲ ਰਹੇ ਹੋ ਮੈਮ? ਹਾਂਜੀ ਮੈਮ, ਅਸੀਂ ਬ੍ਰੈਂਪਟਨ ਤੋਂ ਬੋਲਦੇ ਹਾਂ ਜੀ। ਜੀ ਦੱਸੋ, ਕੀ ਪੁੱਛਣਾ ਤੁਸੀਂ? ਹਾਂਜੀ ਮੈਮ, ਮੈਂ ਸਰ ਨੂੰ ਪੁੱਛਣਾ ਸੀ ਆਪਣੇ ਦਿੱਲੀ ਮੈਸੀਆਂ ਕਦੋਂ ਓਪਨ ਹੋਣੀਆਂ, ਤੇ ਅਸੀਂ ਪਾਸਪੋਰਟ ਦੀ ਵੇਟ ਕਰ ਰਹੇ ਸੀ। ਮੇਰੇ ਹਸਬੈਂਡ ਦਾ ਮੈਡੀਕਲ ਹੋਇਆ, ਅਸੀਂ ਪਾਸਪੋਰਟ ਦੀ ਵੇਟ ਕਰ ਰਹੇ ਸੀ ਕਦੋਂ ਉਹ ਮੰਗਣਗੇ। ਜੀ, ਤੁਸੀਂ ਦਿੱਲੀ ਐਮਬੈਸੀ ਕਦੋਂ ਤੱਕ ਓਪਨ ਹੋਣਗੇ ਇਹਦੇ ਬਾਰੇ ਚ ਪੁੱਛਣਾ ਚਾਹੁੰਦੇ ਹੋ? ਥੈਂਕ ਯੂ ਸੋ ਮਚ ਕਾਲ ਕਰਨ ਲਈ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਜੀ ਮਨੂ ਜੀ। ਤਰਨ ਜੀ, ਆਉਣ ਵਾਲੇ ਕੁਝ ਹਫ਼ਤਿਆਂ ਦੇ ਵਿੱਚ ਓਪਨ ਹੋਣਗੇ, ਆਸ਼ਾ ਹੈਗੀ ਹੈ। ਐਂਡ ਬੀ ਪੇਸ਼ੈਂਟ, ਦੈਟ ਇਜ਼ ਵਾਟ ਆਈ ਕੈਨ ਟੈਲ। ਬਿਲਕੁਲ, ਨੈਕਸਟ ਕੁਐਸਚਨ ਲੈ ਲਈਏ। ਹੈਲੋ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਬੀਸੀ ਤੋਂ ਬੋਲ ਰਿਹਾ, ਪਹਿਲਾਂ ਹੀ ਫੋਨ ਕੀਤਾ ਤੁਹਾਨੂੰ। ਮੇਰਾ ਨਾ ਜਿਹੜਾ ਸਵਾਲ ਸੀਗਾ, ਐਕਟਰ ਦਾ ਵਿਜ਼ਟਰ ਵੀਜ਼ਾ ਮੇਰਾ ਖਤਮ ਹੋ ਗਿਆ, ਮੈਂ ਐਕਸਟੈਂਸ਼ਨ ਲਾਈ ਹੋਈ ਹੈ ਤੇ ਹੁਣ ਜਿਵੇਂ ਮੇਰੀ ਐਕਸਟੈਂਸ਼ਨ ਮੇਰੇ 3 ਮਹੀਨੇ ਚ ਬਰੂ ਹੋਣੀ ਹੈ। ਮੇਰੀ ਐਕਸਟੈਂਸ਼ਨ ਜਾ ਕੇ ਬਰੂ ਹੋਣੀ ਅਗਸਤ ਦੇ ਵਿੱਚ, ਅਗਸਤ ਸਤੰਬਰ ਦੇ ਵਿੱਚ। ਜਿੰਨੀ ਦੇਰ ਮੇਰੀ ਐਕਸਟੈਂਸ਼ਨ ਦਾ ਰਿਜ਼ਲਟ ਨਹੀਂ ਆਉਂਦਾ, ਉਦੋਂ ਪਹਿਲਾਂ ਮੈਂ ਫਲੈਗ ਪੋਲਿੰਗ ਕਰ ਸਕਦਾ ਜੇ ਫਲੈਗ ਪੋਲਿੰਗ ਖੁੱਲ ਜਾਂਦੀ ਹੈ। ਜੀ ਮਨੂ ਦੱਤਾ ਜੀ, ਆਪਾਂ ਇਹਨਾਂ ਨੂੰ ਕੁਝ ਪੁੱਛਣਾ ਜਾਂ ਟੀਵੀ ਸਕਰੀਨ ਤੇ ਇਹਨਾਂ ਦਾ ਆਨਸਰ ਦਈਏ? ਬਿਲਕੁਲ, ਔਨ ਸਕਰੀਨ ਆਨਸਰ ਤੁਸੀਂ ਜੀ ਸਰ ਔਨ ਸਕਰੀਨ ਆਨਸਰ ਸੁਣ ਸਕਦੇ ਹੋ। ਕਾਲ ਕੀਤੀ ਉਹਦੇ ਲਈ ਬਹੁਤ ਬਹੁਤ ਧੰਨਵਾਦ। ਹੈਲੋ ਮੈਮ, ਪਲੀਜ਼ 2 ਮਿੰਟ ਲਈ ਤੁਸੀਂ ਹੋਲਡ ਕਰਿਓ। ਮਨੂ ਜੀ ਕਿਸੇ ਦਾ ਰਿਪਲਾਈ ਕਰ ਰਹੇ ਨੇ। ਜੀ ਮਨੂ ਜੀ। ਤਰਨ ਜੀ, ਸਭ ਤੋਂ ਪਹਿਲਾਂ ਗੱਲ ਤੇ ਜੇ ਇਹਨਾਂ ਦੀ ਐਪਲੀਕੇਸ਼ਨ ਲੱਗੀ ਹੋਈ ਹੈ, ਪ੍ਰੋਫੈਸ਼ਨਲੀ ਲੱਗੀ ਸੀਗੀ, ਤੇ ਇਹ ਐਪਲੀਕੇਸ਼ਨ ਦੀ ਕਾਪੀ ਲੈ ਕੇ ਜਾ ਕੇ ਵੀ ਫਲੈਗ ਪੋਲਿੰਗ ਕਰ ਸਕਦੇ ਨੇ, ਪ੍ਰੋਵਾਈਡਡ ਹੀ ਗੈਟਸ ਐਨ ਆਪਸ਼ਨ ਕਿ ਉੱਥੇ ਫਲੈਗ ਪੋਲਿੰਗ ਸ਼ੁਰੂ ਹੋ ਜਾਵੇ। ਜੇ ਬਾਰਡਰ ਹੀ ਬੰਦ ਰਹਿਣਗੇ ਤੇ ਫਲੈਗ ਪੋਲਿੰਗ ਨਹੀਂ ਹੋ ਸਕੇਗੀ। ਦੂਸਰੀ ਚੀਜ਼, ਰੀਜ਼ਨੇਬਲੀ ਇਟ ਇਜ਼ ਬੈਟਰ ਕਿ ਇਹਨਾਂ ਦੇ ਕੋਲ ਜਦੋਂ ਵਰਕ ਪਰਮਿਟ, ਜਦੋਂ ਇਹਨਾਂ ਦੀ ਐਕਸਟੈਂਸ਼ਨ ਆ ਜਾਣ ਤਾਂ ਫਲੈਗ ਪੋਲਿੰਗ ਵਾਸਤੇ ਜਾਣ। ਜੀ ਬਿਲਕੁਲ। ਨੈਕਸਟ ਮੈਮ ਸਾਡੇ ਨਾਲ ਜੁੜ ਚੁੱਕੇ ਨੇ ਕਾਲਰ। ਹੈਲੋ ਸੌਰੀ ਜੀ, ਤੁਹਾਨੂੰ ਵੇਟ ਕਰਵਾਈ। ਹਾਂਜੀ ਦੱਸੋ, ਕਿੱਥੋਂ ਬੋਲ ਰਹੇ ਹੋ? ਮੈਂ ਮੌਂਟਰੀਅਲ ਤੋਂ ਬੋਲ ਰਹੀ ਹਾਂ, ਮੈਂ ਇੰਟਰਨੈਸ਼ਨਲ ਸਟੂਡੈਂਟ ਹਾਂ ਇੱਥੇ ਜੀ। ਤੇ ਐਕਚੁਅਲੀ ਮੇਰਾ ਕੁਐਸਚਨ ਇਹ ਆ ਕਿ ਪਹਿਲਾਂ ਸਾਡੇ ਕਾਲਜ ਦੀ ਸਟੱਡੀ ਮਾਰਚ ਵਿੱਚ 2021 ਵਿੱਚ ਕੰਪਲੀਟ ਹੋ ਜਾਣੀ ਸੀ, ਬਟ ਹੁਣ ਅਚਾਨਕ ਕਾਲਜ ਕਹਿ ਰਿਹਾ ਵਾ ਕਿ ਤੁਹਾਡਾ ਕੋਰਸ ਥੋੜਾ ਐਕਸਟੈਂਡ ਕਰ ਦਿੱਤਾ ਗਿਆ ਵਾ ਕਿਸੇ ਰੀਜ਼ਨ ਕਰਕੇ। ਹੁਣ ਤੁਹਾਨੂੰ ਸਾਰੇ ਆਪਣੇ ਇਮੀਗ੍ਰੇਸ਼ਨ ਡਾਕੂਮੈਂਟਸ ਸੀਗੇ, ਕਿਊ, ਵਰਕ ਪਰਮਿਟ, ਸਟੱਡੀ ਪਰਮਿਟ, ਸਾਰਾ ਕੁਝ ਐਕਸਟੈਂਡ ਕਰਵਾਉਣਾ ਪਵੇਗਾ। ਉਹ ਤੁਹਾਡਾ ਹੁਣ ਕੋਰਸ ਜੁਲਾਈ 2021 ਤੱਕ ਹੋ ਚੁੱਕਾ ਆ। ਤੇ ਮੇਰਾ ਕੁਐਸਚਨ ਇਹ ਆ ਕਿ ਮੈਂ ਹੁਣ ਉਹ ਕਿੱਦਾਂ ਅਪਲਾਈ ਕਰ ਸਕਦੀ ਹਾਂ? ਆਨਲਾਈਨ ਕਰਨਾ, ਕੈਨੇਡਾ ਸਰਵਿਸ ਤੋਂ ਕਰਨਾ, ਜਾਂ ਇਮੀਗ੍ਰੇਸ਼ਨ ਵਿੱਚ ਮੈਂ ਕਿਵੇਂ ਅਪਲਾਈ ਕਰਾਂ ਤੇ ਕਿੰਨਾ ਟਾਈਮ ਲੱਗੂਗਾ ਉਹ ਸਾਰੇ ਡਾਕੂਮੈਂਟਸ ਮੈਨੂੰ ਮਿਲਣ ਲਈ? ਜੀ ਮਨੂ ਜੀ, ਕੁਝ ਪੁੱਛਣਾ ਜਾਂ ਆਪਾਂ ਇਹਨਾਂ ਦਾ ਆਨਸਰ ਕਰੀਏ? ਆਨਲਾਈਨ ਦੇ ਸਕਦੇ ਤੁਸੀਂ ਆਨਲਾਈਨ ਆਨਸਰ ਮੈਮ ਤੁਸੀਂ ਸੁਣ ਸਕਦੇ ਹੋ। ਥੈਂਕ ਯੂ ਸੋ ਮਚ ਕਾਲ ਕਰਨ ਲਈ। ਜੀ ਸਰ। ਕਿਰਨ ਜੀ, ਇਹ ਬੇਸਿਕਲੀ ਇਹਨਾਂ ਨੂੰ ਐਕਸਟੈਂਸ਼ਨ ਅਪਲਾਈ ਜਦੋਂ ਕਰਨਗੇ 3 ਤੋਂ 4 ਮਹੀਨੇ ਦਾ ਟਾਈਮ ਸੋਚ ਕੇ ਚੱਲਣ ਕਿ 3 ਤੋਂ 4 ਮਹੀਨੇ ਲੱਗ ਸਕਦੇ ਹੈ ਇਹਨਾਂ ਦੀ ਐਕਸਟੈਂਸ਼ਨ ਆਉਂਦਿਆਂ। ਬਟ ਜੇ ਕਾਲਜ ਨੇ ਇਹਨਾਂ ਨੂੰ ਰਿਟਨ ਦੇ ਵਿੱਚ ਦੇ ਦਿੱਤਾ ਹੈਗਾ ਤੇ देयर ਐਪਲੀਕੇਸ਼ਨ ਫॉर ਐਕਸਟੈਂਸ਼ਨ ਕੈਨ ਗੋ ਇਨ ਇਵਨ ਨਾਓ। ਜੀ ਬਿਲਕੁਲ ਸਰ, ਅਸੀਂ ਅੱਜ ਪਾਇਲਟ ਪ੍ਰੋਜੈਕਟ ਦੀ ਗੱਲ ਕਰ ਰਹੇ ਸੀ। ਜਿਹੜੇ ਪਾਇਲਟ ਪ੍ਰੋਜੈਕਟ ਦੀ ਤੁਸੀਂ ਗੱਲ ਕਰ ਰਹੇ ਸੀਗੇ ਕਿ ਉਸ ਖੇਤੀਬਾੜੀ ਸੈਕਟਰ ਦੇ ਵਿੱਚ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਦੇ ਕੋਲ ਪੋਸਟ ਗ੍ਰੈਡ ਵਰਕ ਪਰਮਿਟ ਹੈਗਾ, ਕੀ ਉਹ ਅਪਲਾਈ ਕਰ ਸਕਦੇ ਨੇ ਕਿ ਸਾਲ ਦਾ ਐਕਸਪੀਰੀਅੰਸ ਲੈ ਕੇ ਉਸ ਤੋਂ ਬਾਅਦ ਇਹਦੇ ਵਿੱਚ ਉਹ ਆਪਣੇ ਆਪ ਨੂੰ ਕੁਆਲੀਫਾਈ ਕਰ ਸਕਣ?
ਤਰਨ ਜੀ ਆ ਜਿਹੜਾ ਨਵਾਂ ਪਾਇਲਟ ਪ੍ਰੋਜੈਕਟ ਸ਼ੁਰੂ ਹੋਇਆ ਹੈ ਐਗਰੀਕਲਚਰ ਫੂਡ ਇਮੀਗ੍ਰੇਸ਼ਨ ਪਾਇਲਟ, ਇਹਦੇ ਵਿੱਚ ਓਪਨ ਵਰਕ ਪਰਮਿਟ ਵਾਲੇ ਲੋਕ ਐਪਲੀਕੈਂਟਸ ਐਲੀਜੀਬਲ ਨਹੀਂ ਹੋਣਗੇ। ਓਕੇ। ਇਹਦੇ ਵਿੱਚ ਉਹੀ ਐਲੀਜੀਬਲ ਹੋਏਗਾ ਜਿਹਦੇ ਕੋਲ LMIA ਤੇ ਜਿਨ੍ਹਾਂ ਨੇ 1 ਸਾਲ ਕੰਮ ਕਰ ਲਿਆ ਹੈਗਾ ਕੈਨੇਡਾ ਦੇ ਵਿੱਚ EMPLOYER, ਉਹੀ ਐਲੀਜੀਬਲ ਹੋਣਗੇ। ਹਾਂ, ਓਨਟਾਰੀਓ ਦੀ ਜੇ ਗੱਲ ਕਰੀਏ, ਓਨਟਾਰੀਓ ਦੇ ਵਿੱਚ ਵੀ ਜਿਹੜਾ ਇਨ ਡਿਮਾਂਡ ਆਕੂਪੇਸ਼ਨ ਚੱਲ ਰਿਹਾ ਹੈਗਾ, ਜੇ ਫਾਰਮਿੰਗ ਦੇ ਵਿੱਚ, ਕੰਸਟਰਕਸ਼ਨ ਦੇ ਵਿੱਚ, ਟਰੱਕਿੰਗ ਦੇ ਵਿੱਚ ਤੁਸੀਂ ਕੰਮ ਕਰ ਲੈਂਦੇ ਹੋ 9 ਮਹੀਨੇ, ਈਵਨ ਓਪਨ ਵਰਕ ਪਰਮਿਟ ਤੇ, ਤਾਂ ਵੀ ਤੁਸੀਂ ਇਸ ਪਾਇਲਟ ਦਾ ਓਨਟਾਰੀਓ PNP ਦਾ ਫਾਇਦਾ ਚੱਕ ਸਕਦੇ ਜੀ ਬਿਲਕੁਲ। ਇੱਕ ਦਰਸ਼ਕ ਸਾਡੇ ਨਾਲ ਹੋਰ ਜੁੜ ਗਏ ਨੇ, ਇਹਦੇ ਬਾਰੇ ਗੱਲਬਾਤ ਕਰਾਂਗੇ। ਹੈਲੋ ਜੀ ਮੈਮ, ਕਿੱਥੋਂ ਬੋਲ ਰਹੇ ਹੋ ਤੁਸੀਂ? ਹਾਂਜੀ ਜੀ, ਮੈਂ BC ਤੋਂ ਬੋਲਦੀ ਹਾਂ, ਬਰਨਬੀ ਤੋਂ। ਜੀ ਦੱਸੋ ਕੀ ਪੁੱਛਣਾ? ਮੇਰੇ ਕੋਲੋਂ ਜੀ ਕਿਚਨ ਹੈਲਪਰ ਦੀ ਹੈਗੀ ਜੀ ਜੋ LMI, ਇਹ 4 ਨਵੰਬਰ ਨੂੰ ਮੇਰੀ ਖਤਮ ਹੋ ਜਾਣੀ ਹੈ। ਮੈਂ ਪੁੱਛਣਾ ਸੀ ਦੁਬਾਰਾ ਮੈਨੂੰ 1 ਸਾਲ ਦੇ ਦੁਬਾਰਾ ਫਿਰ ਮਿਲੇਗਾ ਜੀ? ਜੀ ਮਨੂ ਜੀ, ਆਪਾਂ ਕੁਝ ਪੁੱਛਣਾ ਜਾਂ ਟੀਵੀ ਸਕਰੀਨ ਤੇ ਆਨਸਰ ਕਰੀਏ? ਮੈਨੂੰ ਇਹਨਾਂ ਦੀ ਆਵਾਜ਼ ਨਹੀਂ ਸੁਣੀ, ਤੁਹਾਨੂੰ ਸਰ ਇਹ ਪੁੱਛ ਰਹੇ ਨੇ ਕਿ ਇਹਨਾਂ ਦੇ ਕੋਲ ਕਿਚਨ ਹੈਲਪਰ ਦਾ ਜਿਹੜੀ ਹੈ LMIA ਹੈ, ਜੋ ਕਿ 4 ਨਵੰਬਰ ਨੂੰ ਐਕਸਪਾਇਰ ਹੋ ਜਾਣੀ ਹੈ। ਜੇ ਦੁਬਾਰਾ ਇਹਦੇ ਲਈ ਅਪਲਾਈ ਕਰਦੇ ਨੇ, ਕੀ ਇਹਨਾਂ ਨੂੰ ਫਿਰ ਤੋਂ 1 ਸਾਲ ਦੀ ਹੀ ਮਿਲੇਗੀ? ਜੇ LMIA ਮਿਲਦੀ ਹੈ ਤਾਂ LMIA ਅੱਜ ਦੀ ਤਰੀਕ ਦੇ ਵਿੱਚ 9 ਮੰਥਸ ਦੀ ਮਿਲ ਰਹੀ ਹੈ, ਬਟ ਵਰਕ ਪਰਮਿਟ ਤੁਹਾਨੂੰ 2 ਸਾਲ ਦਾ ਮਿਲਣਾ ਚਾਹੀਦਾ। ਜੀ ਬਿਲਕੁਲ, ਆਪਾਂ ਟੀਵੀ ਸਕਰੀਨ ਤੇ ਇਹਨਾਂ ਨੂੰ ਆਨਸਰ ਦੇ ਸਕਦੇ ਹਾਂ। ਜੀ ਥੈਂਕ ਯੂ ਸੋ ਮਚ ਮੈਮ। ਕਾਲ ਕਰਨ ਲਈ ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ, ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਹੈ ਮੈਮ, ਥੋੜਾ ਜਿਹਾ ਲਾਊਡ ਕਰੋਗੇ ਆਵਾਜ਼ ਨੂੰ? ਹਾਂਜੀ ਜੀ, ਮੈਂ ਬਰੈਂਪਟਨ ਤੋਂ ਬੋਲਦੀ ਹਾਂ ਜੀ। ਹਾਂਜੀ ਮੈਮ, ਮੈਂ ਆਪਣੇ ਬ੍ਰਦਰ ਲਈ ਕੁਐਸਚਨ ਪੁੱਛਣਾ ਸੀ। ਜਿੱਦਾਂ ਉਹ ਦੁਬਈ 'ਚ ਆ, ਟਰੱਕ ਡਰਾਈਵਰ ਹੈ, ਜਿੱਦਾਂ ਉਹਨੇ ਲਾਸਟ ਈਅਰ ਐਟਲਾਂਟਿਕ ਇਮੀਗ੍ਰੇਸ਼ਨ ਪਾਇਲਟ ਪਲਾਨ 'ਚ ਉਹਨੇ ਅਪਲਾਈ ਕੀਤਾ ਸੀਗਾ, ਤੇ ਉਹਨਾਂ ਦਾ ਪੇਪਰ ਵਰਕ ਜਿੱਦਾਂ ਡਨ ਹੋ ਗਿਆ, ਇੰਟਰਵਿਊ ਵਗੈਰਾ ਵੀ ਹੋ ਗਈ ਆ, ਬਟ ਹੁਣ ਅਸੀਂ ਇੰਡੋਰਸਮੈਂਟ ਐਪਲੀਕੇਸ਼ਨ ਜਿੱਦਾਂ ਕੀਤੀ ਸੀਗੀ ਤੇ ਉਹਦੀ ਵੇਟ ਕਰਦੇ ਆ, ਇਹਦਾ ਵੀ ਪਤਾ ਲੱਗੇ ਵੀ ਕਿੰਨਾ ਟਾਈਮ ਐਗਜ਼ੈਕਟ ਹੁੰਦਾ ਹੈ, ਕਿੰਨਾ ਟਾਈਮ ਲੱਗ ਸਕਦਾ ਹੈ, ਕਿਉਂਕਿ ਆਈ ਗੈਸ 4 ਮੰਥ ਤੇ ਹੋ ਗਏ ਆ ਜੀ। ਹਾਂਜੀ ਜੀ ਮਨੂ ਜੀ, ਤੁਹਾਨੂੰ ਆਨਸਰ ਇਹਨਾਂ ਦਾ ਕੁਐਸਚਨ ਸੁਣ ਗਿਆ। ਆਪਾਂ ਇਹਨਾਂ ਨੂੰ ਟੀਵੀ ਸਕਰੀਨ ਤੇ ਆਨਸਰ ਦਈਏ ਜਾਂ ਕੁਝ ਪੁੱਛਣਾ ਚਾਹੁੰਦੇ ਹੋ? ਬਿਲਕੁਲ, ਤੁਸੀਂ ਟੀਵੀ ਸਕਰੀਨ ਤੇ ਆਨਸਰ ਦੇਂਗੇ, ਬਟ ਤੁਹਾਨੂੰ ਇੱਕ ਵਾਰੀ ਰਿਪੀਟ ਕਰਨਾ ਪੈਣਾ। ਬਿਲਕੁਲ ਜੀ, ਮੈਂ ਰਿਪੀਟ ਕਰ ਦਿੰਦੀ ਹਾਂ ਸਰ, ਜ਼ਰੂਰ। ਇੱਕ ਦਰਸ਼ਕ ਦੀ ਕਾਲ ਅਸੀਂ ਹੋਰ ਲੈ ਲਈਏ, ਫਿਰ ਅਸੀਂ ਇਕੱਠੇ ਹੀ ਇਹਨਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹਾਂ। ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਮੈਡਮ ਮੈਂ ਸਰੀ ਤੋਂ ਬੋਲ ਰਿਹਾ ਸੀਗਾ ਜੀ। ਸਰ ਦੱਸੋ ਕੀ ਪੁੱਛਣਾ? ਮੇਰਾ ਕੁਐਸਚਨ ਸੀਗਾ ਮੈਡਮ, ਮੈਂ ਨਾ ਇੱਥੇ ਵਰਕ ਪਰਮਿਟ ਤੇ ਹੈ, ਬਟ ਮੇਰਾ ਵਰਕ ਪਰਮਿਟ ਨੈਕਸਟ ਈਅਰ ਤੱਕ ਹੈ, ਐਕਸਟੈਂਡ ਹੋ ਚੁੱਕਾ ਹੋਇਆ ਹੈ, ਬਟ ਮੇਰਾ ਜਿਹੜਾ ਵਿਜ਼ਿਟਰ ਵੀਜ਼ਾ ਸੀਗਾ ਉਹ ਅਪ ਟੂ ਸੈਪਟੰਬਰ ਤੱਕ ਹੈ। ਮੈਨੂੰ ਇਸ ਕੇਸ ਵਿੱਚ ਵਿਜ਼ਿਟਰ ਵੀਜ਼ਾ ਵੀ ਸੈਪਰੇਟਲੀ ਐਕਸਟੈਂਡ ਕਰਵਾਉਣਾ ਪਏਗਾ, ਕਿਉਂਕਿ ਸਪੋਜ਼ ਆਉਣ ਜਾਣ ਲਈ ਅਗਰ ਕਿਤੇ ਵੀ ਵਰਕ ਪਰਮਿਟ ਵੈਦਰ ਵੀ ਇਹ ਇਨਬਿਲਟ ਹੁੰਦਾ ਟੈਂਪਰੇਰੀ ਰੈਜ਼ੀਡੈਂਸ ਦੇ ਨਾਲ, ਔਰ ਵਿਜ਼ਿਟਰ ਵੀਜ਼ਾ ਸੈਪਰੇਟ ਮੈਨੂੰ ਐਕਸਟੈਂਡ ਕਰਾਉਣਾ ਪਏਗਾ, ਸਪੋਜ਼ ਮੈਂ ਅਗਰ ਜਾਣਾ ਚਾਹਨਾ ਫਿਰ ਵਾਪਸ ਆਉਣਾ ਚਾਹਨਾ ਇੰਡੀਆ। ਜੀ ਮਨੂ ਜੀ, ਤੁਹਾਨੂੰ ਕੁਐਸਚਨ ਸੁਣ ਗਿਆ, ਆਪਾਂ ਟੀਵੀ ਸਕਰੀਨ ਤੇ ਆਨਸਰ ਕਰੀਏ? ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਪਹਿਲਾਂ ਆਪਾਂ ਇਹਨਾਂ ਦੇ ਸਵਾਲਾਂ ਦੇ ਜਵਾਬ ਦੇ ਦਈਏ। ਮੈਮ ਨੇ ਕਿਹਾ ਸੀ ਉਹਨਾਂ ਕੋਲ ਕਿਚਨ ਹੈਲਪਰ ਦੀ ਹੈਗੀ ਹੈ ਤੇ LMIA ਵੀ ਹੈ, ਤੇ 1 ਸਾਲ ਦਾ ਹੀ ਮਿਲੇਗਾ। ਤੁਸੀਂ ਸ਼ਾਇਦ ਇਹਨਾਂ ਨੂੰ ਕਿਹਾ ਸੀ ਕਿ LMIA 9 ਮੰਥ ਦੀ ਹੁੰਦੀ ਹੈ, ਤੇ ਜਿਹੜਾ ਤੁਹਾਨੂੰ ਵਰਕ ਪਰਮਿਟ ਮਿਲੇਗਾ ਉਹ 2 ਸਾਲ ਲਈ ਮਿਲੇਗਾ। ਤੇ ਇਸ ਤੋਂ ਬਾਅਦ ਬਰੈਂਪਟਨ ਦੀ ਸਰ ਦੀ ਕਾਲ ਆਈ ਸੀ, ਜਿਨ੍ਹਾਂ ਨੇ ਕਿਹਾ ਸੀਗਾ ਕਿ ਮੈਮ ਦੀ ਕਾਲ ਆਈ ਸੀ, ਉਹਨਾਂ ਦਾ ਬ੍ਰਦਰ ਸਰ ਇਹਨਾਂ ਦਾ ਹੈਗਾ ਦੁਬਈ ਤੋਂ, ਟਰੱਕ ਡਰਾਈਵਰ ਦੀ ਉਹ ਜੌਬ ਕਰਦੇ ਸੀ। ਐਟਲਾਂਟਿਕ ਇਮੀਗ੍ਰੇਸ਼ਨ ਪਲੈਨਿੰਗ ਦੇ ਵਿੱਚ ਇਹਨਾਂ ਨੇ ਆਪਣਾ ਫਾਈਲ ਲਗਾਈ ਸੀ, ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਪੇਪਰ ਜਿਹੜੇ ਆ ਪੂਰੇ ਹੋ ਚੁੱਕੇ ਨੇ, ਤੇ ਉਹਨਾਂ ਨੂੰ ਐਂਡੋਰਸਮੈਂਟ ਐਪਲੀਕੇਸ਼ਨ ਦੀ ਵੇਟ ਕਰ ਰਹੇ ਨੇ। 4 ਮੰਥ ਹੋ ਚੁੱਕੇ ਨੇ, ਕਿੰਨਾ ਟਾਈਮ ਹੋਰ ਲੱਗ ਸਕਦਾ? ਨਾਰਮਲ ਪ੍ਰੋਸੈਸਿੰਗ ਟਾਈਮ 3 ਤੋਂ 4 ਮਹੀਨਿਆਂ ਦਾ ਹੀ ਹੈਗਾ ਜੀ ਐਂਡੋਰਸਮੈਂਟ ਤੇ PNPs ਦਾ, ਤੇ ਇਟ ਸ਼ੁੱਡ ਪ੍ਰੋਬਬਲੀ ਗੈਟ ਡਨ ਨਾਓ, ਬਿਕੋਜ਼ ਇਟ ਮਾਈਟ ਬੀ ਬਿਕੋਜ਼ ਆਫ ਲਾਕਡਾਊਨ ਕਿ ਉਹਨਾਂ ਦੀ ਐਪਲੀਕੇਸ਼ਨ ਥੋੜਾ ਜਿਹਾ ਡਿਲੇ ਹੋ ਰਹੀ ਜੀ। ਤੇ ਹੁਣ ਇੱਕ ਸਰ ਦੀ ਜਿਨ੍ਹਾਂ ਦੀ ਕਾਲ ਆਈ ਸੀ, ਪੁੱਛ ਰਹੇ ਸੀ ਕਿ ਉਹਨਾਂ ਨੂੰ ਵਿਜ਼ਟਰ ਵੀਜ਼ਾ ਐਕਸਟੈਂਡ ਕਰਵਾਉਣਾ ਪਏਗਾ ਜਾਂ ਨਹੀਂ ਕਰਵਾਉਣਾ ਪਏਗਾ? ਹਾਂਜੀ ਬਿਲਕੁਲ। ਓਕੇ, ਜਿਹੜੇ ਜਦੋਂ ਵੀ ਤੁਸੀਂ ਕੈਨੇਡਾ ਤੋਂ ਇੰਡੀਆ ਤੋਂ ਆਉਂਦੇ ਹੋ ਜਾਂ ਕਿਸੇ ਹੋਰ ਮੁਲਕ ਤੋਂ ਕੈਨੇਡਾ ਟਰੈਵਲ ਕਰਦੇ ਹੋ, ਭਾਵੇਂ ਸਟੱਡੀ ਪਰਮਿਟ ਤੇ, ਭਾਵੇਂ ਵਰਕ ਪਰਮਿਟ ਤੇ ਜਾਂ ਫਿਰ ਇੱਥੇ ਵਿਜ਼ਿਟ ਵੀਜ਼ਾ ਤੇ ਆ ਕੇ ਤੁਸੀਂ ਆਪਣਾ ਵਰਕ ਪਰਮਿਟ ਲੈਂਦੇ ਹੋ, ਤੇ ਜਿਹੜਾ ਤੁਹਾਡਾ ਪਾਸਪੋਰਟ ਦੇ ਉੱਤੇ ਸਟicker ਹੁੰਦਾ, ਦੈਟ ਇਜ਼ ਬੇਸਿਕਲੀ ਅ ਸਟicker ਟੂ ਗੈਟ ਬੈਕ ਇਨਟੂ ਕੈਨੇਡਾ। ਸੋ ਜੇ ਵਰਕ ਪਰਮਿਟ ਤੁਹਾਡੇ ਕੋਲ ਹੈਗਾ ਤੇ ਤੁਸੀਂ ਤੁਹਾਡਾ ਸਟicker ਐਕਸਪਾਇਰ ਹੋਣ ਜਾ ਰਿਹਾ ਤੇ ਤੁਹਾਨੂੰ ਸਟicker ਦੁਬਾਰਾ ਲੈਣਾ ਪਏਗਾ। ਉਹਦੇ ਵਾਸਤੇ ਐਪਲੀਕੇਸ਼ਨ ਨਾਰਮਲ ਪ੍ਰੋਸੈਸਿੰਗ ਟਾਈਮ ਇਜ਼ ਸਮਥਿੰਗ ਲਾਈਕ 6 to 8 ਵੀਕਸ। ਸੋ 6 to 8 ਵੀਕਸ ਲੱਗ ਸਕਦੇ ਨੇ। ਐਂਡ ਮੈਂ ਤੁਹਾਨੂੰ ਇੱਕ ਚੀਜ਼ ਜ਼ਰੂਰ ਰਿਕਮੈਂਡ ਕਰੂੰਗਾ, ਜਿਨ੍ਹਾਂ ਦਾ ਸਟicker ਐਕਸਪਾਇਰ ਹੋ ਗਿਆ, ਜੇ ਤੁਸੀਂ ਵਰਕ ਪਰਮਿਟ
ਪਰਮਿਟ ਤੇ ਜਾਂ ਸਟੱਡੀ ਪਰਮਿਟ ਤੇ ਜਾਂ ਪੋਸਟ ਗ੍ਰੈਡ ਵਰਕ ਪਰਮਿਟ ਤੇ ਹੈਗੇ ਹੋ, ਡੂ ਨਾਟ ਟਰੈਵਲ ਆਊਟ ਵਿਦਆਊਟ ਗੈਟਿੰਗ ਅ ਨਿਊ ਸਟicker ਔਨ ਯੋਰ ਪਾਸਪੋਰਟ। ਨਹੀਂ ਤਾਂ ਤੁਹਾਨੂੰ ਵਾਪਸ ਆਉਣ ਵੇਲੇ ਬੜੀ ਦਿੱਕਤ ਹੋਏਗੀ। ਜੀ ਬਿਲਕੁਲ ਸਰ, ਅਸੀਂ ਪਾਇਲਟ ਪ੍ਰੋਜੈਕਟ ਦੀ ਗੱਲ ਕਰ ਸੀ, ਇਹਦੀ ਐਲੀਜੀਬਿਲਿਟੀ ਤਾਂ ਤੁਸੀਂ ਦੱਸੀ ਕਿ ਕੀ ਹੋ ਸਕਦਾ, ਇਸ ਤੋਂ ਬਾਅਦ ਰਿਕੁਆਇਰਮੈਂਟਸ ਕੀ ਨੇ, ਕੀ ਕਿਸੇ EMPLOYER ਤੋਂ LMIA ਦੀ ਜ਼ਰੂਰਤ ਹੈ ਵਰਕ ਪਰਮਿਟ ਦੀ, ਇਹਦੇ ਬਾਰੇ ਵਿੱਚ ਜ਼ਰੂਰ ਸਾਨੂੰ ਦੱਸਿਓ ਕਿ ਕੀ ਇਹਦੇ ਲਈ ਰਿਕੁਆਇਰਮੈਂਟਸ ਜਿਹੜੀਆਂ ਨੇ ਉਹ ਹੋਣੀਆਂ ਚਾਹੀਦੀਆਂ ਨੇ, ਤੇ ਪੂਰੇ ਪ੍ਰੋਸੈਸ ਲਈ ਕਿੰਨਾ ਟਾਈਮ ਲੱਗਦਾ ਆ। ਤਰਨ ਅੱਜ ਦੀ ਤਰੀਕ ਦੇ ਵਿੱਚ ਨਵਾਂ ਪਾਇਲਟ ਪ੍ਰੋਜੈਕਟ ਸ਼ੁਰੂ ਹੋਇਆ ਤੇ ਐਕਸਪੈਕਟਡ ਹੈਗਾ ਕਿ 6 to 8 ਮੰਥਸ ਦੇ ਵਿੱਚ ਐਪਲੀਕੇਸ਼ਨ ਵਿਦ ਫੈਮਿਲੀ ਪ੍ਰੋਸੈਸ ਹੋ ਸਕਦੀ ਹੈ। ਸੋ ਟੋਟਲ 2750 ਐਪਲੀਕੇਸ਼ਨਸ ਪਲੱਸ ਉਹਨਾਂ ਦੀਆਂ 2750 ਐਪਲੀਕੈਂਟਸ ਦੀਆਂ ਫੈਮਿਲੀ ਇਸ ਸਾਲ ਦੇ ਵਿੱਚ ਪ੍ਰੋਸੈਸ ਹੋਣੀਆਂ ਹੈਗੀਆਂ, ਵਿਚ ਇਜ਼ ਐਨ ਅਮੇਜ਼ਿੰਗ ਪ੍ਰੋਗਰਾਮ। ਸੋ ਇੱਕੋ ਚੀਜ਼ ਕਹਿਣਾ ਚਾਹਾਂਗਾ, ਜਿੰਨੇ ਖਾਸ ਕਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਨੋਵਾ ਸਕੋਸ਼ੀਆ, ਨਿਊ ਬ੍ਰਾਂਸਵਿਕ ਦੇ ਵਿੱਚ, ਨਿਊ ਫਾਊਂਡਲੈਂਡ ਦੇ ਵਿੱਚ ਜਾਂ ਓਨਟਾਰੀਓ ਦੇ ਵਿੱਚ ਇਸ ਟ੍ਰੇਡ ਦੇ ਵਿੱਚ ਕੰਮ ਕਰ ਰਹੇ ਨੇ, ਖਾਸ ਕਰ ਫਾਰਮਿੰਗ ਸੈਕਟਰ, ਮੀਟ ਕਟਿੰਗ ਸੈਕਟਰ, ਮੀਟ ਪ੍ਰੋਡਕਸ਼ਨ ਸੈਕਟਰ ਜਾਂ ਐਨੀਮਲ ਹਸਬੈਂਡਰੀ ਦੇ ਵਿੱਚ ਕੰਮ ਕਰ ਰਹੇ ਨੇ। ਦਿਸ ਇਜ਼ ਅ ਗੋਲਡਨ ਟਾਈਮ ਫॉर ਆਲ ਯੂ ਪੀਪਲ। ਸੋ ਮੀਟ ਇੰਡਸਟਰੀ ਦੇ ਵਿੱਚ ਖਾਸ ਕਰ ਰਿਟੇਲ ਬੁਚਰਸ, ਇੰਡਸਟਰੀਅਲ ਬੁਚਰਸ, ਫਾਰਮ ਸੁਪਰਵਾਈਜ਼ਰ, ਲਾਈਵ ਸਟਾਕ ਵਰਕਰਸ, ਫੂਡ ਪ੍ਰੋਸੈਸਿੰਗ ਲੇਬਰਸ, ਇਸੇ ਤਰ੍ਹਾਂ ਗ੍ਰੀਨ ਹਾਊਸ ਦੇ ਵਿੱਚ ਨਰਸਰੀ ਐਂਡ ਫਲੋਰੀਕਲਚਰ ਪ੍ਰੋਡਕਸ਼ਨ ਦੇ ਵਿੱਚ ਜੇ ਤੁਹਾਡਾ ਐਕਸਪੀਰੀਅੰਸ ਹੈਗਾ ਐਜ਼ ਅ ਫਾਰਮ ਸੁਪਰਵਾਈਜ਼ਰ, ਜਨਰਲ ਵਰਕ, ਫਾਰਮ ਵਰਕਰ, ਹਾਰਵੈਸਟਿੰਗ ਲੇਬਰ ਜਾਂ ਐਨੀਮਲ ਡੇਅਰੀਜ਼ ਦੇ ਵਿੱਚ ਤੁਹਾਡਾ ਐਕਸਪੀਰੀਅੰਸ ਹੈਗਾ ਫਾਰਮ ਸੁਪਰਵਾਈਜ਼ਰ ਦੇ ਤੌਰ ਤੇ ਜਾਂ ਜਨਰਲ ਫਾਰਮ ਲੇਬਰ ਦੇ ਤੌਰ ਤੇ, ਗ੍ਰੈਬ ਦੀ ਓਪਰਚੁਨਿਟੀਜ਼। ਰਿਕੁਆਇਰਮੈਂਟ ਕੀ ਹੈਗੀ ਹੈ ਕਿ ਤੁਹਾਡੇ ਕੋਲ LMIA ਦੇ ਉੱਤੇ 1 ਸਾਲ ਦਾ ਕੈਨੇਡੀਅਨ ਐਕਸਪੀਰੀਅੰਸ ਜ਼ਰੂਰ ਹੋਣਾ ਚਾਹੀਦਾ ਹੈ। ਜੇ 1 ਸਾਲ ਦਾ ਕੈਨੇਡੀਅਨ ਐਕਸਪੀਰੀਅੰਸ ਹੈਗਾ ਆ, CLB ਲੈਵਲ 4 ਤੁਹਾਡਾ ਆ ਗਿਆ ਹੈਗਾ ਜਾਂ ਆ ਸਕਦਾ ਹੈਗਾ, ਤੇ ਪੁੱਟ ਅਪ ਯੋਰ ਐਪਲੀਕੇਸ਼ਨ ਰਾਈਟ ਅਵੇ, ਬਿਕੋਜ਼ ਆਣਾ ਜ਼ਰੂਰੀ ਹੈਗਾ, ਬਿਕੋਜ਼ ਤੁਹਾਡੀ ਡਿਗਰੀ ਅਸੈਸਮੈਂਟਸ ਹੋਣੀਆਂ ਜ਼ਰੂਰੀ ਹੈਗੀਆਂ, ਤੁਹਾਡਾ IELTS ਦਿੱਤਾ ਹੋਇਆ ਜ਼ਰੂਰੀ ਹੋਣਾ ਚਾਹੀਦਾ। ਸੋ ਜੇ ਆ ਦੋਨੋਂ ਰਿਕੁਆਇਰਮੈਂਟਸ ਮੀਟ ਕਰ ਰਹੇ ਹੋ, ਤੁਹਾਡੀ ਐਪਲੀਕੇਸ਼ਨ ਰਾਈਟ ਅਵੇ ਪ੍ਰੋਸੈਸ ਹੋ ਸਕਦੀ ਹੈ। ਓਨਟਾਰੀਓ ਦੀ ਗੱਲ ਕਰੀਏ ਤਾਂ ਤਰਨ, ਇੱਥੇ ਓਨਟਾਰੀਓ PNP ਦੇ ਵਿੱਚ ਹੈਗਾ ਕਿ ਹਰ 5 EMPLOYEES ਦੇ ਪਿੱਛੇ ਇੱਕ ਐਪਲੀਕੈਂਟ ਨੂੰ EMPLOYER ਹੈਲਪ ਕਰ ਸਕਦਾ ਹੈਗਾ ਜੇ ਉਹ ਰਿਕੁਆਇਰਮੈਂਟਸ ਮੀਟ ਕਰਦਾ ਹੈ। ਬਟ ਇਸ ਸੈਕਟਰ ਦੇ ਵਿੱਚ ਇੱਕ EMPLOYER ਦੇ ਕੋਲ ਜੇ 10 ਲੋਕ ਵੀ ਕੰਮ ਕਰ ਰਹੇ ਨੇ, 10 ਫੋਰਨ ਵਰਕਰ ਵੀ ਕੰਮ ਕਰ ਰਹੇ ਨੇ, ਤੇ ਉਹਨਾਂ ਦੀ 10 ਦੀ ਐਪਲੀਕੇਸ਼ਨ ਇਸ ਪ੍ਰੋਗਰਾਮ ਦੇ ਵਿੱਚ ਥਰੂ ਹੋ ਸਕਦੀ ਹੈ। ਐਂਡ ਉਹਨਾਂ ਦੀ 10 ਦੀ ਐਪਲੀਕੇਸ਼ਨ, ਇੱਕ ਤੇ ਰਿਕੁਆਇਰਮੈਂਟ IELTS ਦੀ ਘੱਟ ਹੈਗੀ ਹੈ, ਸੈਲਫ ਦੀ ਘੱਟ ਹੈਗੀ ਹੈ ਇਸ ਪ੍ਰੋਗਰਾਮ ਦੇ ਵਿੱਚ, ਨਵਾਂ ਐਗਰੀਕਲਚਰ ਪਾਇਲਟ ਪ੍ਰੋਜੈਕਟ ਦੇ ਵਿੱਚ। ਸੋ ਗ੍ਰੈਬ ਦਿਸ ਓਪਰਚੁਨਿਟੀ ਐਂਡ ਪ੍ਰੋਫੈਸ਼ਨਲੀ ਐਪਲੀਕੇਸ਼ਨ ਪੁੱਟ ਅਪ ਕਰੀਏ। ਸਿਰਫ 2750 ਐਪਲੀਕੇਸ਼ਨ ਪੂਰੇ ਸਾਲ ਦੇ ਵਿੱਚ ਜਾਣੀਆਂ, 2750 ਕਿਸ ਤਰ੍ਹਾਂ ਹੋ ਜਾਣੀਆਂ ਪਤਾ ਵੀ ਨਹੀਂ। ਬਿਲਕੁਲ ਜੀ, ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਤਾਂ ਟੋਰਾਂਟੋ ਤੋਂ ਹੀ ਬੋਲ ਰਹੀ ਹਾਂ ਤੇ ਮੇਰਾ ਕੁਐਸਚਨ ਸੀ ਇੱਕ ਇਮੀਗ੍ਰੇਸ਼ਨ ਜੀ ਜੀ ਮੈਂ ਪੁੱਛਣਾ ਸੀ ਕਿ ਮੇਰੀ ਸਿਸਟਰ ਇਨ ਲਾ ਲਈ, ਮੈਂ ਉਹਨਾਂ ਦੀ LMIA ਦੀ ਐਪਲੀਕੇਸ਼ਨ ਲਗਾਈ ਸੀਗੀ ਤੇ ਫਾਈਲ ਲਗਾਈ ਸੀ, ਤੇ ਉਹਨਾਂ ਨੇ ਲਾਈਕ ਇੰਟਰਵਿਊ ਆਈ ਸੀ ਤੇ ਉਹਨਾਂ ਦੇ ਇੰਟਰਵਿਊ 'ਚ ਰਿਫਿਊਜ਼ਲ ਆ ਗਿਆ, ਤੇ ਉਹ ਦੁਬਾਰਾ ਅਪਲਾਈ ਕਰ ਸਕਦੇ ਹਾਂ ਅਸੀਂ? ਜੀ ਮਨੂ ਜੀ, ਰਿਫਿਊਜ਼ਲ ਆ ਚੁੱਕਿਆ LMIA ਦੇ ਇੰਟਰਵਿਊ ਦੇ ਵਿੱਚ, ਤੇ ਕਿ ਉਹ ਪੁੱਛ ਰਹੇ ਨੇ ਦੁਬਾਰਾ ਅਪਲਾਈ ਕਰ ਸਕਦੇ ਨੇ ਉਹ, ਇਹਦੇ ਬਾਰੇ 'ਚ ਤੁਸੀਂ ਦੱਸੋਗੇ, ਇਹਨਾਂ ਤੋਂ ਕੁਝ ਪੁੱਛਣਾ ਚਾਹੁੰਦੇ ਹੋ? ਕਰਨ ਜੀ ਬਿਲਕੁਲ, ਜੇ LMIA ਦੀ ਐਪਲੀਕੇਸ਼ਨ ਤੇ ਵਰਕ ਪਰਮਿਟ ਦੀ ਐਪਲੀਕੇਸ਼ਨ ਤੇ ਮੈਮ LMIA ਦੀ ਐਪਲੀਕੇਸ਼ਨ ਤੇ ਰਿਫਿਊਜ਼ਲ ਆਈ ਹੈ ਜਾਂ ਵਰਕ ਪਰਮਿਟ ਦੀ ਐਪਲੀਕੇਸ਼ਨ ਤੇ ਰਿਫਿਊਜ਼ਲ ਆਈ ਹੈ? LMIA ਦੀ ਐਪਲੀਕੇਸ਼ਨ ਦੇ ਲਾਈਕ ਰਿਫਿਊਜ਼ਲ ਆ ਗਈ ਸਰ LMIA ਦੀ। ਸਰ ਅਸੀਂ ਹਮੇਸ਼ਾ ਕਹਿੰਦੇ ਆ ਜਦੋਂ ਵੀ ਜੀ ਮੈਮ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ ਸੋ ਮਚ ਜੀ ਸਰ। ਤਰਨ ਜੀ, ਓਕੇ, LMIA ਐਪਲੀਕੇਸ਼ਨ ਇਜ਼ ਨਾਟ ਈਜ਼ੀ ਟੂ ਪੁੱਟ ਅਪ। ਸਭ ਤੋਂ ਪਹਿਲਾਂ ਜਿਹੜਾ ਪ੍ਰੋਫੈਸ਼ਨਲ LMIA ਦੀ ਐਪਲੀਕੇਸ਼ਨ ਰੈਗੂਲਰਲੀ ਕਰਦਾ ਹੈਗਾ ਉਹੀ ਇਹਨੂੰ ਕਰ ਸਕਦਾ ਹੈਗਾ, ਬਿਕੋਜ਼ ਕਾਫੀ ਸਾਰੇ ਅਸੀਂ ਇਹੋ ਜਿਹੇ ਰਿਫਿਊਜ਼ਲ ਸਾਡੇ ਕੋਲ ਆਉਂਦੇ ਨੇ ਜਿਹੜੇ ਲਾਇਰਸ ਕਰ ਦਿੰਦੇ ਨੇ, ਬਿਕੋਜ਼ ਲਾਇਰਸ not all lawyers are into good dealings with the Service Canada. ਕੋਈ criminality ਦੇ ਵਿੱਚ ਡੀਲ ਕਰ ਰਹੇ ਨੇ, ਕੋਈ ਰੀਅਲ ਏਸਟੇਟ ਦੇ ਵਿੱਚ ਡੀਲ ਕਰਦੇ ਨੇ। Are they entitled? Absolutely, they can go ahead and do these applications, but are they up to date with daily norms ਤੇ ਕੀ ਚੇਂजेस ਆ ਰਹੀਆਂ? ਬਹੁਤ ਸਾਰੇ lawyers ਨੂੰ, ਸਾਰੇ ਕੰਸਲਟੈਂਟ ਜਿਹੜੇ ਸਟੂਡੈਂਟ ਕਲਾ ਪ੍ਰੈਕਟਿਸ ਕਰਦੇ ਨੇ, ਉਹਨਾਂ ਨੂੰ ਪਤਾ ਹੀ ਨਹੀਂ ਕਿ ਸਰਵਿਸ ਕੈਨੇਡਾ ਦਾ ਕਿਸ ਤਰ੍ਹਾਂ ਡੀਲ ਕਰਨਾ ਹੈਗਾ। ਸੋ ਅਸੀਂ ਹਮੇਸ਼ਾ ਕਹਿੰਦੇ ਆ ਕਿ ਗੈਟ ਅ ਕੰਸਲਟੈਂਟ, ਗੈਟ ਅ ਲਾਇਰ ਹੂ ਇਜ਼ ਰੈਗੂਲਰ ਐਂਡ ਨੋਜ਼ ਵਾਟ ਹੀ ਇਜ਼ ਡੂਇੰਗ ਵਿਦ ਯੋਰ ਐਪਲੀਕੇਸ਼ਨਸ। ਸੋ ਸਰਵਿਸ ਕੈਨੇਡਾ ਦੀ ਐਪਲੀਕੇਸ਼ਨ ਦੇ ਉੱਤੇ ਬੇਸਿਕ ਰਿਕੁਆਇਰਮੈਂਟਸ ਕੀ ਹੈਗੀਆਂ ਵਰਕ ਪਰਮਿਟ ਲੈਣ ਵਾਸਤੇ? ਕਿ ਤੁਹਾਡਾ ਬਿਜ਼ਨਸ ਘੱਟੋ ਘੱਟ 2 ਸਾਲ ਪੁਰਾਣਾ ਜ਼ਰੂਰ ਹੋਣਾ ਚਾਹੀਦਾ। ਯੂ ਸ਼ੁਡ ਹੈਵ ਮਿਨੀਮਮ ਅ ਫਿਊ EMPLOYEES ਔਨ ਦਾ ਪੇਰੋਲ। ਜੇ EMPLOYEES ਨਹੀਂ ਵੀ ਹੈਗੇ ਤਾਂ ਵੀ ਅਸੀਂ LMIAs ਦੀ ਅਪਰੂਵਲਸ ਲਿੱਤੀਆਂ ਹੈਗੀਆਂ, ਬਟ ਇਟ ਵਾਸ ਡਨ ਇਨ ਅ ਡਿਫਰੈਂਟ ਵੇਜ਼ ਬਿਕੋਜ਼ ਦੈਟ ਇੰਡਸਟਰੀ were some typical industries. So ਇਹਨਾਂ ਨੂੰ ਅਸੀਂ ਸੁਜੈਸਟ ਕਰਾਂਗੇ ਕਿ ਆਪਣਾ ਰਿਫਿਊਜ਼ਲ ਲੈਟਰ ਲੈ ਕੇ, ਆਪਣੇ EMPLOYER ਦੀ ਡਿਟੇਲ ਲੈ ਕੇ ਸਾਨੂੰ ਕਾਲ ਕਰ ਲੈਣ,
and we would be able to assist them with such files. ਜੇ ਹੁੰਦਾ ਹੋਏਗਾ then we will tell you, they will, ਜੇ ਨਹੀਂ ਹੁੰਦਾ ਹੋਏਗਾ ਤਾਂ ਵੀ ਕਹਾਂਗੇ ਕਿ ਭਾਈ don't waste your money with us and time and efforts with us. ਬਿਲਕੁਲ ਜੀ। ਤੇ ਸਰ ਕਾਫੀ ਦਰਸ਼ਕਾਂ ਨੇ ਸਾਨੂੰ ਫੇਸਬੁੱਕ ਤੇ ਵੀ ਕਮੈਂਟ ਕੀਤਾ, ਹਾਲਾਂਕਿ ਹੁਣ ਸਾਡੇ ਕੋਲ ਸਮਾਂ ਨਹੀਂ ਰਿਹਾ ਕਿ ਉਹਨਾਂ ਦੇ ਕਮੈਂਟਸ ਅਸੀਂ ਪੜ੍ਹ ਸਕੀਏ, ਸੋ ਉਹਨਾਂ ਦਾ ਧੰਨਵਾਦ। ਆਪਣੇ ਦਰਸ਼ਕਾਂ ਨੂੰ ਇਹ ਜ਼ਰੂਰ ਕਵਾਂਗੇ ਕਿ ਫੇਸਬੁੱਕ ਦੇ ਉੱਤੇ ਤੁਸੀਂ ਜੋ ਵੀ ਡਿਟੇਲ ਦਿੰਦੇ ਹੋ ਉਹਦੇ ਨਾਲੋਂ ਤੁਸੀਂ ਬੈਟਰ ਹੈ ਕਿ ਜੇਕਰ ਤੁਸੀਂ ਕਾਲ ਕਰ ਸਕੋ, ਸੋ ਦੈਟ ਕਿ ਤੁਹਾਡੀ ਪੂਰੀ ਡਿਟੇਲ ਜਿਹੜੀ ਉਹ ਡਿਸਕਸ ਹੋ ਜਾਂਦੀ ਹੈ। ਇੱਦਾਂ ਅਧੂਰੀ ਜਾਣਕਾਰੀ ਦੇ ਨਾਲ ਅਸੀਂ ਵੀ ਤੁਹਾਨੂੰ ਸਹੀ ਜਵਾਬ ਨਹੀਂ ਦੇ ਸਕਦੇ। ਸੋ ਪ੍ਰੋਗਰਾਮ ਲਾਈਵ ਸਾਡਾ ਜਿਹੜਾ ਹੁੰਦਾ ਉਹ 3 ਤੋਂ ਲੈ ਕੇ 4 ਵਜੇ ਤੱਕ ਟੋਰਾਂਟੋ ਸਮੇਂ ਦੇ ਮੁਤਾਬਿਕ ਹੁੰਦਾ। ਕਿਰਪਾ ਕਰਕੇ YouTube ਜਾਂ Facebook ਦੇ ਉੱਤੇ ਬਾਅਦ ਵਿੱਚ ਦੇਖਣ ਤੋਂ ਬਾਅਦ ਸਾਡੇ ਸਟੂਡੀਓ ਵਿੱਚ ਪਲੀਜ਼ ਕਾਲ ਨਾ ਕਰਿਆ ਕਰੋ, ਕਿਉਂਕਿ ਸਾਰਾ ਦਿਨ ਫਿਰ ਤੁਹਾਡੀਆਂ ਕਾਲਸ ਆਉਂਦੀਆਂ ਨੇ। ਪ੍ਰੋਗਰਾਮ ਦੇਖਣ ਤੋਂ ਬਾਅਦ, ਲਾਈਵ ਪ੍ਰੋਗਰਾਮ ਤੋਂ ਬਾਅਦ ਮਨੂ ਦੱਤਾ ਜੀ ਦੇ ਨਾਮ ਦੇ ਨੀਚੇ ਇਹਨਾਂ ਦਾ ਨੰਬਰ ਲਿਖਿਆ ਹੋਇਆ, ਉੱਥੇ ਤੁਸੀਂ ਕਾਲ ਕਰ ਸਕਦੇ ਹੋ। ਤੇ ਇੱਕ ਵਾਰੀ ਸਰ ਨੂੰ ਜ਼ਰੂਰ ਪੁੱਛ ਲਈਏ ਕਿ ਸਰ ਕਿਸ ਟਾਈਮ ਤੁਹਾਨੂੰ ਕਾਲ ਕੀਤੀ ਜਾ ਸਕਦੀ ਹੈ ਤੇ ਕੀ ਹਜੇ ਵੀ ਤੁਹਾਡੀਆਂ ਸਰਵਿਸਿਜ਼ ਜਿਹੜੀਆਂ ਨੇ ਓਪਨ ਹੈਗੀਆਂ ਨੇ? ਬਿਲਕੁਲ ਤਰਨ ਜੀ, ਸਾਡਾ ਆਫਿਸ ਉਸੇ ਤਰ੍ਹਾਂ ਕੰਮ ਕਰ ਰਿਹਾ ਜੀ। 12 to 5 ਅਸੀਂ ਆਪਣੇ ਐਗਜ਼ਿਸਟਿੰਗ ਐਂਡ ਨਿਊ ਕਲਾਇੰਟਸ ਨੂੰ ਉਸੇ ਤਰ੍ਹਾਂ ਲੁੱਕ ਆਫਟਰ ਕਰ ਰਹੇ ਹਾਂ, ਈਮੇਲ ਦੇ ਰਾਹੀਂ, ਕਾਨਫਰੈਂਸਿੰਗ ਦੇ ਰਾਹੀਂ ਐਂਡ ਫੋਨ ਦੇ ਰਾਹੀਂ। ਜੇ ਤੁਸੀਂ ਕਹੋਗੇ ਆਨਲਾਈਨ ਅਸੀਂ 1-on-1 ਮੀਟਿੰਗ ਕਰਨੀ ਚਾਹੁੰਦੇ ਹੋ, ਉਹ ਪੋਸੀਬਲ ਅੱਜ ਦੀ ਤਰੀਕ 'ਚ ਨਹੀਂ ਹੋਏਗੀ, ਬਟ ਵੀਡੀਓ ਕਾਨਫਰੰਸ ਦੇ ਥਰੂ ਅਸੀਂ ਸਾਰੀਆਂ ਤੁਹਾਡੇ ਕੁਐਰੀਜ਼ ਐਡਰੈਸ ਕਰ ਸਕਦੇ ਹਾਂ। ਜਿਹੜੇ ਡਾਕੂਮੈਂਟ ਸਾਨੂੰ ਚਾਹੀਦੇ ਨੇ ਉਹ ਅਸੀਂ ਆਨਲਾਈਨ ਹੀ ਤੁਹਾਡੇ ਤੋਂ ਈਮੇਲ ਦੇ ਰਾਹੀਂ ਲੈ ਰਹੇ ਨੇ, ਐਪਲੀਕੇਸ਼ਨ ਕਰ ਰਹੀ ਹੈ। ਸਾਡੀ ਸਰਵਿਸ, ਸਾਡੀ ਪ੍ਰੋਸੈਸਿੰਗ ਟੀਮ ਉਸੇ ਤਰ੍ਹਾਂ ਕੰਮ ਕਰ ਰਹੀ ਹੈ। ਸੋ ਤੁਸੀਂ ਕੋਈ ਵੀ ਕੇਸ ਡਿਸਕਸ ਕਰਨਾ ਚਾਹੁੰਦੇ ਹੋ, ਯੂ ਕੈਨ ਆਲਵੇਜ਼ ਰੀਚ ਅਸ ਐਟ 9054612424। ਮੰਡੇ ਟੂ ਸੈਟਰਡੇ ਸਾਡਾ ਆਫਿਸ 12 ਤੋਂ 5 ਅਸੀਂ ਸਾਰੀਆਂ ਕਾਲਾਂ ਆਪਣੀਆਂ ਲੈਂਦੇ ਆ। ਜੇ ਤੁਸੀਂ ਉਸ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਕਾਲ ਕਰੋਗੇ ਤੇ ਵੀ ਵਿਲ ਮੇਕ ਸ਼ੋਰ, ਔਰ ਜਦੋਂ ਅਸੀਂ ਆਫਿਸ ਆਉਂਦੇ ਹਾਂ ਤੇ ਵੀ ਆਨਸਰ ਆਲ ਦਾ ਮਿਸਡ ਕਾਲਸ। ਸੈਕੰਡ ਆਫ ਆਲ, ਐਗਰੀਕਲਚਰ ਜਾਣ ਤੋਂ ਪਹਿਲਾਂ ਜ਼ਰੂਰ ਕਹਿਣਾ ਚਾਹਾਂਗਾ, BC ਦੇ ਵਿੱਚ, ਓਨਟਾਰੀਓ ਦੇ ਵਿੱਚ ਜਾਂ ਨੋਵਾ ਸਕੋਸ਼ੀਆ, ਨਿਊ ਬ੍ਰੰਸਵਿਕ ਦੇ ਕਿਤੇ ਵੀ ਐਗਰੀਕਲਚਰ ਫੂਡ ਇਮੀਗ੍ਰੇਸ਼ਨ ਪਾਇਲਟ ਪ੍ਰੋਜੈਕਟ ਦਾ ਫਾਇਦਾ ਚੱਕਣਾ ਚਾਹੁੰਦੇ ਹੋ, ਇਸ ਸੈਕਟਰ ਦੇ ਵਿੱਚ ਕੰਮ ਕਰ ਰਹੇ ਹੋ, ਗ੍ਰੈਬ ਦਿਸ ਓਪਰਚੁਨਿਟੀ। ਇਟ ਇਜ਼ ਅ ਹਿਊਜ ਓਪਰਚੁਨਿਟੀ ਫॉर ਦੋਜ਼ ਵਰਕਰਸ ਜਿਨ੍ਹਾਂ ਨੂੰ ਸਮਝ ਹੀ ਨਹੀਂ ਆ ਰਿਹਾ ਸੀ ਕਿ ਸਾਡੀ PR ਪੋਸੀਬਲ ਵੀ ਹੋ ਸਕਦੀ ਹੈ। ਸੋ 1 ਸਾਲ ਦਾ ਐਕਸਪੀਰੀਅੰਸ, 4 ਬੈਂਡ, 4 CLB ਲੈਵਲ 4 ਆਈਲੈਟ ਦੇ ਵਿੱਚ, ਤੇ ਘੱਟੋ ਘੱਟ 12ਵੀਂ ਤੁਹਾਡੇ ਹੋਣੀ ਚਾਹੀਦੀ ਹੈ। ਐਂਡ ਦਿਸ ਇਜ਼ ਐਨ ਓਪਰਚੁਨਿਟੀ ਜਿਹਦੇ ਵਿੱਚ ਤੁਸੀਂ ਆਪਣੀ ਵਿਦ ਫੈਮਿਲੀ PR ਵਾਸਤੇ ਐਲੀਜੀਬਿਲਟੀ ਬਣ ਸਕਦੀ ਹੈ। ਤਾਂ ਇਨਫੋਰਮੇਸ਼ਨ ਲੈਣ ਵਾਸਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ at 9054612424 ਜਾਂ ਫਿਰ ਈਮੇਲ ਕਰ ਸਕਦੇ ਹੋ info@iccimmigration.ca ਜਾਂ WhatsApp ਕਰ ਸਕਦੇ ਹੋ at 6478509000। ਐਂਡ ICC ਇਮੀਗ੍ਰੇਸ਼ਨ ਦੇ ਬਾਰੇ ਇੱਕ ਚੀਜ਼ ਜ਼ਰੂਰ ਕਹਿਣਾ ਚਾਹਾਂਗਾ ਕਿ ICC ਇਮੀਗ੍ਰੇਸ਼ਨ 13 ਸਾਲ ਤੋਂ ਜ਼ਿਆਦਾ ਅਰਸਾ ਹੋ ਗਿਆ ਇਮੀਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਹੋਇਆ। RD ਅਮਨ ਸਿੰਘ ਢਿੱਲੋਂ ਐਂਡ ਮਨੂ ਦੱਤਾ ਤੋਂ ਇਲਾਵਾ ਸਾਡੇ ਆਫਿਸ ਦੇ ਵਿੱਚ ਹੋਰ ਵੀ ਰੈਗੂਲੇਟਡ ਕੰਸਲਟੈਂਟਸ ਹੈਗੇ ਨੇ। ਜਿੰਨਾ ਵੀ ਪ੍ਰੋਸੈਸਿੰਗ ਸਟਾਫ ਹੈ, ਦੇ ਆਰ ਆਲ have been in this business for a number of years and working with us for a number of ਜੀ ਬਿਲਕੁਲ ਸਰ। ਇੱਕ professional ਜੀ ਕਰਨਾ ਜ਼ਰੂਰ। ਸਰ, ਇੱਕ ਲਾਸਟ ਕਾਲਰ ਹੈ ਤੇ ਕਾਫੀ ਸਮੇਂ ਤੋਂ ਸਾਨੂੰ ਕਾਲ ਕਰ ਰਹੇ ਸੀ, ਅਸੀਂ ਉਹਨਾਂ ਦੀ ਜ਼ਰੂਰ ਕਾਲ ਅਟੈਂਡ ਕਰਨਾ ਚਾਹਾਂਗੇ, ਕਾਫੀ ਲੰਬੇ ਸਮੇਂ ਤੋਂ ਵੇਟ ਕਰ ਰਹੇ ਸੀ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਮੈਡਮ ਮੈਂ ਆਸਟ੍ਰੇਲੀਆ ਤੋਂ ਬੋਲ ਰਿਹਾ, ਮੈਲਬੌਰਨ ਤੋਂ। ਜੀ ਸਰ। ਤੁਹਾਨੂੰ ਪੁੱਛਣਾ ਸੀਗਾ ਕਿ ਮੈਂ ਨਾ ਆਪਣੀ LMI ਅਪਲਾਈ ਕੀਤੀ ਸੀ, ਮੇਰੇ ਨਾਮ ਨੇ ਉਹਨਾਂ ਨੇ ਮੈਨੂੰ ਅਪਰੂਵ ਕਰਵਾਤੀ ਸੀ ਟਰੱਕ ਡਰਾਈਵਰ ਦੀ LMI। ਮੈਂ ਆਸਟ੍ਰੇਲੀਆ ਦੀ ਟਰੱਕ ਡਰਾਈਵ ਕਰਦਾ ਜੀ, ਤੇ ਐਂਡ ਉਹ ਮੈਂ ਹੁਣ ਆਪਣਾ ਵਰਕ ਪਰਮਿਟ ਦੀ ਜਿਵੇਂ ਐਪਲੀਕੇਸ਼ਨ ਫਾਈਲ ਕਰਨੀ ਸੀਗੀ, ਤੇ ਮੇਰੇ ਕੋਲ ਜਿਹੜੀ ਐਡਰੈਸ ਹੈਗੀ ਆ ਉਹ ਐਕੈਡਮਿਕ ਆ, ਤੇ ਬਟ ਉਹ ਕਹਿੰਦੇ ਕਿ ਉੱਥੇ ਜਰਨਲ ਦੀ ਰਿਕੁਆਇਰਮੈਂਟ ਆ ਜੀ। ਤੇ ਜਿਹਦੇ ਤੋਂ ਮੇਰੀ ਉਹ ਗੱਲ ਕਰਵਾ ਰਹੇ ਆ ਉਹ ਕਹਿ ਰਹੇ ਆ ਕਿ ਔਨ ਦਾ ਵੇ, ਜਾਨੀ ਕਿ ਜਿੱਦਾਂ ਤੁਸੀਂ ਵਰਕ ਪਰਮਿਟ ਅਪਲਾਈ ਕਰਨਾ, ਹੁਣ ਤੁਹਾਨੂੰ ਆਈਲੈਟਸ ਦੀ ਨੀਡ ਨਹੀਂ ਆ। ਜਦੋਂ ਤੁਸੀਂ PNB ਕਹੋਗੇ ਜਾਂ PR ਲਈ ਫਾਈਲ ਸਬਮਿਟ ਕਰਨੀ ਆ, ਉਦੋਂ ਫਿਰ ਤੁਹਾਨੂੰ ਜਰਨਲ ਤੇ ਜਿੰਨੀ ਕਿ 4.5 ਜਾਂ 5 ਸਮਥਿੰਗ ਜਿੰਨੇ ਵੀ ਉਹ ਚਾਹੀਦੇ ਆ। ਮੇਰੇ ਰਿਗਾਰਡਿੰਗ ਸਭ ਕੁਝ ਕਲੀਅਰ ਕਰਨਾ ਸੀ ਜੀ। ਤੁਸੀਂ ਇਹ ਪੁੱਛਣਾ ਚਾਹੁੰਦੇ ਹੋ ਕਿ ਇਸ ਵਕਤ ਵਰਕ ਪਰਮਿਟ ਦੀ ਫਾਈਲ ਅਪਲਾਈ ਕਰਨ ਲਈ ਤੁਹਾਨੂੰ IELTS ਦੀ ਜ਼ਰੂਰਤ ਹੈ ਜਾਂ ਨਹੀਂ ਹੈ? ਜੇ ਹੈ ਤਾਂ ਜਰਨਲ ਦੀ ਜ਼ਰੂਰਤ ਹੈ ਜਾਂ ਫਿਰ ਐਕੈਡੈਮਿਕ ਦੀ? ਜੀ ਬਿਲਕੁਲ, ਤੁਸੀਂ TV ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸਰ। ਓਕੇ, ਜਦੋਂ ਵੀ ਕੋਈ ਫੋਰਨ ਵਰਕਰ ਕੈਨੇਡਾ ਕੰਮ ਕਰਨ ਵਾਸਤੇ ਆਉਂਦੇ ਨੇ ਤੇ ਉਹ ਬੇਸਿਕਲੀ ਜਿਹੜੇ ਆਫੀਸਰ ਹੈਗੇ ਨੇ ਉਹ ਦੇਖਣਾ ਚਾਹੁੰਦੇ ਨੇ ਕਿ ਪਹਿਲੇ ਤਾਂ LMI ਇਹਨਾਂ ਦੇ ਕੋਲ ਹੋਵੇ, ਦੂਸਰੀ ਚੀਜ਼ ਹੈਗਾ ਕਿ ਲੈਂਗੁਏਜ ਪ੍ਰੋਫੀਸ਼ੀਐਂਸੀ ਹੋਵੇ। ਐਂਡ ਲੈਂਗੁਏਜ ਉਹ ਕਿਸ ਤਰ੍ਹਾਂ ਸ਼ੋ ਹੁੰਦੀ ਹੈ? ਜੇ ਤੇ ਤੁਸੀਂ ਫ੍ਰੈਂਚ ਸਪੀਕਿੰਗ ਹੈਗੇ ਟੈਫਟਾ ਜਾਂ TCF ਹੋਵੇ, ਜਾਂ ਫਿਰ ਜੇ ਇੰਗਲਿਸ਼ ਸਪੀਕਿੰਗ ਹੈਗੇ ਤਾਂ ਆਈਲੈਟਸ ਜਾਂ SELPIP ਹੋਵੇ। ਐਂਡ ਜਨਰਲ ਮੋਡਿਊਲ ਵਿੱਚ ਤੁਹਾਡੇ ਕੋਲ 5 ਬੈਂਡਸ ਪਲੱਸ ਹੋਣੇ ਚਾਹੀਦੇ ਨੇ, ਨਾਰਮਲ ਥੰਬ ਰੂਲ ਹੈਗਾ, ਤੇ ਤੁਹਾਡੀ ਵਰਕ ਪਰਮਿਟ ਵੀ ਲੱਗ ਸਕਦੀ ਹੈ। ਬਟ ਇਜ਼ ਇਟ ਅ ਰਿਕੁਆਇਰਮੈਂਟ? ਇਟ ਇਜ਼ ਐਬਸੋਲੂਟਲੀ ਨਾਟ ਅ ਰਿਕੁਆਇਰਮੈਂਟ। ਬਟ ਜਦੋਂ ਤੁਸੀਂ ਪੁੱਟ ਅਪ ਕਰਦੇ ਹੋ ਜੇ LMI ਦੇ ਨਾਲ ਆਈਲੈਟਸ ਦਾ ਸਕੋਰ ਕਾਰਡ, ਤੇ ਆਫੀਸਰ ਵਾਸਤੇ ਅਸੈਸ ਕਰਨਾ ਆਸਾਨ ਹੋ ਜਾਂਦਾ ਕਿ ਤੁਹਾਡੀ ਲੈਂਗੁਏਜ ਪ੍ਰੋਫੀਸ਼ੀਐਂਸੀ ਕਿਸ ਤਰ੍ਹਾਂ ਦੀ ਹੈਗੀ ਹੈ। ਐਂਡ ਇੰਡੀਆ ਦੀ ਗੱਲ ਕਰੀਏ ਤੇ ਇੰਡੀਆ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਇਟ ਇਜ਼ ਯੂ ਸ਼ੁਡ 99% ਪੁੱਟ ਅਪ your IELTS score card. ਆਸਟ੍ਰੇਲੀਆ, ਨਿਊਜ਼ੀਲੈਂਡ ਤੋਂ you can still avoid putting it up. ਬਿਲਕੁਲ ਸਰ। ਤੇ ਨਾ ਜਿਵੇਂ ਐਕੈਡੈਮਿਕ ਹੈ, ਕੀ ਉਹ ਕਿਸੇ ਤਰੀਕੇ ਦੇ ਨਾਲ ਹੈਲਪ ਕਰ ਸਕਦੀ ਹੈ ਜਾਂ ਨਹੀਂ, ਜਨਰਲ ਹੀ ਚੱਲੇਗੀ?
ਨਹੀਂ ਜੀ ਪ੍ਰੋਫੀਸ਼ੀਐਂਸੀ ਦੇਖਣਾ ਚਾਹੁੰਦਾ ਇਹ ਵੈਸੇ ਜਨਰਲ ਦੀ ਰਿਕੁਆਇਰਮੈਂਟ ਹੈ ਬਟ ਜੇ ਇਹਨਾਂ ਦੇ ਕੋਲ ਐਕੈਡੈਮਿਕ ਹੈਗਾ ਆ ਐਂਡ ਹੀ ਕੈਨ ਪੁੱਟ ਇਟ ਸਟਿਲ ਪੁੱਟ ਇਟ ਅਪ। ਬਿਲਕੁਲ ਸਰ, ਥੈਂਕ ਯੂ ਸੋ ਮਚ, ਤੁਸੀਂ ਅੱਜ ਸਟੂਡੀਓ 'ਚ ਸਾਡੇ ਦਰਸ਼ਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਆ। ਥੈਂਕ ਯੂ ਸੋ ਮਚ ਸਾਡੇ ਪ੍ਰੋਗਰਾਮ ਦੇ ਵਿੱਚ ਬਣਨ ਦੇ ਲਈ, ਥੈਂਕ ਯੂ ਸੋ ਮਚ। ਆਲ ਦ ਵੈਰੀ ਬੈਸਟ ਜੀ, ਥੈਂਕ ਯੂ ਜੀ ਬਿਲਕੁਲ ਜੀ, ਤੇ ਆਪਣੇ ਦਰਸ਼ਕਾਂ ਨੂੰ ਵੀ ਦੱਸ ਦਈਏ ਕਿ ਸਾਡੀ ਕੋਸ਼ਿਸ਼ ਹਮੇਸ਼ਾ ਇਹੀ ਹੁੰਦੀ ਹੈ ਕਿ ਇਮੀਗ੍ਰੇਸ਼ਨ ਸੰਬੰਧੀ ਤੁਹਾਨੂੰ ਸਹੀ ਤੇ ਸਟੀਕ ਜਾਣਕਾਰੀ ਦਿੱਤੀ ਜਾ ਸਕੇ। ਸੋ ਜਿਹੜੇ ਨਵੇਂ ਰੂਲਸ ਆਉਂਦੇ ਉਹਦੇ ਬਾਰੇ ਵਿੱਚ ਤੁਹਾਨੂੰ ਅਪਡੇਟ ਕਰਦੇ ਰਹਿੰਦੇ ਆ ਤੇ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਇਹ ਪ੍ਰੋਗਰਾਮ ਜਿਹੜਾ ਟੋਰਾਂਟੋ ਸਮੇਂ ਦੇ ਮੁਤਾਬਿਕ 3 ਤੋਂ ਲੈ ਕੇ 4 ਵਜੇ ਤੱਕ ਜਿਹੜਾ ਹਰ ਰੋਜ਼ ਲਾਈਵ ਹੁੰਦਾ। ਇਸ ਤੋਂ ਇਲਾਵਾ ਜੇਕਰ ਤੁਸੀਂ ਫੇਸਬੁੱਕ ਜਾਂ ਫਿਰ YouTube ਦੇ ਉੱਤੇ ਇਸ ਨੂੰ ਬਾਅਦ ਵਿੱਚ ਦੇਖਦੇ ਹੋ ਤਾਂ ਜਿਹੜੇ ਵੀ ਸਾਡੇ ਨਾਲ ਕੰਸਲਟੈਂਟਸ ਜਾਂ ਸੰਬੰਧਿਤ ਵਿਅਕਤੀ ਉਸ ਫੀਲਡ ਦੇ ਜੁੜੇ ਹੁੰਦੇ ਨੇ ਉਹਨਾਂ ਦੇ ਨਾਮ ਦੇ ਨੀਚੇ ਹਮੇਸ਼ਾ ਉਹਨਾਂ ਦਾ ਟੈਲੀਫੋਨ ਨੰਬਰ ਲਿਖਿਆ ਹੁੰਦਾ। ਸੋ ਪ੍ਰੋਗਰਾਮ ਲਾਈਵ ਹੋਣ ਤੇ ਖਤਮ ਹੋਣ ਤੋਂ ਬਾਅਦ ਤੁਸੀਂ ਉੱਥੇ ਕਾਲ ਕਰਿਆ ਕਰੋ। ਸਟੂਡੀਓ ਵਿੱਚ ਕਾਲ ਕਰਨ ਤੋਂ ਬਾਅਦ ਤੁਹਾਨੂੰ ਇਹਦਾ ਕੋਈ ਰਿਪਲਾਈ ਨਹੀਂ ਮਿਲ ਪਾਏਗਾ। ਸੋ ਪ੍ਰੋਗਰਾਮ ਦੇਖਣ ਲਈ, ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਫਿਲਹਾਲ ਇਜਾਜ਼ਤ ਦਿਓ, 6 ਵਜੇ ਫਿਰ ਹਾਜ਼ਰ ਹੋਵਾਂਗੇ ਦੇਸ਼ ਦੁਨੀਆ ਦੀਆਂ ਤਾਜ਼ਾ ਅਪਡੇਸ਼ਨਸ ਦੇ ਨਾਲ। ਸਾਡੇ ਪ੍ਰੋਗਰਾਮ ਜਿਹੜੇ ਨੇ ਤੜਕੇ ਮਾਰਨਿੰਗ ਤੋਂ 5 ਵਜੇ ਤੋਂ ਸਟਾਰਟ ਹੋ ਜਾਂਦੇ ਨੇ ਲਾਈਵ, ਜਿਹਦੇ ਵਿੱਚ ਹੈਲੋ ਪੰਜਾਬ, ਸੁਣ ਲੈ ਸਰਕਾਰ ਵੀ ਸ਼ਾਮਿਲ ਹੁੰਦੇ ਨੇ। ਫਿਲਹਾਲ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ। ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ। मुझे फैमिली स्पॉन्सर करना किसी अच्छे से इमिग्रेशन कंपनी का मुझे फैमिली स्पॉन्सर करना